ਅੱਜ ਹੁਣ ਤੇ ਕਹਿੰਦੇ ਸੀ ਕਿ 1.5 ਮਹੀਨੇ ਤੋਂ ਉੱਥੇ ਜਿਹੜੇ ਪਹਿਲਵਾਨ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਕਿ ਬੀਜੇਪੀ ਦੇ ਬੁਲਾਰੇ ਨੇ ਉਸ ਤੇ ਆਪਣੇ ਸ਼ਬਦ ਬੋਲਿਆ ਕਿ ਅਕਾਲੀ ਦਲ ਨੂੰ ਸਪੋਰਟ ਕਰ ਰਿਹਾ। ਕੀ ਉਹਨੇ ਕਿਹਾ मतलब जो केंद्र सरकार केंद्र की पार्टी कर रही है वही ये कर रहे हैं पंजाब च। दोनों च फर्क तो कोई नहीं, इक्को ही सिक्के दे दो पहलू ने, चाहे इधरला कर लो चाहे उधरला कर लो। ਕੀ ਜੰਤਰ ਮੰਤਰ ਤੇ ਤੁਹਾਡੇ ਲੀਡਰਸ਼ਿਪ ਜਾਏਗੀ? ਕੀ ਤੁਸੀਂ ਨਰਿੰਦਰ ਮੋਦੀ ਦਾ ਕੰਮ ਕਰੋਗੇ ਕਿ ਨਰਿੰਦਰ ਮੋਦੀ ਤੁਸੀਂ ਸਾਡੇ ਡਿਕਟੇਟਰ ਲੱਗੇ ਹੋਏ ਹੋ। Who are you? ਦੀ ਹਿੰਮਤ ਰੱਖਦੇ ਹੋ? ਤੁਸੀਂ ਮੋਨੀਟਰ ਲੱਗੇ ਹੋ ਸਾਡੇ ਹਿੰਮਤ ਰੱਖਦੇ ਹੋ? ਤੁਸੀਂ ਕੌਣ ਜਿਨ੍ਹਾਂ ਦੇ ਖਿਲਾਫ ਬੋਲਦੇ ਸੀ ਅੱਜ ਉਹ ਫਿਰਦੇ ਫਿਰਦੇ ਬਕਵਾਸ ਕਰਦੇ ਤੁਸੀਂ। ਕਹਿੰਦੇ ਨਰਿੰਦਰ ਮੋਦੀ ਦਾ ਨਾਮ ਲੈਣਗੇ ਕਿ ਬ੍ਰਿਜ ਭੂਸ਼ਣ ਨੂੰ ਨਰਿੰਦਰ ਮੋਦੀ ਵਿਚਾਰੇ Who the hell you are? ਦੋ ਮਿੰਟ ਚੁੱਪ ਕਰਕੇ ਬੈਠੋ। ਸਵਾਲ ਗੁਰਦੋ ਕੇ ਕੰਮ ਨਹੀਂ ਤੁਹਾਨੂੰ। ਤੁਸੀਂ ਮੈਨੂੰ ਸਵਾਲ ਕੀਤਾ ਮੈਂ ਜਵਾਬ ਦੇ ਰਿਹਾ ਸੀਗਾ, ਇਹ ਵਿੱਚ ਆ ਕੇ ਫालतू ਬੋਲਣ ਲੱਗੇ ਆ ਔਰ ਉਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਦੀ ਲੈਂਗੁਏਜ ਨਾਲ ਯੂਜ਼ ਕਰਨੀ ਸ਼ੁਰੂ ਕਰਤੀ ਹੈ। ਪੰਜਾਬ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਕੀਤਾ ਹੋਇਆ ਹੈ। ਇੱਥੇ ਤੁਸੀਂ ਕਿਸੇ ਪੱਤਰਕਾਰ ਨੂੰ ਬੋਲਣ ਨਹੀਂ ਦਿੰਦੇ। ਇੱਕ ਕੁੜੀ ਵਿਚਾਰੀ ਆ ਕੇ ਤੁਹਾਨੂੰ ਸਵਾਲ ਕਰ ਲੈਂਦੀ ਹੈ, ਉੱਥੇ SC ST ਦਾ ਆਪਣੇ ਵਰਕਰ ਤੋਂ ਝੂਠਾ ਪਰਚਾ ਦਰਜ ਕਰਾ ਦਿੰਦੇ ਹੋ ਔਰ ਅਗਰ ਕਿਸੇ ਡਿਬੇਟ ਦੇ ਵਿੱਚ ਕੋਈ ਬੋਲਣਾ ਚਾਹੁੰਦਾ ਹੈ ਉਹਨੂੰ ਦੀ ਬੋਲਣ ਨਹੀਂ ਦਿੰਦੇ। ਇੰਨੇ ਜ਼ਿਆਦਾ ਦਰਦ ਹੈ ਕਰੋ ਪਰਚਾ ਦਰਜ। ਅਸਾਨਾ ਦਿੱਲੀ ਪੁਲਿਸ ਦਾ ਭਾਈ ਸਾਹਿਬ ਤੁਸੀਂ ਦਿੱਲੀ ਪੁਲਿਸ ਦਾ ਪਹਿਲਾਂ ਹੀ ਡੈਪੂਟੇਸ਼ਨ ਤੇ ਹੈ। ਠੀਕ ਜਿਆਦਾ ਸਪੋਕਸਪਰਸਨ ਜਿਹੜੇ ਹੈਗੇ ਨੇ ਕਹਿੰਦੇ ਨਰਿੰਦਰ ਮੋਦੀ ਬ੍ਰਿਜ ਭੂਸ਼ਣ ਨੂੰ ਬਚਾ ਰਹੇ ਨੇ। ਜਿਆਦਾ ਹਿੰਮਤ ਹੈ ਕਿ ਕਹਿ ਕੇ ਦਿਖਾਓ ਜਾਂ ਕਹਿਣ ਵੀ ਸਾਡੀ ਲੀਡਰਸ਼ਿਪ ਜੰਤਰ ਮੰਤਰ ਤੇ ਜਾਊਗੀ, ਧਰਨੇ ਦੇ ਵਿੱਚ ਸਪੋਰਟ ਕਰੂਗੀ, ਨਰਿੰਦਰ ਮੋਦੀ ਦੇ ਖਿਲਾਫ ਬੋਲੂਗੀ, ਫਿਰ ਤਾਂ ਅਸੀਂ ਮੰਨ ਵੀ ਲਈਏ ਕਿ ਅਸੀਂ ਮੋਦੀ ਦੇ ਨਾਲ ਨਹੀਂ ਚੱਲ ਸਕਦੇ। ਇਹ ਤਾਂ ਸ਼ਰਮਨਾਕ ਕਰਕੇ ਜਿੱਥੋਂ ਤੱਕ ਅੱਜ ਅਸਥਾਨਾ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ, ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦੇ ਨਾਤੇ ਮੈਂ ਟੋਟਲੀ ਉਸ ਸਟੇਟਮੈਂਟ ਦਾ ਵਿਰੋਧ ਕਰਨਾ ਵਾ। ਸਾਡੀ ਉਸ ਸਟੇਟਮੈਂਟ ਨੂੰ ਕੋਈ ਸਪੋਰਟ ਨਹੀਂ ਕੀ, ਇਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਜਾਂ ਨਿੱਜੀ ਬਿਆਨ ਹੈ। ਇਸ ਤਰ੍ਹਾਂ ਕਹਿੰਦੇ ਕਿ ਕਿਸੇ ਵੀ ਤਰੀਕੇ ਦੀ ਲੈਂਗੁਏਜ ਦਾ ਭਾਰਤੀ ਜਨਤਾ ਪਾਰਟੀ ਸਪੋਰਟ ਨਹੀਂ ਕਰਦੀ। ਸਭ ਇਹ ਵੀ ਮੈਸੇਜ ਆ ਰਿਹਾ ਮੁਲਕ ਦੇ ਵਿੱਚ ਵੀ ਕਿ ਚੋਣਾਂ ਜਿੱਤਦਾ ਕੋਈ ਹੋਰ ਹੈ, ਰਾਜ ਬੀਜੇਪੀ ਕਰਦੀ ਹੈ। ਚਾਹੇ ਉਹ ਮੱਧ ਪ੍ਰਦੇਸ਼ ਦੀ ਗੱਲ ਹੈ, ਚਾਹੇ ਉਹ ਮਹਾਰਾਸ਼ਟਰ ਦੀ ਗੱਲ ਹੈ। ਦੇਖੋ ਧਾਲੀਵਾਲ ਸਾਹਿਬ, ਜਿਹੜੀ ਅੱਜ ਦੀ ਡੇਟ 'ਚ ਜਨਤਾ ਹੈ ਨਾ, ਉਹ ਬਹੁਤ ਸਮਝਦਾਰ ਹੈ, ਬਹੁਤ ਸਿਆਣੀ ਹੈ। ਉਹ ਦੇਖਦੀ ਹੈ ਕਿ ਜੇ ਅਸੈਂਬਲੀ ਦੇ ਵਿੱਚ, ਸਟੇਟ ਦੇ ਵਿੱਚ, ਪ੍ਰਦੇਸ਼ ਦੇ ਵਿੱਚ ਜੇ ਕਿਸੇ ਸਟੇਟ ਗਵਰਨਮੈਂਟ ਭਾਵੇਂ ਉਹ ਬੀਜੇਪੀ ਦੀ ਵੀ ਸਰਕਾਰ ਕਿਉਂ ਨਾ ਹੋਵੇ। ਨਹੀਂ ਕਪੂਰ ਸਾਹਿਬ, ਇੱਕ ਮੈਸੇਜ ਹੋਰ ਵੀ ਹੈ, ਕਹਿੰਦੇ ਜਨਤਾ ਨਾਲੋਂ ਵੀ ਸਿਆਣੇ ਬੀਜੇਪੀ ਦੇ ਲੀਡਰ ਹੈ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਨਵੀਂ ਸੰਸਦ ਦਾ ਜਮ ਕੇ ਉਦਘਾਟਨ ਹੋਇਆ। ਬਹੁਤਿਆਂ ਨੂੰ ਸੱਦੇ ਦਿੱਤੇ ਗਏ, ਕਈ ਗਏ ਤੇ ਬਹੁਤੇ ਨਹੀਂ ਗਏ। ਕਈ ਬਿਨ ਬੁਲਾਏ ਵੀ ਜਾਣਾ ਚਾਹੁੰਦੇ ਸੀ, ਆਪਣੀ ਆਵਾਜ਼ ਸਰਕਾਰੀ ਕੰਨ ਤੱਕ ਪਹੁੰਚਾਉਣਾ ਚਾਹੁੰਦੇ ਸੀ। ਕੁਝ ਮੀਟਰ ਦੀ ਦੂਰੀ ਸੀ ਉਹਨਾਂ ਚਿਹਰਿਆਂ ਦੀ ਜਿਹੜੇ ਦੇਸ਼ ਦਾ ਮਾਣ ਬਣੇ, ਜਿਹੜੇ ਕਿ ਇਸ ਸੰਸਦ ਦਾ ਮਾਣ ਬਣੇ, ਜਿਹੜੀ ਨਵੀਂ ਸੰਸਦ ਦਾ ਉਦਘਾਟਨ ਪ੍ਰੋਗਰਾਮ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੂੰ ਉਸ ਤੋਂ ਦੂਰ ਰੱਖਿਆ ਗਿਆ। ਕਈ ਬੁਲਾ ਕੇ ਵੀ ਨਹੀਂ ਆਏ ਤੇ ਕਈਆਂ ਨੂੰ ਜਿਨ੍ਹਾਂ ਨਹੀਂ ਸੀ ਬੁਲਾਇਆ ਉਹ ਆਉਣਾ ਚਾਹੁੰਦੇ ਸੀ, ਆਪਣਾ ਦੁੱਖੜਾ ਰੱਖਣਾ ਚਾਹੁੰਦੇ ਸੀ, ਪਰ ਨਹੀਂ ਸੀ ਸੁਣਿਆ ਗਿਆ। ਉਸ ਤੋਂ ਬਾਅਦ ਕਈ ਤਰ੍ਹਾਂ ਦੇ ਫਰਮਾਨ ਵੀ ਜਾਰੀ ਹੁੰਦੇ ਆ ਤੇ ਪਾਠਕ੍ਰਮ ਦੇ ਵਿੱਚ ਵੀ ਹਿਲਜੁਲ ਨਜ਼ਰ ਆਉਂਦੀ ਹੈ। ਪਤਾ ਲੱਗਦਾ ਹੈ ਕਿ ਅਲਾਮਾ ਇਕਬਾਲ ਤੋਂ ਬਾਅਦ ਮਹਾਤਮਾ ਗਾਂਧੀ ਨੂੰ ਵੀ ਸਿਲੇਬਸ 'ਚੋਂ ਵਾਂਝੇ ਕੀਤੇ ਜਾਣਾ ਤੇ ਨਵੇਂ ਸੰਸਦ ਦੀ, ਨਵੀਂ ਡੈਮੋਕ੍ਰੇਸੀ ਦੀ ਤਿਆਰੀ ਵੀ ਸਾਡੀ ਚੱਲ ਰਹੀ ਹੈ ਜੰਗੀ ਪੱਧਰ ਦੇ ਉੱਤੇ। ਇੰਨੀ ਜਲਦੀ ਕੋਈ ਪੁਲ ਵੀ ਨਹੀਂ ਬਣਦੇ, ਸਕੂਲ ਵੀ ਨਹੀਂ ਬਣਦੇ, ਕੋਈ ਬਹੁਤੇ ਵੱਡੇ ਪ੍ਰੋਜੈਕਟ ਵੀ ਨਹੀਂ ਬਣਦੇ, ਪਰ ਇੱਕ ਬਹੁਤ ਵੱਡਾ ਪ੍ਰੋਜੈਕਟ ਬਹੁਤ ਘੱਟ ਸਮੇਂ ਦੇ ਵਿੱਚ ਬੜੀ ਬਾਖੂਬੀ ਤਰੀਕੇ ਨਾਲ ਤਿਆਰ ਵੀ ਹੋ ਗਿਆ। ਅਸਥਾਨਾ ਸਾਹਿਬ ਕਹਿੰਦੇ ਆ ਕਿ ਹਲੇ ਤਾਂ ਪਹਿਲਵਾਨ ਕੂੜੇ ਦੇ ਢੇਰ ਵਾਂਗੂ, ਕੂੜੇ ਦੀ ਬੋਰੀਆਂ ਵਾਂਗੂ ਘਸੀਟੇ ਨੇ, ਲੋੜ ਪਈ ਤਾਂ ਗੋਲੀ ਵੀ ਚਲਾਵਾਂਗੇ। ਸ਼ਰੇਆਮ ਅਜਿਹੇ ਬਿਆਨ ਅਫਸਰ ਦੇ ਰਹੇ ਹੈ, ਕਿਹਦੀ ਛਤਰ ਛਾਇਆ 'ਚ ਦੇ ਰਹੇ ਹੈ, ਇੱਕ ਵੱਡਾ ਸਵਾਲ ਹੈ। ਔਰ ਇਸ ਸਭ ਦੇ ਦਰਮਿਆਨ ਜਦੋਂ ਪਹਿਲਵਾਨਾਂ ਦੀ ਆਵਾਜ਼ ਨਾ ਸੁਣੀ ਜਾ ਰਹੀ ਹੋਵੇ, ਲੰਮੇ ਸਮੇਂ ਤੋਂ ਧਰਨਾ ਦੇ ਰਹੇ ਹੋਣ ਤੇ ਜੰਤਰ ਮੰਤਰ ਤੇ ਧਰਨਾ ਦੇਣ ਦੀ ਮਨਾਹੀ ਵੀ ਹੋ ਗਈ ਹੋਵੇ, ਧਰਨਾ ਬੰਦ ਕਰਨ ਲਈ ਵੀ ਕਹਿ ਦਿੱਤਾ ਗਿਆ ਹੋਵੇ, ਘਰ ਜਾਂਦਿਆਂ ਨੂੰ ਪੁਲਿਸ ਦੀਆਂ ਗੱਡੀਆਂ ਵੀ ਉਹਨਾਂ ਪਿੱਛੇ ਲੱਗ ਗਈਆਂ ਹੋਣ, ਉਸ ਤੋਂ ਬਾਅਦ ਫਿਰ ਲਾਮਬੰਦੀ ਸ਼ੁਰੂ ਹੋਈ ਹੈ। ਲਾਮਬੰਦੀ ਲਗਾਤਾਰ ਉਸ ਦੇ ਉੱਤੇ ਟੀਕਾ ਟਿੱਪਣੀ ਜਿੱਥੇ ਹੋ ਰਹੀ ਹੈ ਤੇ ਰਣਨੀਤੀ ਵੀ ਘੜੀ ਜਾ ਰਹੀ ਹੈ ਔਰ ਕਈ ਪਾਰਟੀਆਂ ਦੇ ਮੁਖੀ ਗੱਲਬਾਤ ਕਰ ਚੁੱਕੇ ਹੈ, ਕਈ ਗੱਲਬਾਤ ਕਰ ਰਹੇ ਹੈ ਤੇ ਕਈ ਸੱਦੇ ਦੇ ਕੇ ਬੁਲਾ ਰਹੇ ਹੈ ਤੇ ਉਹ ਆਪਣੀ
ਜਿਹੜੀ ਘਰੇਲੂ ਕੁਝ ਜਿਹੜੀਆਂ ਮਜਬੂਰੀਆਂ ਤੇ ਮੁਸ਼ਕਲਾਂ ਨੇ ਉਹਦੇ 'ਚ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਮਸਰੂਫ ਨੇ। ਕਾਂਗਰਸ ਤੋਂ ਸੱਦਾ ਗਿਆ ਸੀ, ਮਾਫੀ ਚਾਹੁੰਦਾ, ਆਮ ਆਦਮੀ ਪਾਰਟੀ ਤੋਂ ਸੱਦਾ ਗਿਆ ਸੀ ਕਾਂਗਰਸ ਨੂੰ ਮੁਲਾਕਾਤ ਦੇ ਲਈ, ਰਾਹੁਲ ਗਾਂਧੀ ਹੋਰਾਂ ਦੇ ਨਾਲ ਮੁਲਾਕਾਤ ਕਰਨੀ ਸੀ। ਉਸ ਤੋਂ ਪਹਿਲਾਂ ਕਾਂਗਰਸ ਆਪਣੇ ਘਰੇਲੂ ਜਿਹੜੀਆਂ ਚੱਲ ਰਹੀਆਂ ਜ਼ੋਰ ਅਜ਼ਮਾਇਸ਼ ਨੇ, ਕੁਝ ਮੁਸ਼ਕਲਾਤ ਨੇ, ਉਹਨਾਂ ਦਾ ਕਿਵੇਂ ਸਾਹਮਣਾ ਕੀਤਾ ਜਾਵੇਗਾ, ਤਾਂ ਇੱਕ ਸੀਨੀਅਰ ਲੀਡਰਸ਼ਿਪ ਦਿੱਲੀ ਬੁਲਾਈ ਗਈ ਸੀਗੀ। ਉਹਦੇ ਵਿੱਚ ਜਿੱਥੇ ਹਰੀਸ਼ ਚੌਧਰੀ ਸੀ, ਨਵਜੋਤ ਸਿੱਧੂ ਸੀ, ਰਾਜਾ ਵੜਿੰਗ ਸੀਗੇ ਤੇ ਕੋਣੀ ਇੱਕ ਇਹ ਸੀ, ਉਹਦੇ 'ਚ ਆਸ਼ੂ ਵੀ ਸਨ, ਹੋਰ ਕਈ ਚਿਹਰੇ ਸੀ। ਸੋ ਉਹਨਾਂ ਨੇ ਇਸ ਮੌਕੇ ਆਪਣਾ ਕੀ ਪ੍ਰਤੀਕਰਮ ਦਿੱਤਾ ਉਹ ਸੁਣਦੇ ਹੋਏ ਫਿਰ ਚਰਚਾ ਨੂੰ ਸ਼ੁਰੂ ਕਰਾਂਗੇ। ਗੱਲਬਾਤ ਜਿਹੜੀ ਹੋਈ ਹੈ ਅੰਦਰ, ਅਸੀਂ ਸਾਥੋਂ ਰਾਏ ਜਾਣੀ ਗਈ, ਅਸੀਂ ਆਪਦੀ ਰਾਏ ਸਾਰੇ ਲੀਡਰ ਸਾਹਿਬਾਨਾਂ ਤੋਂ ਵੱਖ-ਵੱਖ ਆਪਣੀ ਰਾਏ ਜਾਣੀ ਗਈ, ਸਭ ਨੇ ਆਪਦੀ ਰਾਏ ਦਿੱਤੀ ਔਰ ਰਾਏ ਸੁਣ ਤੋਂ ਬਾਅਦ ਸਭ ਨੇ ਇਹ ਫੈਸਲਾ ਕੀਤਾ ਕਿ ਫੈਸਲਾ ਹੁਣ ਤੁਸੀਂ ਲੈਣਾ ਹੈ। ਕਾਂਗਰਸ ਦੇ ਅਧਿਕਸ਼ ਔਰ ਰਾਹੁਲ ਗਾਂਧੀ ਜੀ ਦਾ ਅੰਤਿਮ ਫੈਸਲਾ ਮੰਨਿਆ ਜਾਏਗਾ। ਅਸੀਂ ਆਪਦੀ ਰਾਏ ਜੋ ਹਾਲਾਤ ਨੇ ਉਹਨਾਂ ਹਾਲਾਤਾਂ ਤੋਂ ਜਾਣੂ ਕਰਾਤਾ, ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਇਹ ਜਾਣੂ ਕਰਾਤਾ। अंतिम फैसला उन्होंने और जो फैसला होगा सानू मंजूर है। ये हमारी बात है, हम लोग लगातार इंटरनली आंतरिक तौर के ऊपर हमारी बात रखते हैं। आज भी हमने पार्टी के फोरम में अपनी बात रखी। पार्टी फोरम पर हम लोग आंतरिक तौर पर क्या बात रखे, ये पब्लिक मीडिया के मार्फत से कराने की हम लोगों की संस्कृति नहीं है, ये हमारी परंपरा नहीं है और ये भारतीयता की भी परंपरा नहीं है कि परिवार के आंतरिक चीजों को हम सार्वजनिक करें। हमारी व्यवस्था है, हमारे स्पोक्स पर्सन वो बात साझा करेंगे, जो निर्णय है पार्टी का वो साझा करेंगे। मीटिंग में क्या हुआ ये गोपनीय है और उसके ऊपर सिर्फ कांग्रेस के अध्यक्ष या राहुल जी बात कर सकते हैं, तो उस पे मैं बिल्कुल भी आई विल नॉट डाइवल्ज ऑन दैट। लेकिन एक भारतीय होने के नाते आज की परिस्थितियों पे मैं जरूर टिप्पणी करूंगा। हिंदुस्तान का संविधान मेरे लिए एक पवित्र ग्रंथ, मैं उससे प्रेरणा लेता हूं। बचपन से लेके आज तक मेरे बाबा भी उसी से प्रेरणा लेते थे और जब संविधान बना था देश को आजाद करके, तो उसकी जो कॉन्स्टिट्यूशनल वैल्यूज हैं वही इंस्टीट्यूशंस को भी स्ट्रेंथ देती हैं और तभी सरकारें लोगों का वेलफेयर कर सकती हैं। ਸੋ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਿਆਸਤ 'ਚ ਕੁਸ਼ਤੀ ਚੱਲ ਰਹੀ ਹੈ ਤੇ ਕੁਸ਼ਤੀ ਦੇ ਉੱਤੇ ਸਿਆਸਤ ਕਰਨ ਦੇ ਇਲਜ਼ਾਮ ਲੱਗ ਰਹੇ ਆ। ਪਹਿਲਵਾਨ ਆਪਣੀ ਮੈਡਲ ਲੈ ਕੇ ਇਨਸਾਫ ਦੀ ਗੁਹਾਰ ਲਾ ਰਹੇ ਆ ਤੇ ਸਿਆਸਤਦਾਨ ਆਪਣੇ ਆਪ ਨੂੰ ਮੈਡਲ ਦੇਣ ਦੀ ਕੋਸ਼ਿਸ਼ ਕਰ ਰਹੇ ਆ। ਇਸ ਸਭ ਦੇ ਦਰਮਿਆਨ ਜੰਤਰ ਮੰਤਰ ਤੇ ਲੰਮੇ ਸਮੇਂ ਪ੍ਰਦਰਸ਼ਨ ਤੋਂ ਬਾਅਦ ਜਦੋਂ ਉਹਨਾਂ ਨੂੰ ਉੱਥੋਂ ਮਨਾ ਕਰ ਦਿੱਤਾ ਗਿਆ ਤੇ ਇਹਨਾਂ ਪਹਿਲਵਾਨਾਂ ਦਾ ਕੀ ਕਹਿਣਾ ਹੈ, ਇਸ ਲੋਕਤੰਤਰ ਦੇ ਵਿੱਚ ਹਰ ਇੱਕ ਆਵਾਜ਼ ਜਿਹੜੀ ਹੈ ਇੰਪੋਰਟੈਂਟ है, वो सुननी भी ਇੱਥੇ ਲਾਜ਼ਮ ਹੋਵੇਗੀ। लेकर के आए हैं क्योंकि आज इन्होंने हमारे साथ में ऐसा व्यवहार कर रखा कि ना तो हर देखो एक मौलिक अधिकार है, खाना खाना पानी पीना जेल में भी होता है। शायद आज भी इस खाने के लिए इतना टाइम हमने मतलब लगवा रहे हैं। शायद हम तो भाई जो नया नया का मंदिर है, शायद ऐसे कानून बने तो कैसे व्यवस्था चलेगी देश की। वो सिर्फ राजनीति कर रहे हैं, सिर्फ राजनीति। वो तो बोल रहे मैं सरकार को भी झुका दूंगा। हम सरकार से हाथ जोड़ के विनती कर रहे हैं कि भाई इन बेटियों को न्याय दे दो। पोक्सो को बदलवाने की बात कर रहे हैं, वो कानून को तोड़ने की बात कर रहे हैं। हम कानून के आगे हाथ जोड़ रहे हैं कि भाई हमें इन बेटियों को न्याय दे दीजिए। अच्छा, इसको ਸੋ ਸਭ ਚੱਲ ਕੀ ਰਿਹਾ ਹੈ, ਅੱਜ ਇਸ ਦੇ ਉੱਤੇ ਗੱਲ ਕਰਾਂਗੇ। ਆਏ ਹੋਏ ਮਹਿਮਾਨਾਂ ਨਾਲ ਰਸਮੀ ਤਾਰੂਫ ਕਰਵਾਉਂਦੇ ਹੋਏ ਉਹਨਾਂ ਦਾ ਇਸਤਕਬਾਲ ਕਰਾਂਗੇ। ਸਾਡੇ ਨਾਲ ਹਰਜੀਤ ਭੁੱਲਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਤਸ਼ਰੀਫ ਲੈ ਕੇ ਆਏ, ਜਨਾਬ ਜੀ ਆਇਆਂ ਨੂੰ। ਭਾਜਪਾ ਤੋਂ ਸੰਜੇ ਕਪੂਰ ਸਾਹਿਬ ਆਪਣੀ ਗੱਲਬਾਤ ਰੱਖਣਗੇ, ਸਵਾਗਤ ਹੈ। ਕਾਂਗਰਸ ਤੋਂ ਰਾਣਾ ਚਾਲ ਸਾਹਿਬ ਤੁਹਾਡਾ ਇਸਤਕਬਾਲ ਹੈ। ਗੋਵਿੰਦਰ ਮਿੱਤਲ ਸਾਹਿਬ ਆਮ ਆਦਮੀ ਪਾਰਟੀ ਤੋਂ ਆਪਣਾ ਪੱਖ ਰੱਖਣ ਲਈ ਆਏ ਹੈ, ਤੁਹਾਡਾ ਇਸ ਚਰਚਾ ਦੇ ਵਿੱਚ ਜੀ ਆਇਆਂ ਨੂੰ ਸਵਾਗਤ ਹੈ। ਸਭ ਤੋਂ ਪਹਿਲਾਂ ਮਿੱਤਲ ਸਾਹਿਬ, ਜਿਸ ਤਰੀਕੇ ਦੇ ਤੁਹਾਡੀ ਪਾਰਟੀ ਦੇ ਵੱਲੋਂ ਸੱਦਾ ਪੱਤਰ ਦਿੱਤਾ ਗਿਆ ਮੁਲਾਕਾਤ ਦੇ ਲਈ, ਹਾਲਾਂਕਿ ਕਾਂਗਰਸ ਦੀ ਆਲਾ ਕਮਾਨ ਤਾਂ ਆਪਣੀ ਸੂਬਾਈ ਜਿਹੜੀ ਇਕਾਈ ਆ ਉਹਦੇ ਨਾਲ ਸਲਾਹ ਮਸ਼ਵਰਾ ਵੀ ਕਰ ਰਹੀ ਹੈ, ਭਾਈ ਕੀ ਕਰਨਾ ਚਾਹੀਦਾ ਦੱਸੋ। ਮੁਲਾਕਾਤ ਦਾ ਸੱਦਾ ਆਇਆ, ਕੀ ਤੁਹਾਡੇ ਤੋਂ ਪੁੱਛ ਕੇ ਸੱਦਾ ਭੇਜਿਆ ਗਿਆ ਜਾਂ ਬਸ ਆਪੇ ਫਰਮਾਨ ਜਿਹੜਾ ਹੈ ਦਿੱਲੀ ਦਰਬਾਰ ਤੋਂ ਜਾਰੀ ਹੋ ਗਿਆ? नहीं देखो धालीवाल साहब, गल ये है कि किसी को पुछण या दसण दी नहीं है। गल तो यह है कि अज जो
ਹਿੰਦੁਸਤਾਨ ਲੈਵਲ ਦੇ ਉੱਪਰ ਜੋ ਮਾਹੌਲ ਬਣ ਰਿਹਾ, ਜੋ ਕੇਂਦਰ ਦੀ ਭਾਜਪਾ ਸਰਕਾਰ ਕਿਵੇਂ ਤਾਨਾਸ਼ਾਹੀ ਰਵੱਈਏ ਦੇ ਨਾਲ ਚੱਲ ਰਹੀ ਹੈ, ਚਾਹੇ ਉਹ ਵਿਰੋਧੀ ਪਾਰਟੀ ਨੂੰ ਕੁਚਲਣ ਦੀ ਗੱਲ ਹੋਵੇ, ਚਾਹੇ ਵਿਰੋਧੀ ਲੀਡਰਾਂ ਦੇ ਉੱਪਰ ਈਡੀ ਸੀਬੀਆਈ ਦੇ ਛਾਪੇ ਹੋਣ, ਚਾਹੇ ਉਹਨਾਂ ਦੀ ਮੈਂਬਰਸ਼ਿਪ ਰਾਤੋਂ ਰਾਤ ਰੱਦ ਕਰਨ ਦਾ ਮਾਮਲਾ ਹੋਵੇ, ਚਾਹੇ ਉਹਨਾਂ ਦੀ ਕੋਠੀ ਰਾਤੋਂ ਰਾਤ ਖਾਲੀ ਕਰਾਉਣ ਦਾ ਮਾਮਲਾ ਹੋਵੇ, ਚਾਹੇ ਪਹਿਲਵਾਨਾਂ ਨੂੰ ਜੰਤਰ ਮੰਤਰਨ ਤੇ ਡਰਨ ਦੀ ਕੁਚਲਣ ਦੀ ਗੱਲ ਹੋਵੇ, ਉਹਨਾਂ ਨੂੰ ਗੋਲੀ ਮਾਰਨ ਤੱਕ ਦੀ ਗੱਲ ਜਿਹੜੀ ਹੈਗੀ ਇੱਕ ਸੀਨੀਅਰ ਪੁਲਿਸ ਅਫਸਰ ਵੱਲੋਂ ਕੀਤੀ ਜਾ ਰਹੀ ਆ। ਇਹ ਜਿਹੜਾ ਸਾਰਾ ਮਾਹੌਲ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਕ੍ਰੀਏਟ ਕੀਤਾ ਜਾ ਰਿਹਾ, ਇਹ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹ ਇਸ ਤਰੀਕੇ ਨਾਲ ਚੱਲੇਗੀ ਤੇ ਅਸੀਂ ਲੋਕਾਂ ਨੂੰ ਦਬਾ ਕੇ ਹੀ ਰਾਜ ਕਰਾਂਗੇ। ਤੇ ਫਿਰ ਇਹਦੇ ਵਿੱਚ ਅਗਰ ਆਮ ਆਦਮੀ ਪਾਰਟੀ ਇਨੀਸ਼ੀਏਟਿਵ ਲੈ ਰਹੀ ਆ ਤੇ ਸਾਰਿਆਂ ਕੋਲ ਜਾ ਰਹੀ ਆ, ਕੇਜਰੀਵਾਲ ਜੀ ਜਾ ਰਹੇ ਨੇ ਕਿ ਸਾਰਿਆਂ ਨੂੰ ਇਕੱਠੇ ਹੋਣਾ ਚਾਹੀਦਾ, ਪਲਾਨਬੰਦੀ ਹੋਣੀ ਚਾਹੀਦੀ ਆ। ਇਹ ਕੋਈ ਸਾਡਾ ਇਹ ਨਹੀਂ ਕਿ ਸਾਡਾ ਮੋਦੀ ਜੀ ਨਾਲ ਨੀਤੀ ਹੋਗਾ। ਮਿੱਤਲ ਸਾਹਿਬ ਇਹਦੇ ਵਿੱਚ ਤੁਹਾਡੇ ਜਿਹੜੀਆਂ ਹਮਖਿਆਲ ਧਿਰਾਂ ਨੇ ਜਾਂ ਹਮਖਿਆਲ ਲੋਕ ਹੈ ਉਹ ਸਵਾਲ ਪਾ ਰਹੇ ਆ। ਠੀਕ ਹੈ ਵੀ ਇਹ ਸਾਰੀ ਗੱਲਾਂ ਜਿਹੜੇ ਤੁਸੀਂ ਇੱਥੇ ਆਸਪੈਕਟ ਰੱਖੇ ਆ ਉਹ ਠੀਕ ਹੈ, ਉਹ ਸਾਰੀ ਗੱਲਾਂ, ਪਰ ਇਹਦੇ ਵਿੱਚ ਬੰਦੇ ਦੀ ਕੁਝ ਮੋਰਲ ਡਿਊਟੀਜ਼ ਵੀ ਹੁੰਦੀਆਂ ਨੇ, ਕੁਝ ਪ੍ਰਿੰਸੀਪਲਸ ਵੀ ਹੁੰਦੇ ਆ। ਉਹ ਅੱਜ ਉਹ ਕਿੱਥੇ ਗਏ? ਅੱਜ ਤਾਂ ਮੁਲਾਕਾਤ ਉਹਨਾਂ ਨਾਲ ਹੋ ਰਹੀ ਹੈ ਜਿਨ੍ਹਾਂ ਨੂੰ ਚੋਰ ਚੱਕੇ ਕਿਹਾ ਗਿਆ ਸੀ, ਜਿਨ੍ਹਾਂ ਨੂੰ ਕੱਲ ਤੱਕ ਦੇ ਕਰਪਟ ਸਭ ਤੋਂ ਭ੍ਰਿਸ਼ਟਾਚਾਰੀ ਲੀਡਰ ਕਿਹਾ ਗਿਆ ਸੀਗਾ, ਅੱਜ ਉਹਨਾਂ ਨਾਲ ਵੀ ਮੁਲਾਕਾਤਾਂ ਹੋ ਰਹੀਆਂ ਨੇ। ਨਹੀਂ, ਦੇਖੋ ਗੱਲ ਇਹ ਆ, ਅਗਰ ਅਸੀਂ ਕਿਸੇ ਨੂੰ ਕਰਪਟ ਕਹਿੰਦੇ ਆ ਜਾਂ ਕੋਈ ਕਰਪਟ ਹੈ ਜਾਂ ਜਿਹਦੇ ਅਗੇਂਸਟ ਕੁਝ ਹੈ ਤੇ ਉਹ ਤਾਂ ਉਹ ਇਸ਼ੂ ਡਿਫਰੈਂਟ ਹੈ, ਇਹ ਇਸ਼ੂ ਡਿਫਰੈਂਟ ਹੈਗਾ। ਅਸੀਂ ਅੱਜ ਅਸੀਂ ਉਹਨਾਂ ਨੂੰ ਇੱਕ ਕਲੀਨ ਚਿੱਟ ਨਹੀਂ ਦੇ ਰਹੇ ਕਿ ਅਗਰ ਕੋਈ ਪਹਿਲਾਂ ਕਰਪਸ਼ਨ ਹੁਣ ਪਤਾ ਹੋ ਗਿਆ ਜਾਂ ਹੁਣ ਉਹਨੂੰ ਕਲੀਨ ਚਿੱਟ ਮਿਲ ਗਈ। ਸਾਡੇ ਕੋਲ ਲੋਕਾਂ ਦੀ ਏਜੰਸੀ ਆ ਜਿਹਦੀ ਜਾਂਚ ਕਰਾ ਕੇ ਉਹਨੂੰ ਕਲੀਨ ਚਿੱਟ ਦਿੱਤੀ ਆ। ਅਗਰ ਕੋਈ ਕਰਪਸ਼ਨ ਕਿਹੜਾ ਫੜ, ਪਰ ਇਹ ਥੋੜੀ ਹੈ ਕਿ ਤੁਸੀਂ ਤਾਨਾਸ਼ਾਹੀ ਰਵੱਈਏ ਦੇ ਨਾਲ ਲੋਕਾਂ ਨੂੰ ਖੁਦ ਦੀ ਆਵਾਜ਼ ਨੂੰ ਚੁਣਨ ਦੇ ਲਈ ਉਹਨਾਂ ਤੇ ਨਜਾਇਜ਼ ਪਰਚੇ ਦਰਜ ਕਰਾਉਣ, ਨਜਾਇਜ਼ ਜਿਹੜਾ ਤੋਂ ਕਿ ਨਜਾਇਜ਼ ਈਡੀ ਨੂੰ ਛਾਪੇ ਮਰਵਾਓਗੇ, ਨਜਾਇਜ਼ ਸੀਬੀਆਈ ਦੇ ਛਾਪੇ ਮਰਵਾਓਗੇ, ਜੰਤਰ ਮੰਤਰ ਤੇ ਅੱਜ 1 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ। ਸਾਡੇ ਦੇਸ਼ ਦੇ ਪਹਿਲਵਾਨ ਨੇ ਉਹ ਲਗਾਤਾਰ ਪ੍ਰੋਟੈਸਟ ਕਰ ਰਹੇ ਨੇ। ਉਹਨਾਂ ਦੀ ਮੰਗ ਕੀ ਆ? ਕੀ ਉਹਨਾਂ ਦੀ ਮੰਗ ਕੋਈ ਨਜਾਇਜ਼ ਆ? ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਦੇ ਨਾਲ ਪਹਿਲਾਂ FIR ਦਰਜ ਹੋਈ ਬ੍ਰਿਜਭੂਸ਼ਣ ਜੀ ਤੇ ਫਿਰ ਹੁਣ ਅਗਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਤੇ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ। ਕੀ ਕੇਂਦਰ ਸਰਕਾਰ ਇਹ ਦਿਖਾਉਣਾ ਚਾਹੁੰਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਵਿਰੋਧ ਕਰ ਲਓ, ਇਹ ਸਰਕਾਰ ਆਪਣੀ ਮਨਮਰਜ਼ੀ ਨਾਲ ਚੱਲੇਗੀ? ਹਿੰਦੁਸਤਾਨ ਦੇ ਅੰਦਰ ਸੰਵਿਧਾਨ ਚੱਲ ਰਿਹਾ, ਹਿੰਦੁਸਤਾਨ ਦੇ ਅੰਦਰ ਕਾਨੂੰਨਾਂ ਨਾਲ ਚੱਲ ਰਿਹਾ, ਹਿੰਦੁਸਤਾਨ ਦੇ ਅੰਦਰ ਜਮਹੂਰੀਅਤ ਆ। ਸ਼ਾਇਦ ਨਰਿੰਦਰ ਮੋਦੀ ਜੀ ਇਹ ਗੱਲ ਭੁੱਲ ਗਏ ਨੇ। ਪਹਿਲਾਂ ਵੀ ਕੁਲਦੀਪ ਸਿੰਘ ਦਾ ਮਾਮਲਾ ਆਇਆ ਸੀ ਯੂਪੀ ਦੇ ਵਿੱਚ, ਤੁਸੀਂ ਦੇਖਿਆ ਹੋਣਾ। ਕੁਲਦੀਪ ਸਿੰਘ ਨੂੰ ਵੀ ਸਾਰੀ ਜਿਹੜੀ ਹੈਗੀ ਸੀ ਬੀਜੇਪੀ ਸਟੇਟ ਗਵਰਨਮੈਂਟ ਏਦਾਂ ਹੀ ਪ੍ਰੋਟੈਕਟ ਕਰਦੀ ਰਹੀ ਆ। ਉਹ ਫਿਰ ਜਾ ਕੇ ਅਲਟੀਮੇਟਲੀ ਸੀਬੀਆਈ ਦੇ ਦਖਲਅੰਦਾਜ਼ੀ ਦੇ ਨਾਲ ਸੀਬੀਆਈ ਦੀ ਇਨਕੁਆਇਰੀ ਫਿਰ ਉਹਨੂੰ ਅਰੈਸਟ ਕੀਤਾ ਗਿਆ। ਇਹ ਅਜੇ ਸੇਮ ਮਾਮਲਾ ਇਹ ਹੈਗਾ। ਕਿੰਨੇ ਗੰਭੀਰ ਇਲਜ਼ਾਮ ਨੇ, ਸਾਨੂੰ ਇਲਜ਼ਾਮ ਅੱਖੋਂ ਪੱਕੇ ਨਹੀਂ ਕਰਨੇ ਚਾਹੀਦੇ। ਇਲਜ਼ਾਮ ਅੱਖੋਂ ਪਰੋਖੇ ਨਹੀਂ ਕਰਨੇ ਚਾਹੀਦੇ, ਪਰ ਸਮੇਂ-ਸਮੇਂ ਤੇ ਬਣਿਆ ਮਾਹੌਲ ਤੇ ਹਾਲਾਤ ਵੀ ਅੱਖੋਂ ਪਰੋਖੇ ਨਹੀਂ ਕੀਤੇ ਜਾ ਸਕਦੇ। ਚਹਿਲ ਸਾਹਿਬ, ਗੱਲ ਇਹ ਆ ਕਿ ਜਦੋਂ ਤੁਹਾਡੀ ਪਾਰਟੀ ਆਮ ਆਦਮੀ ਪਾਰਟੀ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੀ ਹੋਵੇ, ਜਦੋਂ ਇਹਨਾਂ ਦੇ ਉੱਤੇ ਤਰ੍ਹਾਂ ਦੇ ਇਲਜ਼ਾਮ ਮੜਦੀ ਹੋਵੇ ਤੇ ਇਹ ਵੀ ਕਹਿੰਦੀ ਹੋਵੇ ਕਿ ਪੋਲੀਟੀਕਲ ਵੈਂਡੇਟਾ ਦੇ ਤਹਿਤ ਤੁਹਾਡੇ ਲੀਡਰਾਂ ਨੂੰ ਚੱਕ ਕੇ ਜਾਣਬੁੱਝ ਕੇ ਝੂਠੇ ਮੁਕੱਦਮਿਆਂ ਤਹਿਤ ਫਸਾਇਆ ਜਾ ਰਿਹਾ ਹੈ, ਇਸ ਹਾਲਾਤ ਦੇ ਵਿੱਚ ਸਮਝੌਤਾ ਕਰਨਾ ਠੀਕ ਸਮਝਦੀ ਹੈ ਪਾਰਟੀ? ਦੇਖੋ ਧਾਲੀਵਾਲ ਸਾਹਿਬ, ਇਸ ਚੀਜ਼ ਦੇ ਦੋ ਪਹਿਲੂ ਨੇ। ਪਹਿਲਾ ਪਹਿਲੂ ਹੈ ਕਿ ਜਿਹੜੀ ਸਾਡੀ ਕੇਂਦਰ ਦੀ ਲੀਡਰਸ਼ਿਪ ਉਹ ਕੀ ਫੈਸਲਾ ਕਰਦੀ, ਪਰ ਜਿੱਥੋਂ ਤੱਕ ਸੂਬਾਈ ਲੀਡਰਸ਼ਿਪ ਦੇ ਗੱਲਾਂ ਵਿਚਾਰ ਪੁੱਛੇ ਗਏ ਆ, ਉਹਨਾਂ ਵਿਚਾਰਾਂ ਦੇ 'ਚ ਇਹੀ ਗੱਲ ਕੀਤੀ ਗਈ ਆ ਕਿ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਵਿੱਚ ਪੰਜਾਬ ਦੇ ਲੀਡਰਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਥਰੂ ਅ ਵੈਂਡੇਟਾ ਪੋਲਿਟਿਕਸ, ਜਾਂ ਇਹ ਕਾਂਗਰਸ ਪਾਰਟੀ ਦਾ ਨੁਕਸਾਨ ਕਰਦੀ ਰਹੀ ਆ, ਤੇ ਉਸੇ ਤਹਿਤ ਉਹਨਾਂ ਨੇ ਗੱਲ ਆਖੀ ਹੈ ਕਿ ਜੀ ਅਸੀਂ ਆਪਦੇ ਸੈਂਟੀਮੈਂਟਸ ਤੁਹਾਨੂੰ ਦੱਸਦੇ ਆ ਕਿ ਇਹਨਾਂ ਨੇ ਪੰਜਾਬ ਦੇ 'ਚ ਏਦਾਂ ਦੀਆਂ ਕਾਰਵਾਈਆਂ ਕੀਤੀਆਂ। ਨੋ ਡਾਊਟ ਅੱਜ ਲੋਕਤੰਤਰ ਖਤਰੇ ਦੇ ਵਿੱਚ ਹੈ। ਜਿਸ ਤਰ੍ਹਾਂ ਦਾ ਬੀਜੇਪੀ ਦਾ ਤਾਨਾਸ਼ਾਹੀ ਰਵੱਈਆ, ਉਹਦੇ ਵਿਰੁੱਧ ਡਟ ਕੇ ਖੜੇ ਹੋਣੇ ਚਾਹੀਦਾ। ਪਰ ਮੈਂ ਤੁਹਾਡੀ ਇੱਕ ਗੱਲ ਨਾਲ ਬਿਲਕੁਲ ਸਹਿਮਤ ਹਾਂ, ਕਿਤੇ ਨਾ ਕਿਤੇ ਮੋਰਲ ਐਸਪੈਕਟਸ ਵੀ ਬੰਦੇ ਦੇ ਹੋਣੇ ਚਾਹੀਦੇ ਆ ਕਿ ਅਸੀਂ ਪਹਿਲਾਂ ਕੀ ਕਹਿੰਦੇ ਸੀ, ਅਸੀਂ ਹੁਣ ਕੀ ਕਹਿੰਦੇ ਸੀ। ਕਾਂਗਰਸ ਪਾਰਟੀ ਦੀ ਜਿਹੜੀ ਸਟੇਟ ਲੀਡਰਸ਼ਿਪ ਆ ਉਹਨੇ ਗੱਲ ਕਲੀਅਰ ਕਰਕੇ ਅੱਜ ਮੀਟਿੰਗ ਦੇ ਵਿੱਚ ਕੀ ਹੋਇਆ ਕੀ ਨਹੀਂ, ਉੱਪਰ ਲੈਵਲ ਦੀਆਂ ਗੱਲਾਂ, ਪਰ ਜਿੱਥੋਂ ਤੱਕ ਪੰਜਾਬ ਲੈਵਲ ਦੀਆਂ ਮੀਟਿੰਗ ਦੇ ਵਿੱਚ ਅਸੀਂ ਬੈਠੇ ਆ ਜਾਂ ਅਸੀਂ ਵਿਚਾਰ ਸੁਣੇ ਆ, ਉਹਨਾਂ ਦੀ ਇਹੀ ਗੱਲ ਹੈ ਕਿ ਇਹ ਜਿਹੜਾ ਗਠਬੰਧਨ ਹੈ ਨਹੀਂ ਹੋਣਾ ਚਾਹੀਦਾ। ਠੀਕ ਹੈ ਭੁੱਲਰ ਸਾਹਿਬ, ਗੱਲ ਇਹ ਆ ਜਦੋਂ ਇਹ ਜਿਹੜੀ ਤਾਨਾਸ਼ਾਹੀ ਦਾ ਜ਼ਿਕਰ ਇਹ ਦੋ ਬੁਲਾਰਿਆਂ ਨੇ ਕੀਤਾ ਹੈ ਤੇ ਹੋਰ तमाम ਧਿਰਾਂ ਕਰ ਰਹੀਆਂ ਨੇ, ਕੇਂਦਰ ਸਰਕਾਰ ਦੀ ਜਿਹੜੀਆਂ ਨੀਤੀਆਂ ਦਾ ਵਿਰੋਧ ਹੋ ਰਿਹਾ, ਉਹ ਸਭ ਦੇ ਦਰਮਿਆਨ ਅਕਾਲੀ ਦਲ ਕਿਤੇ ਨਾ ਕਿਤੇ ਫੇਰ ਤੋਂ ਗੱਠਜੋੜ ਤੋੜਨ ਤੋਂ ਬਾਅਦ ਵੀ ਹਮਾਇਤ ਦੇ ਵਿੱਚ ਖੜਾ ਹੋਇਆ ਹੁੰਦਾ ਨਜ਼ਰ ਆਉਂਦਾ। ਦੇਖੋ, ਗੱਲ ਇਸ ਤਰ੍ਹਾਂ ਹੈ ਕਿ ਅੱਜ
ਤਾਨਾਸ਼ਾਹੀ ਕਰਨ ਵਾਲੀ ਪਾਰਟੀ ਜਿਹੜੀ ਹੈ ਤਾਨਾਸ਼ਾਹੀ ਦੇ ਖਿਲਾਫ ਗੱਲ ਕਰ ਰਹੀ ਹੈ। ਇਹ ਹੈਰਾਨਗੀ ਵਾਲੀ ਗੱਲ ਹੈ। ਪੰਜਾਬ ਦੇ ਵਿੱਚ ਇੱਕ ਪੱਤਰਕਾਰ ਅਗਰ ਕੋਈ ਸਵਾਲ ਕਰਦਾ ਹੈ ਤੇ ਉਹਨੂੰ ਝੂਠਾ ਕੇਸ ਪਾ ਕੇ ਜੇਲ੍ਹ ਕਰ ਦਿੱਤੀ ਜਾਂਦੀ ਹੈ। ਅਗਰ ਕੋਈ ਇਹਨਾਂ ਨੂੰ ਕਿਸਾਨ ਗੱਲ ਕਰਦੇ ਨੇ ਤੇ ਇਹ ਕਹਿ ਦਿੱਤਾ ਜਾਂਦਾ ਹੈ ਵੀ ਕਿਸਾਨ ਤੇ ਐਵੇਂ ਧਰਨੇ ਲਾਈ ਜਾਂਦੇ ਆ। ਅੱਜ ਜਿਹਦੇ ਤੇ ਦਿਲ ਕਰਦਾ ਹੈ ਵਿਜੀਲੈਂਸ ਦੀ ਇਨਕੁਆਇਰੀ ਬਿਠਾ ਦਿੰਦੇ ਨੇ, ਵਿਜੀਲੈਂਸ ਦੇ ਛਾਪੇ ਮਰਵਾ ਦਿੰਦੇ ਨੇ। ਅੱਜ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਪੈਦਾ ਕੀਤੇ ਗਏ ਨੇ ਕੀ ਉਹ ਕਿਸੇ ਤਾਨਾਸ਼ਾਹ ਤੋਂ ਘੱਟ ਨੇ? ਮੈਂ ਹੈਰਾਨ ਹੁੰਦਾ ਹੈ ਕਿ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਅੱਜ ਤਾਨਾਸ਼ਾਹੀ ਦਾ ਦੌਰ ਲੈ ਕੇ ਆਂਦਾ ਹੈ, ਉਹ ਜਦੋਂ ਉਹਨਾਂ ਦੇ ਉੱਤੇ ਆ ਕੇ ਪਈ ਹੈ ਤੇ ਫਿਰ ਇੰਨੀ ਤਰਲੋ ਮੱਛੀ ਕਿਉਂ ਹੁੰਦੇ ਆ? ਇਹਦੇ ਬਰਾਬਰ ਦਾ ਹੀ ਕੰਮ ਹੈ ਨਾ। ਜੋ ਪੰਜਾਬ 'ਚ ਕਰ ਰਹੇ ਨੇ ਉਹ ਇਹਨਾਂ ਨਾਲ ਉੱਥੇ ਹੋ ਰਿਹਾ। ਤੇ ਇਸ ਕਰਕੇ ਦੇਖੋ ਇਹਦੇ ਟਿਟ ਫॉर ਟੈਟ ਹੈ। ਔਰ ਇਹ ਤੇ ਜਿਹਨੂੰ ਕਹਿੰਦੇ ਵੀ ਜਿਹੜਾ ਤੁਸੀਂ ਬੀਜੋਗੇ ਉਹ ਜਿਹੇ ਤੁਸੀਂ ਕੱਟੋਗੇ, ਇਹ ਉਹ ਚੀਜ਼ ਚੱਲ ਰਹੀ ਹੈ। ਜਿਹੜੀ ਕੇਂਦਰ ਸਰਕਾਰ ਹੈ ਉਹ ਉੱਥੇ ਕਰ ਰਹੀ ਹੈ ਤੇ ਇਹ ਪੰਜਾਬ 'ਚ ਕਰ ਰਹੇ ਨੇ। ਪੰਜਾਬ 'ਚ ਅੱਜ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਹੈ। ਇਹਨਾਂ ਦੇ ਖਿਲਾਫ ਕੋਈ ਸਵਾਲ ਨਹੀਂ ਕਰ ਸਕਦਾ ਇਹਨਾਂ ਨੂੰ। ਅਗਰ ਕੋਈ ਸਵਾਲ ਕਰਦਾ ਹੈ ਤੇ ਨਹੀਂ, ਅਕਾਲੀ ਦਲ ਇਸ ਸਥਿਤੀ ਦੇ ਵਿੱਚ ਇਕੱਲਾ ਮੁਖਰ ਹੋ ਕੇ ਕਿਉਂ ਨਹੀਂ ਚੱਲ ਸਕਦਾ? ਕਿਉਂ ਹਮੇਸ਼ਾ ਉਸ ਨੂੰ ਕਿਸੇ ਨਾ ਕਿਸੇ ਸਹਾਰੇ ਸਾਥ ਦੀ ਜ਼ਰੂਰਤ ਹੈ? ਧਾਰੀਵਾਲ ਸਾਹਿਬ, ਤੁਹਾਨੂੰ ਕਿਹਨੇ ਕਹਿਤਾ ਵੀ ਅਸੀਂ ਕੋਈ ਸਹਾਰਾ ਲੱਭ ਰਹੇ ਹਾਂ? ਅਸੀਂ ਕੋਈ ਸਹਾਰਾ ਨਹੀਂ ਲੱਭ ਰਹੇ। ਜਿਹੜੀ ਇੱਕ ਬਾਰ-ਬਾਰ ਚਾਹੇ ਉਹ ਇਹ ਆਮ ਆਦਮੀ ਪਾਰਟੀ ਹੈ ਚਾਹੇ ਹੋਰਨਾਂ ਪਾਸਿਓਂ ਦੀ ਜਿਹੜੀ ਗੱਲ ਆ ਰਹੀ ਹੈ, ਕਿਉਂਕਿ ਪੰਜਾਬ ਦੇ ਵਿੱਚ ਅਗਰ ਜਿਹੜੀਆਂ ਦਿੱਲੀ ਤੋਂ ਚੱਲਦੀਆਂ ਹੋਈਆਂ ਸਰਕਾਰਾਂ ਨੇ ਜਾਂ ਦਿੱਲੀ ਤੋਂ ਚੱਲਦੀਆਂ ਹੋਈਆਂ ਪਾਰਟੀਆਂ ਨੇ, ਉਹਨਾਂ ਨੂੰ ਇੱਕੋ ਇੱਕ ਪਾਰਟੀ ਤੋਂ ਖਤਰਾ ਹੈ ਜਾਂ ਇੱਕੋ ਇੱਕ ਧਿਰ ਤੋਂ ਖਤਰਾ ਹੈ, ਉਹ ਹੈ ਸ਼੍ਰੋਮਣੀ ਅਕਾਲੀ ਦਲ, ਜਿਹੜੀ ਪੰਜਾਬ ਦੀ ਆਪਣੀ ਪਾਰਟੀ ਹੈ। ਉਹਨਾਂ ਨੂੰ ਇਹ ਡਰ ਲੱਗਦਾ ਹੈ ਵੀ ਕੱਲ ਨੂੰ ਇਹ ਤਕੜੇ ਹੋ ਕੇ ਫਿਰ ਦੁਬਾਰਾ ਅਗਰ ਆ ਜਾਂਦੇ ਆ ਤੇ ਫਿਰ ਸਾਡਾ ਕਿਤੇ ਕੋਈ ਹਿਸਾਬ ਦਾ ਬਣਨਾ ਨਹੀਂ। ਇਸ ਕਰਕੇ ਉਹ ਹਰ ਹਿੱਲੇ ਜਿਹੜਾ ਹੈ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਆ। ਜਿਹੜੀ ਇਹ ਗੱਲ ਕਰਦੇ ਵੀ ਉੱਥੇ ਜੀ ਜਿਹੜਾ ਪਾਰਲੀਮੈਂਟ ਦਾ ਜਿਹੜਾ ਉਦਘਾਟਨ ਹੋਇਆ ਵੀ ਉਹ 'ਚ ਜਾਣ ਦੀ, ਉਹ ਸਾਰਿਆਂ ਨੂੰ ਇਨਵੀਟੇਸ਼ਨ ਸੀਗਾ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਨੂੰ। ਐਜ਼ ਏ ਮੈਂਬਰ ਪਾਰਲੀਮੈਂਟ ਸਰਦਾਰ ਸੁਖਬੀਰ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਜਿਹੜੇ ਉਹ ਗਏ ਨੇ। ਉਹ 'ਚ ਕਿਸੇ ਦਾ ਜਾਣਾ ਜਾਂ ਨਾ ਜਾਣਾ ਆਪਣੀ ਮਰਜ਼ੀ ਸੀ। ਨਹੀਂ, ਇਸੇ ਪਾਰਲੀਮੈਂਟ ਦੇ ਵਿੱਚ ਪਾਸ ਹੋਏ ਕਾਨੂੰਨ ਕਰਕੇ ਹੀ ਤੁਹਾਡਾ ਰੌਲਾ ਰੱਪਾ ਪਿਆ ਸੀਗਾ। ਚਲੋ ਮੈਂ ਇਹ ਵੀ ਗੱਲਾਂ ਛੱਡ ਦਿੰਦਾ, ਇਹ ਸਾਰੇ ਇਲਜ਼ਾਮ ਵੀ ਛੱਡ ਦੇਣਾ। ਗੱਲ ਉੱਥੇ ਆ ਕੇ ਖੜੀ ਹੁੰਦੀ ਹੈ ਕਿ ਬੀਜੇਪੀ ਤਾਂ ਕਹਿੰਦੀ ਵੀ ਠੀਕ ਹੈ ਅਸੀਂ ਤਾਂ ਇਕੱਲੇ ਲੜ ਲਾਂਗੇ, ਜਿਹਨੇ ਆਉਣਾ ਭਾਈ ਸਾਡੇ ਸਮੁੰਦਰ ਦੇ ਵਿੱਚ ਆ ਜਾਓ ਕੁੱਦ ਲਓ, ਪਰ ਨਾਮ ਬੀਜੇਪੀ ਦਾ ਰਹੇਗਾ, ਝੰਡਾ ਜਿਹੜਾ ਬੀਜੇਪੀ ਦਾ ਰਹੇਗਾ, ਕਮਲ ਦਾ ਫੁੱਲ ਹੋਵੇਗਾ। ਪਰ ਤੁਹਾਨੂੰ ਹਾਥੀ ਦਾ ਜਿਹੜਾ ਹੈ ਉਹ ਸਹਾਰਾ ਲੈਣਾ ਪਿਆ, ਹਾਥੀ ਦੀ ਸਫਾਰੀ ਦੇ ਉੱਤੇ ਇਲੈਕਸ਼ਨ ਲੜਨੀ ਪਈ। ਦੇਖੋ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਬੀਜੇਪੀ ਕੀ ਕਹਿੰਦੀ ਹੈ ਕੀ ਨਹੀਂ ਕਹਿੰਦੀ, ਇਹ ਤੇ ਉਹਨਾਂ ਦਾ ਆਪਣਾ ਇੱਕ ਮਾਮਲਾ ਹੈਗਾ। ਔਰ ਮੈਨੂੰ ਨਹੀਂ ਲੱਗਦਾ ਵੀ ਸਾਡੇ 'ਚੋਂ ਕਿਸੇ ਨੇ ਵੀ, ਚਾਹੇ ਸਰਦਾਰ ਸੁਖਬੀਰ ਬਾਦਲ ਨੇ, ਕਿਸੇ ਨੇ ਕਿਹਾ ਹੋਵੇ ਜਿਹਦੇ ਉੱਤੇ ਇਹਨਾਂ ਨੂੰ ਬਾਰ-ਬਾਰ ਜਿਹੜੀ ਹੈਗੀ ਹੈ ਸਪਸ਼ਟੀਕਰਨ ਦੇਣਾ ਪੈਂਦਾ, ਚਾਹੇ ਉਹ ਕੋਹਲੀ ਆਪਣੇ ਪੁਰੀ ਸਾਹਿਬ ਵੱਲੋਂ ਪਿੱਛੇ ਦਿੱਤਾ ਗਿਆ ਵੀ ਅਸੀਂ ਕੋਈ ਸਮਝੌਤਾ ਨਹੀਂ ਕਰਨਾ। ਇਹ ਆਪਣੀ ਜਿਹੜੇ ਕਿਤੇ ਨਾ ਅੰਦਰੋਂ ਜਿਹੜੇ ਹੈਗਾ ਡਰ ਹੈ ਇਹਨਾਂ ਨੂੰ, ਹੋਰ ਕੁਝ ਨਹੀਂ। ਔਰ ਅਸੀਂ ਤੇ ਕਿਤੇ ਨਹੀਂ ਕਿਹਾ ਵੀ ਅਸੀਂ ਸਮਝੌਤਾ ਕਰਨਾ ਚਾਹੁੰਦੇ ਹਾਂ ਜਾਂ ਅਸੀਂ ਇਕੱਲਿਆਂ ਇਲੈਕਸ਼ਨ ਨਹੀਂ ਲੜਨਾ ਚਾਹੁੰਦੇ ਹੈਗੇ। ਠੀਕ ਹੈ, ਸਾਡਾ ਬੀਐਸਪੀ ਨਾਲ ਪਹਿਲਾਂ ਵੀ ਸਮਝੌਤਾ ਸੀਗਾ, ਬੀਜੇਪੀ ਦੇ ਨਾਲ ਸਮਝੌਤੇ ਤੋਂ ਪਹਿਲਾਂ ਅਸੀਂ ਉਹ ਵੀ ਇਲੈਕਸ਼ਨ ਲੜੀ ਹੈ। ਔਰ ਸਾਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਜਿਹੜਾ ਹੈਗਾ ਸ਼੍ਰੋਮਣੀ ਅਕਾਲੀ ਦਲ ਅਗਰ ਕੰਬੀਨੇਸ਼ਨ ਦੇ ਵਿੱਚ ਆਉਂਦਾ ਹੈਗਾ ਤੇ ਉਹਦੇ 'ਚ ਇੱਕ ਸਾਂਝਵਾਲਤਾ ਜਿਹੜਾ ਮੈਸੇਜ ਹੈ, ਚਾਹੇ ਉਹ ਜਿਸ ਤਰ੍ਹਾਂ ਬੀਜੇਪੀ ਨਾਲ ਸੀਗਾ, ਬੀਜੇਪੀ ਨਾਲ ਸਿਰਫ ਇਸੇ ਕਰਕੇ ਇੱਕ ਸਾਂਝਵਾਲਤਾ ਬਣੀ ਸੀ ਕਿ ਹਿੰਦੂ ਸਿੱਖ ਜਿਹੜਾ ਇੱਕ ਪਾੜਾ ਸੀਗਾ, ਕਿਤੇ ਨਾ ਕਿਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਣਾ ਨੇ ਉਸ ਟਾਈਮ ਇੱਕ ਸੂਝ ਆਪਣੀ ਦਿਖਾਉਂਦਿਆਂ ਹੋਇਆ ਵਾਜਪਾਈ ਜੀ ਉਹਨਾਂ ਨਾਲ ਜਿਸ ਤਰ੍ਹਾਂ ਗੱਲਬਾਤ ਕਰਕੇ ਔਰ ਉਸ ਤੋਂ ਬਾਅਦ ਇੱਕ ਕੰਬੀਨੇਸ਼ਨ ਤਿਆਰ ਕੀਤਾ, ਉਹਦੇ ਨਾਲ ਮਾਹੌਲ ਜਿਹੜਾ ਬੜਾ ਨਾਰਮਲ ਹੋਇਆ। ਜਿਹੋ ਜਿਹਾ ਮਾਹੌਲ ਪਹਿਲਾਂ ਸੀਗਾ, ਇੱਕ ਦੂਜੇ ਨੂੰ ਵੇਖ ਕੇ ਰਾਜੀ ਨਹੀਂ ਸੀਗੇ ਲੋਕ, ਲੇਕਿਨ ਜਿਹੜੀਆਂ 3 ਸਰਕਾਰਾਂ ਗਈਆਂ ਉਹਨਾਂ ਦੇ ਵਿੱਚ ਇੱਕ ਬੜਾ ਵਧੀਆ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਕ੍ਰੀਏਟ ਹੋਇਆ। ਔਰ ਮੈਨੂੰ ਲੱਗਦਾ ਕਿ ਜਿਹੜਾ ਆਉਣ ਵਾਲਾ ਟਾਈਮ ਵੀ ਹੈ, ਜੋ ਅੱਜ ਹਾਲਾਤ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਹ ਫਿਰ ਉਸੇ ਮਾਹੌਲ ਨੂੰ ਕ੍ਰੀਏਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਚਾਹੇ ਉਹ ਜਿਹੜੀ ਕੇਂਦਰ ਸਰਕਾਰ ਵੱਲੋਂ ਹੋਈ ਹੋਵੇ, ਏਜੰਸੀਆਂ ਵੱਲੋਂ ਹੋਈ ਹੋਵੇ, ਚਾਹੇ ਉਹ ਪੰਜਾਬ ਦੀਆਂ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਹੈ। ਉਹ ਬਰਾਬਰ ਉਸੇ ਤਰੀਕੇ ਨਾਲ 80 ਦਾ ਦਹਾਕਾ ਸੀਗਾ, ਉਸ ਟਾਈਪ ਦਾ ਫਿਰ ਜਿਹੜਾ ਮਾਹੌਲ ਕ੍ਰੀਏਟ ਕਰਕੇ ਇੱਕ ਵੰਡੀਆਂ ਪਾਉਣ ਦੀ ਜਿਹੜੀ ਕੋਸ਼ਿਸ਼ ਹੈ, ਉਹ ਸਿਰਫ ਵੋਟ ਬੈਂਕ ਦੇ ਚੱਕਰ ਵਿੱਚ ਕੀਤੀ ਜਾ ਰਹੀ ਹੈ। ਔਰ ਅਸੀਂ ਉਸ ਚੀਜ਼ ਦੇ ਵਿਰੋਧ 'ਚ ਹੈ ਹੀ ਹਾਂ ਆਲਰੇਡੀ, ਔਰ ਅਸੀਂ ਜਿਸ ਤਰ੍ਹਾਂ NSA ਦਾ ਵਿਰੋਧ ਵੀ ਕੀਤਾ, ਪਰ ਅਸੀਂ ਕਿਸੇ ਨਾਲ ਵੀ ਅੱਜ ਦੀ ਡੇਟ ਦੇ ਵਿੱਚ ਸਮਝੌਤੇ ਵਾਲੀ ਗੱਲ ਨਹੀਂ ਕਰਦੇ। ਸਾਡਾ ਬੀਐਸਪੀ ਨਾਲ ਹੈਗਾ ਔਰ ਬੀਐਸਪੀ ਨਾਲ ਰਹੇਗਾ। ਠੀਕ ਹੈ ਕਪੂਰ ਸਾਹਿਬ, ਗੱਲ ਇਹ ਹੈ ਕੋਈ ਇੱਕ ਕਵੇ ਤਾਂ ਮੈਂ ਮੰਨਾਂ, ਇਸ ਤੁਹਾਡੇ ਇਸ ਚਰਚਾ ਦੇ ਵਿੱਚ ਜਿੰਨੇ ਕੋ ਪੈਨਲਿਸਟ ਹੈ ਉਹ ਤਾਨਾਸ਼ਾਹੀ ਦਾ, ਡਿਕਟੇਟਰਸ਼ਿਪ ਦਾ ਇਲਜ਼ਾਮ ਲਾ ਰਹੇ। ਉਸ ਤੋਂ ਇਲਾਵਾ ਤੁਹਾਡੇ ਨਾਲ ਕਦੇ ਅਲਾਈਅੰਸ ਦੇ ਵਿੱਚ ਰਹੇ ਤੇ ਬਾਹਰ ਆ ਕੇ ਧਿਰਾਂ ਵੀ ਇਹੀ ਇਲਜ਼ਾਮ ਲਾਉਂਦੀਆਂ ਕਿ ਆਪਣੀ ਸ਼ਾਨ ਦੇ ਵਿੱਚ ਕਿਸੇ ਨੂੰ ਪੈਦਾ ਨਹੀਂ ਹੋਣ ਦੇਣ ਵਾਲੀ ਜਮਾਤ ਹੈ। ਅਜਿਹਾ ਰਵੱਈਆ ਕਿਉਂ, ਜਦੋਂ ਪਤਾ ਹੈ ਵੀ ਲੋਕਤੰਤਰ ਹੈ, ਲੋਕ ਕੁਝ ਸਮੇਂ ਬਾਅਦ ਜਾਗ ਪੈਂਦੇ ਆ।
ਇਹਨਾਂ ਦਾ ਇਕੱਠ, ਇਹਨਾਂ ਦਾ ਏਕਾ ਵੱਡੇ ਵੱਡਿਆਂ ਨੂੰ ਥੱਲੇ ਡੇਗ ਲੈਂਦਾ, ਫਿਰ ਵੀ ਇਹ ਵਤੀਰਾ, ਇਹ ਵਰਤਾਰਾ ਕਿਉਂ? ਧਾਲੀਵਾਲ ਜੀ, ਮੈਨੂੰ ਤੇ ਬੜੀ ਹੈਰਾਨੀ ਹੁੰਦੀ ਹੈ ਕਿ ਤਾਨਾਸ਼ਾਹੀ ਦਾ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਲਗਾਇਆ ਜਾ ਰਿਹਾ ਹੈ। ਕਾਂਗਰਸ ਇੱਥੇ ਬੈਠੀ ਹੋਈ ਹੈ, ਇਹ ਐਮਰਜੈਂਸੀ ਦੇ ਦਿਨ ਭੁੱਲ ਗਏ ਹੈ ਜਿਸ ਤਰੀਕੇ ਦੀ ਤਾਨਾਸ਼ਾਹੀ ਉਸ ਟਾਈਮ ਹਿੰਦੁਸਤਾਨ ਨੇ ਦੇਖੀ, ਔਰ ਜਿਸ ਤਰੀਕੇ ਇਹਨੇ ਹਿੰਦੁਸਤਾਨ ਦੇ ਸਾਰੇ ਸੀਨੀਅਰ ਲੀਡਰਸ, ਓਪੋਜੀਸ਼ਨ ਦੇ ਜਿੰਨੇ ਸੀਨੀਅਰ ਲੀਡਰ ਹੈਗੇ ਸੀ, ਉਹਨਾਂ ਨੂੰ ਚੁੱਕ ਚੁੱਕ ਕੇ ਜੇਲ੍ਹਾਂ ਵਿੱਚ ਸੁੱਟਿਆ ਔਰ ਜਿਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ। ਅੱਜ ਇਹ ਪਾਰਟੀ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਤੇ ਤਾਨਾਸ਼ਾਹੀ ਦਾ ਇਲਜ਼ਾਮ ਲਗਾ ਰਹੀ ਹੈ। ਇਹ ਉਹ ਪਾਰਟੀ ਹੈ ਕਾਂਗਰਸ ਜਿਹਨੇ 1984 ਦੇ ਦੰਗਿਆਂ ਦੇ ਵਿੱਚ 3000 ਸਿੱਖਾਂ ਨੂੰ ਸਰੇਆਮ ਉੱਥੇ ਮਾਰ ਦਿੱਤਾ ਦਿੱਲੀ ਦੇ ਵਿੱਚ। ਇਹ ਉਹ ਪਾਰਟੀ ਤਾਨਾਸ਼ਾਹੀ ਦਾ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਲਗਾਉਂਦੀ ਹੈ। ਤੇ ਇਹ ਗੱਲ ਸੁਣ ਕੇ ਮੈਂ ਸਿਰਫ ਹੱਸਾਂ ਨਾ ਤੇ ਔਰ ਕੀ ਕਰਾਂ। ਦੂਜੀ ਗੱਲ ਕਰਨਾ ਚਾਹਨਾ ਆਮ ਆਦਮੀ ਪਾਰਟੀ ਦੀ ਹੈ। ਤਾਂ ਚਲੋ ਹਾਲੇ ਇਹਨਾਂ ਨੂੰ ਬੜਾ ਥੋੜਾ ਟਾਈਮ ਹੋਇਆ ਵੈ ਆਪਣੀ ਹੋਂਦ ਬਣਾਏ ਹੋਏ, ਜਾ ਕੇ 1 ਸਾਲ ਹੀ ਹੋਇਆ ਸੀ ਇਹਨਾਂ ਨੂੰ ਪੰਜਾਬ ਦੀ। ਚਾਹੇ ਜਦੋਂ ਦੇ ਪੰਜਾਬ ਦੇ ਵਿੱਚ ਆਏ ਹੈ, ਜਿਸ ਤਰੀਕੇ ਇਹਨਾਂ ਨੇ ਬੱਗਾ ਤੇ FIR ਕਰਾਈ ਪੰਜਾਬ ਦੇ ਵਿੱਚ, ਅਲਕਾ ਲਾਂਬਾ ਤੇ ਕਰਾਈ, ਕੁਮਾਰ ਵਿਸ਼ਵਾਸ ਤੇ ਕਰਾਈ, ਇਹ ਤਾਨਾਸ਼ਾਹੀ ਨਹੀਂ ਹੈਗੀ ਸੀ ਤੇ ਔਰ ਕੀ ਹੈਗੀ ਸੀ? ਕਿਸੇ ਨੂੰ ਤੇ ਬੋਲਣ ਨਹੀਂ ਦੇਣਾ ਚਾਹੁੰਦੇ। ਉਹ ਲੋਕ ਦਿੱਲੀ ਬੈਠੇ ਹੋਏ ਆ, ਦਿੱਲੀ FIR ਕਰਾਉਣ ਦੇ ਬਜਾਏ ਪੰਜਾਬ ਦੇ ਵਿੱਚ ਉਹਨਾਂ ਤੇ FIR ਹੋ ਰਹੀ ਹੈ ਔਰ ਸਰੇਆਮ ਕਾਨੂੰਨ ਦੀਆਂ ਧੱਜੀਆਂ ਉਡਾਈ ਜਾ ਰਹੀਆਂ ਹੈ ਔਰ ਇਹ ਲੋਕ ਤਾਨਾਸ਼ਾਹੀ ਦਾ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਲਗਾਉਂਦੇ ਪਏ। ਸੋ ਜਿੱਥੋਂ ਤੱਕ ਅਕਾਲੀ ਦਲ ਦੀ ਗੱਲ ਹੈ, ਦੇਖੋ ਅਕਾਲੀ ਦਲ ਨਾਲ ਆਪਾਂ ਜਿੰਨੇ ਸਾਲ ਵੀ ਪੰਜਾਬ ਦੀ ਰਾਜਨੀਤੀ ਚ ਰਹੇ ਹਾਂ, ਸਾਡਾ ਹਮੇਸ਼ਾ ਮੋਟਿਵ ਰਿਹਾ ਹੈ ਕਿ ਸਾਨੂੰ ਭਾਵੇਂ ਸੀਟਾਂ ਘੱਟ ਮਿਲਦੀਆਂ ਰਹੀਆਂ, ਆਪਾਂ ਸਿਰਫ 23 ਸੀਟਾਂ ਤੇ ਲੜਦੇ ਰਹੇ ਹਾਂ ਪੰਜਾਬ ਦੇ ਵਿੱਚ, ਔਰ 95 ਸੀਟਾਂ ਤੇ ਅਕਾਲੀ ਦਲ ਲੜਦਾ ਰਿਹਾ ਔਰ ਅਕਾਲੀ ਦਲ ਹਮੇਸ਼ਾ ਇੱਕ ਵੱਡੇ ਭਰਾ ਦੀ ਭੂਮਿਕਾ ਚ ਰਿਹਾ ਔਰ ਵੱਡੇ ਬਾਦਲ ਸਾਹਿਬ ਨੇ, ਭਗਵਾਨ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਵੇ, ਉਹਨਾਂ ਨੇ ਬੜੇ ਅੱਛੇ ਤਰੀਕੇ ਜਿਹੜਾ ਇੱਕ ਕੋਲੀਸ਼ਨ ਗਵਰਨਮੈਂਟ ਉਹਨਾਂ ਨੂੰ ਚਲਾਇਆ। ਇਹਦੇ ਚ ਕੋਈ ਦੋ ਰਾਏ ਨਹੀਂ ਗਈ, ਇਹ ਉਹਨਾਂ ਦੀ ਪਿੱਠ ਸੁਣੀਂਦੀ ਗਈ ਹੈ ਜਾ ਕੇ। ਆਪਾਂ ਵੀ ਆਪਣਾ ਵਿਸਤਾਰ ਕਰਨ ਦੀ ਕੋਸ਼ਿਸ਼ ਇਸ ਕਾਰਨ ਨਹੀਂ ਕੀਤੀ ਕਿ ਪੰਜਾਬ ਦੇ ਵਿੱਚ ਸ਼ਾਂਤੀ ਦਾ ਮਾਹੌਲ ਸੀ, ਪੰਜਾਬ ਦੇ ਵਿੱਚ ਹਰ ਚੀਜ਼ ਸਹੀ ਤਰੀਕੇ ਚੱਲਦੀ ਪਈ, ਬੈਰਿੰਗ ਛੋਟੀ ਮੋਟੀ ਰਾਜਨੀਤਿਕ ਗੱਲਾਂ ਚਲੋ ਚੱਲਦੀਆਂ ਰਹਿੰਦੀਆਂ, ਇੱਕ ਵੱਖਰਾ ਇਸ਼ੂ ਹੈ। ਬਟ ਮਗਰ ਮੈਂ ਮੌਜੂਦਾ ਬਿਲਕੁਲ ਸਹੀ ਤੌਰ ਤੇ ਦੇਖਾਂ ਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਅਗਵਾਈ ਦੇ ਵਿੱਚ ਆਪਾਂ ਜੇ ਘੱਟ ਸੀਟਾਂ ਤੇ ਵੀ ਲੜੇ ਆ ਤਾਂ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪੂਰਾ ਇੱਜ਼ਤ ਮਾਨ ਦਿੱਤਾ ਹੈ ਔਰ ਆਪਾਂ ਵੀ ਉਹਦੇ 'ਚ ਖੁਸ਼ੀ ਮਾਨੀ ਹੈ ਕਿ ਉਹਨਾਂ ਨੇ ਪੰਜਾਬ ਦੇ ਹਿੱਤਾਂ ਦੇ ਵਿੱਚ ਕੰਮ ਕੀਤਾ ਔਰ ਪੰਜਾਬ ਦੇ ਹਿੱਤਾਂ ਦੇ ਵਿੱਚ ਵੀ ਆਪਾਂ ਉਹਨਾਂ ਦੇ ਨਾਲ ਹਮੇਸ਼ਾ ਖੜੇ ਰਹੇ ਔਰ ਕਦੀ ਕੋਸ਼ਿਸ਼ ਨਹੀਂ ਕੀਤੀ ਗਈ ਕਿ ਸਾਡੀਆਂ ਸੀਟਾਂ ਵੀ ਵਧਾਈ ਜਾਣ। ਹਾਲਾਂਕਿ ਮੈਂ ਤੁਹਾਨੂੰ ਯਾਦ ਕਰਾਉਣਾ ਚਾਹੁੰਦਾ ਕਿ ਜਦੋਂ 2007 ਦੇ ਅਸੈਂਬਲੀ ਇਲੈਕਸ਼ਨ ਹੋਏ ਸੀ, ਉਦੋਂ ਸਾਡੇ 23 ਚੋਂ 19 MLA ਚੁਣ ਕੇ ਆਏ ਸੀ ਔਰ ਅਕਾਲੀ ਦਲ ਦੇ 48 MLA ਸੀ। ਈਵਨ ਕਿ ਉਹਦੇ ਬਾਅਦ ਜਦੋਂ 2012 ਚ ਇਲੈਕਸ਼ਨ ਹੋਏ ਤੇ ਆਪਾਂ 48-19 ਦੀ ਰੇਸ਼ੋ ਦੇ ਵਿੱਚ ਨਾ 2007 ਤੋਂ 12 ਦੇ ਪੀਰੀਅਡ ਦੇ ਵਿੱਚ ਸਾਰੀਆਂ ਚੇਅਰਮੈਨੀਆਂ ਔਰ ਮਿਨਿਸਟਰੀਆਂ ਵੰਡੀਆਂ ਸੀ, ਬਟ ਆਪਾਂ 48-19 ਦੀ ਰੇਸ਼ੋ ਚ ਉਹਨਾਂ ਕੋਲੋਂ ਅਸੈਂਬਲੀ ਦੀਆਂ ਸੀਟਾਂ ਨਹੀਂ ਮੰਗੀਆਂ ਕਿਉਂਕਿ ਆਪਾਂ ਬਾਦਲ ਸਾਹਿਬ ਨੂੰ ਆਪਣਾ ਲੀਡਰ ਭਾਰਤੀ ਜਨਤਾ ਪਾਰਟੀ ਮੰਨਦੀ ਸੀ, ਉਹਨਾਂ ਤੇ ਪੂਰਾ ਵਿਸ਼ਵਾਸ ਕਰਦੀ ਗਈ ਸੀ ਔਰ ਸਾਨੂੰ ਪੂਰੀ ਉਮੀਦ ਸੀ ਕਿ ਬਾਦਲ ਸਾਹਿਬ ਜਿੰਨੀ ਦੇਰ ਤੱਕ ਨੁਮਾਇੰਦਗੀ ਕਰਨਗੇ ਉਨੀ ਦੇਰ ਪੰਜਾਬ 'ਚ ਸ਼ਾਂਤੀ ਦੇ ਹਾਲਾਤ ਰਹਿਣਗੇ, ਆਪਾਂ ਤਾਂ ਵੀ ਉਹਨਾਂ ਨੂੰ ਸਪੋਰਟ ਕਰਦੇ ਰਹੇ। ਸੋ ਇਹ ਜਿਹੜੇ ਤਾਨਾਸ਼ਾਹੀ ਦੇ ਜਿਹੜੇ ਅੱਜ ਦੂਜੀ ਪਾਰਟੀਆਂ ਲਗਾਉਂਦੀਆਂ ਪਈਆਂ ਨਾ, ਇਹ ਇਸ ਕਾਰਨ ਲਗਾਉਂਦੀਆਂ ਪਈਆਂ ਕਿ ਆਪਣੀਆਂ ਪਿਛਲੀਆਂ ਨਾਕਾਮੀਆਂ ਨੂੰ ਛੁਪਾਉਂਦੀਆਂ ਪਈਆਂ ਹੀ ਹੈ। ਅੱਜ 2024 ਦਾ ਇਲੈਕਸ਼ਨ ਸਿਰ ਤੇ ਆ ਗਿਆ ਹੈਗਾ ਵੈ। ਅੱਜ ਇਹਨਾਂ ਨੂੰ ਨਜ਼ਰ ਆ ਰਿਹਾ ਕਿ ਦੇਸ਼ ਦੀ ਜਨਤਾ ਨਰਿੰਦਰ ਮੋਦੀ ਜੀ ਨੂੰ ਸੈਂਟਰ ਦੇ ਵਿੱਚ ਦੇਖਣਾ ਚਾਹੁੰਦੀ ਹੈ। ਜਿਸ ਤਰੀਕੇ ਦੀ ਉਹਨਾਂ ਨੇ ਵਿਕਾਸ ਦੇ ਕੰਮ ਆਪਣੇ 2014 ਤੋਂ ਆਉਣ ਤੋਂ ਬਾਅਦ ਚਾਲੂ ਕੀਤੇ, ਉਹ ਚਾਹੁੰਦੇ ਨੇ ਦੇਸ਼ ਦੇ ਲੋਕ ਕਿ ਇਹ ਜਿਹੜੀ ਧਾਰਾ ਬਹਿੰਦੀ ਪਈ ਹੈ ਨਾ, ਇਹ ਅੱਗੇ ਵੀ ਚੱਲਦੀ ਰਹੇ। ਅੱਜ ਇਸ ਚੀਜ਼ ਨੂੰ ਰੋਕਣ ਲਈ, ਇਹ ਵਿਕਾਸ ਦੀ ਧਾਰਾ ਨੂੰ ਰੋਕਣ ਲਈ ਇਹ ਇੱਕ ਤਾਨਾਸ਼ਾਹੀ ਦੇ ਇਲਜ਼ਾਮ ਭਾਰਤੀ ਜਨਤਾ ਪਾਰਟੀ ਤੇ ਲਗਾਏ ਜਾ ਰਹੇ। ਚਲੋ ਮੈਂ ਪੁੱਛ ਲੈਣਾ, ਠੀਕ ਹੈ ਚਹਿਲ ਸਾਹਿਬ, ਜਿਹੜੇ ਜਮਾਤਾਂ ਦੇ ਕਾਤਲ ਰਹੇ ਹੋਣ, ਅਦਾਰਿਆਂ ਦੇ ਕਾਤਲ ਰਹੇ ਹੋਣ, ਉਹ ਕਹਿੰਦੇ ਸਾਨੂੰ ਤਾਨਾਸ਼ਾਹੀ ਦੱਸ ਰਿਹਾ। ਦੇਖੋ ਨਵਜੋਤ ਜੀ, ਇਹ ਤਾਂ ਜਿਹੜੀ ਗੱਲ ਇਹ ਕਰੀ ਜਾਂਦੇ ਹੁਣ, ਇਹ ਪਹਿਲਾਂ ਕਹਿੰਦੇ ਸੀ ਆਮ ਆਦਮੀ ਵਾਲਿਆਂ ਤੇ ਮੈਨੂੰ ਹੱਥੋਂ ਤਾਂ ਮੈਨੂੰ ਹੱਸਾ ਇਹਨਾਂ ਤੇ ਬੇਟੀ ਬਚਾਓ ਬੇਟੀ ਪੜਾਓ ਦਾ ਨਾਰਾ ਦਿੱਤਾ ਤੇ ਉੱਥੇ ਧੀਆਂ ਕੁੱਟੀਆਂ ਜਾ ਰਹੀਆਂ। ਜੈ ਜਵਾਨ ਜੈ ਕਿਸਾਨ ਦੀ ਗੱਲ ਕੀਤੀ ਤਾਂ ਕਿਸਾਨਾਂ ਦੇ ਉੱਤੇ 3 ਕਾਲੇ ਕਾਨੂੰਨ ਲਿਆ ਕੇ 740 ਕਿਸਾਨ ਸ਼ਹੀਦ ਕਰ ਦਿੱਤੇ, ਪਰ ਫਿਰ ਵੀ ਨਹੀਂ ਮਾਫੀ ਮੰਗੀ ਕਿ ਬਹੁਤ ਮਾੜਾ ਹੋਇਆ। ਜਿਸ ਤਰ੍ਹਾਂ ਸਾਡੇ ਲੋਕਤੰਤਰ ਦੇ ਉੱਤੇ ਡਾਕੇ ਮਾਰੇ ਜਾ ਰਹੇ ਆ, ਜਿਸ ਤਰ੍ਹਾਂ ਲੋਕਾਂ ਨੂੰ ਈਡੀ ਦਾ ਡਰ ਪਾ ਕੇ ਆਪਦੀ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਇਆ ਜਾ ਰਿਹਾ, ਤੇ ਇਹਨੂੰ ਕੀ ਤੁਸੀਂ ਸਮਝਦੇ ਹੋ ਤਾਨਾਸ਼ਾਹੀ ਦਾ ਰਵੱਈਆ ਨਹੀਂ? ਅੱਜ ਤੁਹਾਡੇ ਪਹਿਲਾਂ ਜਦੋਂ ਤੁਸੀਂ ਸੈਗਮੈਂਟ ਸ਼ੁਰੂ ਕੀਤਾ, ਸੈਗਮੈਂਟ ਦੇ ਵਿੱਚ ਤੁਸੀਂ ਆਖਿਆ ਵੀ ਮਹਾਤਮਾ ਗਾਂਧੀ ਨੂੰ ਖਤਮ ਕਰਨ ਦੀਆਂ ਗੱਲਾਂ,
ਤੇ ਉਹ ਕਿੱਥੇ ਜਾਂਦੀ ਹੈ? ਉਹ ਤਾਨਾਸ਼ਾਹੀ ਰਵੱਈਆ ਹੀ ਹੈ। ਕੀ ਕਰਨਾ ਚਾਹੁੰਦੀ ਹੈ ਬੀਜੇਪੀ? ਨਰਿੰਦਰ ਮੋਦੀ ਦਾ ਸਿਰਫ ਇੱਕੋ ਗੱਲ ਹੈ ਕਿ ਮੋਦੀ ਹੋਵੇ, ਹੋਰ ਕੋਈ ਦੇਸ਼ ਦੇ ਵਿੱਚ ਖੜਾ ਨਾ ਹੋਣ ਦੇਵੇ। ਮੈਂ ਤੁਹਾਨੂੰ ਉਹੀ ਤਾਂ ਗੱਲ ਕਹਿ ਰਹੇ ਹੋ, ਕਹਿੰਦੇ ਇਸ ਵੇਵ ਤੋਂ ਤਾਂ ਵਿਰੋਧੀ ਡਰਦੇ ਆ, ਕਹਿੰਦੇ ਇਸ ਵੇਵ ਤੋਂ ਤਾਂ ਵੀ ਜਦੋਂ ਹਰ ਪਾਸੇ ਕਹਿੰਦੇ ਜੀ ਜਦੋਂ ਤੁਸੀਂ ਸਾਰੇ ਅਦਾਰਿਆਂ ਦੇ ਕਬਜ਼ੇ ਕਰ ਲਓਗੇ, ਸਾਰੇ ਅਦਾਰਿਆਂ ਨੂੰ ਇੱਕ ਬੀਜੇਪੀ ਦਾ ਹੈੱਡਕੁਆਟਰ ਬਣਾ ਦੋਗੇ, ਤਾਂ ਤੁਸੀਂ ਕੀ ਆਸ ਰੱਖਦੇ ਹੋ ਕਿ ਲੋਕਤੰਤਰ ਬਚੂਗਾ? ਡਰ ਦੀ ਕੋਈ ਗੱਲ ਨਹੀਂ ਹੈ। ਇਸ ਵੇਲੇ ਮੈਂ ਪਹਿਲਾਂ ਵੀ ਗੱਲ ਕਹੀ ਹੈ ਕਿ ਆਮ ਆਦਮੀ ਨਾਲ ਜਿਹੜੇ ਡਿਫਰੈਂਸਸ ਹੈ, ਬਟ ਅੱਜ ਸਭ ਤੋਂ ਵੱਡੀ ਗੱਲ ਹੈ ਲੋਕਤੰਤਰ ਨੂੰ ਬਚਾਉਣਾ, ਜਿਹੜਾ ਸਾਡਾ ਖਤਰੇ ਦੇ ਵਿੱਚ ਆ। ਜੀ ਮਿੱਤਲ ਸਾਹਿਬ, ਗੱਲ ਇਹ ਹੈ ਕਿ ਜਦੋਂ ਤੁਹਾਡੀ ਸੱਤਾ ਆਈ ਪੰਜਾਬ ਦੇ ਵਿੱਚ, ਉਦੋਂ ਜਿਹੜੇ ਕੰਮ ਦਿੱਲੀ ਦੀ ਪੁਲਿਸ ਅੰਡਰ ਨਾ ਹੋਣ ਕਰਕੇ ਕਰਨਾ ਚਾਹੁੰਦੇ ਸੀ, ਉਹ ਸਾਰੇ ਪੰਜਾਬ ਪੁਲਿਸ ਦੇ ਵੱਲੋਂ ਕਰਵਾਏ ਜਾ ਰਹੇ ਆ। ਧਾਲੀਵਾਲ ਸਾਹਿਬ ਕਹਿੰਦੇ ਆ, ਦੇਖੋ ਅੱਜ ਸਾਡੇ ਮੁਲਕ ਦੀ ਤਰਾਸਦੀ ਕੀ ਆ ਕਿ ਅੱਜ ਜੋ ਘਟਨਾਵਾਂ ਦਿੱਲੀ ਦੇ ਵਿੱਚ ਵਾਪਰ ਰਹੀਆਂ ਨੇ, ਜੰਤਰ ਮੰਤਰ ਤੇ ਵਾਪਰ ਰਹੀਆਂ ਨੇ, ਲਗਾਤਾਰ ਇੱਕ ਬਲਾਤਕਾਰੀ ਨੂੰ ਬਚਾਇਆ ਜਾ ਰਿਹਾ, ਕੇਂਦਰ ਸਰਕਾਰ ਵੱਲੋਂ ਮਨਮਰਜ਼ੀ ਕੀਤੀ ਜਾ ਰਹੀ ਹੈ, ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਜਾ ਰਿਹਾ, ਔਰ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਬੈਠੀ ਆ ਤਾਨਾਸ਼ਾਹੀ, ਉਹਦੀ ਜਵਾਬਦੇਹੀ ਤੈਅ ਕਰਨ ਦੀ ਬਜਾਏ ਅਸੀਂ ਵਿਰੋਧੀ ਪਾਰਟੀਆਂ ਜਿਹੜੀਆਂ ਕਿ ਸਿਰਫ ਇੰਨੀ ਮੰਗ ਕਰ ਰਹੀਆਂ ਨੇ ਕਿ ਹਿੰਦੁਸਤਾਨ ਦੇ ਅੰਦਰ, ਭਾਰਤ ਦੇ ਅੰਦਰ ਲੋਕਤੰਤਰ ਦੀ ਬਹਾਲੀ ਹੋਣੀ ਚਾਹੀਦੀ ਆ, ਲੋਕਤੰਤਰ ਦੀ ਰਾਖੀ ਹੋਣੀ ਚਾਹੀਦੀ ਆ, ਸੰਵਿਧਾਨ ਦੀ ਰਾਖੀ ਹੋਣੀ ਚਾਹੀਦੀ ਆ, ਸਿਰਫ ਇਹ ਮੰਗ ਕਰ ਰਹੀਆਂ ਨੂੰ ਖੜਾ ਕੀਤਾ ਜਾ ਰਿਹਾ। ਅੱਜ ਹੋਣਾ ਚਾਹੀਦਾ ਸੀ ਕਿ 1.5 ਮਹੀਨੇ ਤੋਂ ਉੱਥੇ ਜਿਹੜੇ ਪਹਿਲਵਾਨ ਬੈਠੇ ਨੇ ਉਹ ਕੀ ਮੰਗ ਕਰ ਰਹੇ ਨੇ ਕਿ ਬੀਜੇਪੀ ਦੇ ਬੁਲਾਰੇ ਨੇ ਉਸ ਤੇ ਆਪਣੇ ਸ਼ਬਦ ਬੋਲਿਆ ਕਿ ਅਕਾਲੀ ਦਲ ਨੂੰ ਸਪੋਰਟ ਕਰ ਰਿਹਾ, ਕਿ ਉਹਨੇ ਕਿਹਾ ਕਿ ਹਾਂਜੀ ਜਿਹੜਾ ਕੱਲ ਹੋਇਆ ਪਹਿਲਵਾਨਾਂ ਦੇ ਨਾਲ ਇਹ ਬੁਰਾ ਹੋਇਆ, ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਨੇ ਲਾਠੀਚਾਰਜ ਕੀਤਾ, ਪੁਲਿਸ ਨੇ ਉਲਟਾ ਤੇ ਲਾਠੀਚਾਰਜ ਕੀਤਾ, ਉਹਨਾਂ ਦੇ ਪੁਲਿਸੀਆ ਬੂਟਾਂ ਨੇ ਉਹਨਾਂ ਦੇ ਚਿਹਰੇ ਤਰੜੇ ਨੇ, ਤੁਹਾਡੇ ਚੈਨਲ ਲਗਾਤਾਰ ਦਿਖਾ ਰਹੇ ਨੇ। ਅਸਥਾਨਾ ਵਰਗੇ ਸੀਨੀਅਰ ਅਫਸਰ ਜਿਹੜੇ ਕਿ ਜਿਨ੍ਹਾਂ ਨੂੰ ਸ਼ਰਮ ਹੋਣੀ ਚਾਹੀਦੀ ਆ ਕਿ ਉਹ ਕੀ ਕੇਂਦਰ ਸਰਕਾਰ ਦੀ ਬੋਲੀ ਬੋਲ ਰਹੇ ਨੇ, ਤੇ ਅੱਜ ਬੜਾ ਸ਼ਰਮਨਾਕ ਵਰਤਾਰਾ ਇਹ ਹਿੰਦੁਸਤਾਨ ਵਿੱਚ ਵਰਤਾਰਾ ਦੇਖਣ ਨੂੰ ਮਿਲ ਰਿਹਾ। ਤੇ ਅਗਰ ਸਾਰੀਆਂ ਪਾਰਟੀਆਂ ਉਸ ਵਰਤਾਰੇ ਦੇ ਖਿਲਾਫ ਇਕਜੁੱਟ ਹੋ ਰਹੀਆਂ ਨੇ ਤੇ ਉਹਨਾਂ ਨੂੰ ਦਾਇਰੇ ਦੇ ਵਿੱਚ ਖੜਾ ਕੀਤਾ ਜਾ ਰਿਹਾ, ਜਦਕਿ ਇਹ ਹੱਕ ਹੈ। ਇਹ ਹੋਣਾ ਚਾਹੀਦਾ ਕਿ ਨਰਿੰਦਰ ਮੋਦੀ ਅੱਜ 9 ਸਾਲ ਹੋ ਗਏ, 9 ਸਾਲ ਦੇ ਵਿੱਚ ਉਹਨੇ ਕੋਈ ਪ੍ਰੈਸ ਵਾਰਤਾ ਕੀਤੀ ਕਿ ਉਹਨੇ ਕਦੇ ਪ੍ਰੈਸ ਦੇ ਮੂਹਰੇ ਆ ਕੇ ਆਪਣੀ ਜਵਾਬਦੇਹੀ ਨਾ ਕੀਤੀ ਕਿ ਪ੍ਰੈਸ ਦੇ ਸਵਾਲਾਂ ਦੇ ਜਵਾਬ ਦਿੱਤੇ, ਕਿ ਉਹਦਾ ਫਰਜ਼ ਨਹੀਂ ਬਣਦਾ ਕਿ ਉਹ ਆ ਕੇ ਮੀਡੀਆ ਨੂੰ ਦੱਸਣ ਕਿ ਹਿੰਦੁਸਤਾਨ ਦੇ ਵਿੱਚ ਚੱਲ ਕੀ ਰਿਹਾ, ਇਹ ਚੱਲ ਕੀ ਰਿਹਾ। ਤੇ ਅਸੀਂ ਸੁਪਰੀਮ ਕੋਰਟ ਦੇ ਹੁਕਮ ਦੀ ਧੱਜੀਆਂ ਬਣਾ ਰਹੇ ਹਾਂ, ਅਸੀਂ ਸਾਰੀਆਂ ਜਿਹੜੀਆਂ ਸੰਸਥਾਵਾਂ ਨੇ ਉਹਨੂੰ ਅਣਗੌਲਿਆ ਕਰ ਰਹੇ ਹਾਂ ਤੇ ਅਸੀਂ ਇੱਕ ਬਲਾਤਕਾਰੀ ਨੂੰ ਬਚਾ ਰਹੇ ਹਾਂ। ਇਹ ਅੱਜ ਬੜਾ ਵੱਡਾ ਇਹਦੇ ਤੇ ਚਰਚਾ ਦੀ ਲੋੜ ਹੈ ਔਰ ਕੇਂਦਰ ਸਰਕਾਰ ਦੀ ਜਵਾਬਦੇਹੀ ਦੀ ਲੋੜ ਹੈ। ਆਮ ਆਦਮੀ ਪਾਰਟੀ ਪਹਿਲਵਾਨਾਂ ਦੇ ਨਾਲ ਖੜੀ ਹੈ, ਸਦਾ ਪਹਿਲਾਂ ਵੀ ਖੜੀ ਹੈ, ਕੇਜਰੀਵਾਲ ਜੀ ਤੇ ਜਾਤੀ ਆਏ ਨੇ ਤੇ ਅੱਜ ਵੀ ਅਸੀਂ ਉਹਨਾਂ ਦੇ ਨਾਲ ਆ ਤੇ ਕੇਂਦਰ ਸਰਕਾਰ ਤੋਂ ਇਸ ਗੱਲ ਦੀ ਅਸੀਂ ਜਵਾਬਦੇਹੀ ਲੈ ਕੇ ਹਟਾਂਗੇ। ਇੱਥੇ ਭੁੱਲਰ ਸਾਹਿਬ ਗੱਲ ਇਹ ਆ, ਬੰਗਾਲ ਤੋਂ ਬਿਹਾਰ ਤੱਕ, ਯੂਪੀ ਤੋਂ ਪੰਜਾਬ ਤੱਕ, ਜੰਮੂ ਤੋਂ ਲੈ ਕੇ ਕਰਨਾਟਕ ਤੱਕ ਜਿੱਥੇ ਧਿਰਾਂ ਇਕੱਠੀਆਂ ਹੋ ਰਹੀਆਂ, ਲਾਮਬੰਦੀ ਕਰ ਰਹੀਆਂ ਨੇ ਇਸ ਤਾਨਾਸ਼ਾਹੀ ਦੇ ਖਿਲਾਫ, ਇਸ ਸਭ ਦੇ ਵਿੱਚ ਅਕਾਲੀ ਦਲ 2024 ਚੋਣਾਂ ਨੂੰ ਲੈ ਕੇ ਕੀ ਵਿਚਾਰ ਕਰ ਰਿਹਾ? ਦੇਖੋ ਧਾਲੀਵਾਲ ਸਾਹਿਬ, ਮੈਂ ਇੱਕ ਪਹਿਲਾਂ ਤਾਂ ਜਵਾਬ ਮੇਰੇ ਆਮ ਆਦਮੀ ਪਾਰਟੀ ਤੋਂ ਜਿਹੜੇ ਪ੍ਰਵਕਤਾ ਨੇ ਉਹਨਾਂ ਦਾ ਦੇਣਾ ਚਾਹੁੰਦਾ ਹੈ ਜੀ। ਅੱਜ ਜਿਹੜਾ ਉਹਨਾਂ ਦਾ ਦੁੱਖ ਦਰਦ ਇੰਨਾ ਨਜ਼ਰ ਆ ਰਿਹਾ ਹੈ ਕਿ ਕੇਂਦਰ ਸਰਕਾਰ ਜਿਹੜੀ ਆ ਧੱਕਾ ਕਰ ਰਹੀ ਹੈ, ਧੱਕਾ ਹੋ ਰਿਹਾ, ਅਸੀਂ ਇਸ ਗੱਲ 'ਚ ਦੋ ਰਾਏ ਨਹੀਂ ਹੈਗੀਆਂ, ਲੇਕਿਨ ਮੈਂ ਫਿਰ ਕਹੂੰਗਾ ਕਿ ਪੰਜਾਬ 'ਚ ਨਹੀਂ ਹੋ ਰਿਹਾ। ਅੱਜ ਪੰਜਾਬ 'ਚ ਕਿਸਾਨਾਂ ਦੇ ਜਿਹੜੇ ਆ ਕੇ ਧਰਨੇ ਤੇ ਬਹਿੰਦੇ ਨੇ, ਜਿਸ ਤਰੀਕੇ ਨਾਲ ਬੀਬੀਆਂ ਨੂੰ ਕੁੱਟਿਆ ਮਾਰਿਆ ਗਿਆ ਹੈ, ਜਿਸ ਤਰੀਕੇ ਨਾਲ ਤੇ ਸ਼ਾਂਤਮਈ ਧਰਨੇ ਡਾਂਗਾਂ ਚਲਾਈਆਂ ਜਾਂਦੀਆਂ ਨੇ, ਜਾਂ ਜਿਸ ਤਰੀਕੇ ਨਾਲ ਇੱਕ ਇਹਨਾਂ ਦਾ ਮੰਤਰੀ ਬਦਫੈਲੀ ਕਰਦਾ ਮੁੰਡੇ ਨਾਲ, ਮੁੰਡਾ ਆ ਕੇ ਆਪਣੀ ਸਟੇਟਮੈਂਟ ਦਿੰਦਾ ਹੈ, ਅੱਜ ਤੱਕ ਉੱਤੇ ਕੋਈ ਕਾਰਵਾਈ ਨਹੀਂ, ਤੇ ਇਹਨਾਂ ਤੇ ਉਹਨਾਂ 'ਚ ਫਰਕ ਕੀ ਹੈ? ਇਹ ਕੀ ਦੁੱਧ ਦੇ ਤੋਤੇ ਨੇ? ਮਤਲਬ ਜੋ ਕੇਂਦਰ ਸਰਕਾਰ, ਕੇਂਦਰ ਦੀ ਪਾਰਟੀ ਕਰ ਰਹੀ ਹੈ ਉਹੀ ਇਹ ਕਰ ਰਹੇ ਨੇ ਪੰਜਾਬ 'ਚ, ਦੋਨਾਂ 'ਚ ਫਰਕ ਤੇ ਕੋਈ ਨਹੀਂ, ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ, ਚਾਹੇ ਇੱਧਰਲਾ ਕਰ ਲਓ ਚਾਹੇ ਉੱਧਰਲਾ ਕਰ ਲਓ। ਦੂਜੀ ਗੱਲ ਜਿਹੜੀ 2024 ਦੀ ਹੈਗੀ ਹੈ, 2024 'ਚ ਅਸੀਂ ਅਲੱਗ ਆਪਣੇ ਬਲਬੂਤੇ ਤੇ ਇਲੈਕਸ਼ਨ ਲੜਨ ਜਾ ਰਹੇ ਹਾਂ ਜੀ, ਔਰ ਬਿਲਕੁਲ ਸਰ ਸੁਖਬੀਰ ਬਾਦਲ ਹੋਣਾ ਦੀ ਜਿਹੜੀ ਪ੍ਰਧਾਨਗੀ ਹੇਠ ਅਸੀਂ ਇਲੈਕਸ਼ਨ ਲੜਾਂਗੇ। ਸਾਡਾ ਪਹਿਲਾਂ ਵੀ ਦੱਸਿਆ ਕਿ BSP ਨਾਲ ਸਮਝੌਤਾ ਹੈਗਾ, ਔਰ ਨੈਚੁਰਲੀ ਅਸੀਂ ਜਿਹੜਾ ਹੈਗਾ, ਲੱਗਦਾ ਕਿ ਕਿਸੇ ਸਿੱਟੇ ਤੇ ਕਿਸੇ ਅੰਜਾਮ ਤੱਕ ਪਹੁੰਚ ਸਕੋਗੇ, ਕਿਉਂਕਿ ਸੰਗਰੂਰ 'ਚ ਇੱਥੇ ਜ਼ਮਾਨਤ ਜ਼ਬਤ ਹੋਈ, ਜਲੰਧਰ 'ਚ ਹੁੰਦੀ ਬਚ ਗਈ, ਮਤਲਬ ਗ੍ਰਾਫ ਇੰਨਾ ਡਾਊਨ ਆ ਗਿਆ। ਇੱਕ ਉਹ ਪਾਰਟੀ ਜਿਹੜੀ ਮਤਲਬ ਸੂਬੇ ਦੀ ਇਕਲੌਤੀ ਪਾਰਟੀ ਹੋਵੇ ਜਿਹਦਾ ਜਨਮ ਹੀ ਪੰਜਾਬੀਆਂ ਦੀ, ਸਿੱਖਾਂ ਦੀ ਜਿਹੜੀ ਉਹਨਾਂ ਦੀ ਸੁਰੱਖਿਆ ਵਾਸਤੇ, ਉਹਨਾਂ ਦੇ ਹੱਕ ਹਕੂਕ ਦੀ ਬਾਤ ਪਾਉਣ ਵਾਸਤੇ ਹੋਇਆ ਹੋਵੇ। ਧਾਲੀਵਾਲ ਸਾਹਿਬ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਮੈਨੂੰ ਇਸ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ ਕਿ ਚਾਹੇ ਕਿਸਾਨੀ ਧਰਨਾ ਦਿੱਲੀ ਦੀਆਂ ਬਰੂਹਾਂ ਤੇ ਲੱਗਿਆ ਸੀ, ਲੇਕਿਨ ਸਟੇਜਾਂ ਤੋਂ ਸਿਰਫ ਭੰਡੀ ਜਿਹੜੀ ਸੀਗੀ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਬਾਦਲ ਦੀ ਹੁੰਦੀ ਸੀ।
ਕੇਂਦਰ ਸਰਕਾਰ ਦੀ ਕੋਈ ਗੱਲ ਨਹੀਂ ਕਰਦਾ ਸੀ। ਔਰ ਅੱਜ ਵੀ ਇਹ ਕਹਿਣ 'ਚ ਗੁਰੇਜ਼ ਨਹੀਂ ਵੀ ਸਰਕਾਰ ਪੰਜਾਬ 'ਚ ਆਮ ਆਦਮੀ ਪਾਰਟੀ ਦੀ, ਕੇਂਦਰ ਦੇ ਵਿੱਚ ਬੀਜੇਪੀ ਦੀ, ਤੇ ਧਰਨਾ ਦੇਣ ਚਲੇ ਗਏ ਹਰਸਿਮਰਤ ਕੌਰ ਬਾਲ ਦੇ ਘਰ ਦੇ ਬਾਹਰ। ਮਤਲਬ ਇਹ ਜਿਹੜੀਆਂ ਕੁਝ ਧਿਰਾਂ ਨੇ, ਇਹੋ ਜਿਹੇ ਲੋਕ ਨੇ ਜਿਹੜੇ ਕਿਤਨਾ ਕਿਤੇ ਮਤਲਬ ਸਟਿਲ ਅਜੇ ਵੀ ਟਾਰਗੇਟ ਜਿਹੜਾ ਹੈਗਾ ਉਹ ਬਾਦਲ ਪਰਿਵਾਰ ਨੂੰ ਰੱਖ ਕੇ ਚੱਲ ਰਹੇ ਨੇ, ਕਿਉਂਕਿ ਖਤਰਾ, ਮੈਂ ਪਹਿਲਾਂ ਹੀ ਜਿਹੜੀ ਗੱਲ ਸ਼ੁਰੂ ਕੀਤੀ ਸੀ ਕਿ ਕੇਂਦਰ ਦੀਆਂ ਜਿਹੜੀਆਂ ਪਾਰਟੀਆਂ ਨੇ ਇਹਨਾਂ ਨੂੰ ਖਤਰਾ ਹੀ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਜਿਹੜੀ, ਕਿਉਂਕਿ ਇੱਕੋ ਇੱਕ ਪਾਰਟੀ ਹੈ ਜਿਹੜੀ ਮਤਲਬ ਪ੍ਰਦੇਸ਼ 'ਚ ਪਾਰਟੀ ਹੈਗੀ ਹੈ ਸ਼੍ਰੋਮਣੀ ਅਕਾਲੀ ਦਲ, ਉਹ ਤੋਂ ਖਤਰਾ ਹੈ। ਔਰ ਇਸੇ ਕਰਕੇ ਟਾਰਗੇਟ ਜਿਹੜਾ ਹੈ ਸਾਰਾ ਸੁਖਬੀਰ ਬਾਦਲ, ਪਹਿਲਾਂ ਸਾਰਾ ਪ੍ਰਕਾਸ਼ ਸਿੰਘ ਬਾਦਲ ਵੀ ਸੀਗੇ, ਚਲੋ ਉਹ ਅੱਜ ਨਹੀਂ ਹੈਗੇ ਸਾਡੇ ਵਿੱਚ, ਲੇਕਿਨ ਅੱਜ ਸੁਖਬੀਰ ਬਾਦਲ ਜਾਂ ਉਹਨਾਂ ਦਾ ਪਰਿਵਾਰ ਜਿਹੜਾ ਅੱਜ ਵੀ ਉਹਨਾਂ ਦਾ ਟਾਰਗੇਟ ਹੈਗਾ। ਪਰ ਜਲੰਧਰ ਦੇ ਵਿੱਚ ਅਸੀਂ ਠੀਕ ਹੈ ਥੋੜਾ ਉੱਪਰ ਆਏ ਵਿੱਚ ਕੋਸ਼ਿਸ਼ਾਂ, ਚਾਹੇ ਮੈਂ ਕਹੂੰਗਾ ਕਿ ਭਾਰਤੀ ਜਨਤਾ ਪਾਰਟੀ ਹੋਵੇ, ਜਿਸ ਤਰੀਕੇ ਨਾਲ ਉਹਨਾਂ ਨੇ ਅਟਵਾਲ ਪਰਿਵਾਰ ਨੂੰ ਆਪਣੇ ਨਾਲ ਰਲਾਇਆ, ਜਾਂ ਆਮ ਆਦਮੀ ਪਾਰਟੀ ਹੋਏ ਜਿਸ ਤਰ੍ਹਾਂ ਉਹਨਾਂ ਨੇ ਖਰੀਦੋ ਫਰੋਖਤ ਕੀਤੀ, ਕੋਈ ਕਾਂਗਰਸ ਤੋਂ ਲੈ ਕੇ ਆਂਦੇ, ਕੋਈ ਸਾਡੇ ਤੋਂ ਲੈ ਕੇ ਗਏ, ਔਰ ਧੱਕਾ ਵੀ ਜਿਹੜਾ ਕਰਨਾ ਸੀ ਕਰਨ ਦੀ ਕੋਸ਼ਿਸ਼ ਕੀਤੀ, ਧਮਕੀਆਂ ਵੀ ਦਿੱਤੀਆਂ ਗਈਆਂ, ਜੋ ਵੀ ਸੀਗਾ ਇਸ ਤਰੀਕੇ ਨਾਲ ਬੰਦੇ ਲੈ ਕੇ ਗਏ। ਮੇਨ ਟਾਰਗੇਟ ਜਿਹੜਾ ਅੱਜ ਅਕਾਲੀ ਦਲ ਹੈਗਾ, ਚਾਹੇ ਉਹ ਆਮ ਆਦਮੀ ਪਾਰਟੀ ਹੈ, ਚਾਹੇ ਉਹ ਕਾਂਗਰਸ ਹੈ, ਚਾਹੇ ਉਹ ਬੀਜੇਪੀ ਹੈ, ਉਹਨਾਂ ਦਾ ਕਿ ਪ੍ਰਦੇਸ਼ਿਕ ਜਿਹੜੀਆਂ ਪਾਰਟੀਆਂ ਨੇ, ਜਿਹੜੀਆਂ ਛੋਟੀਆਂ ਪਾਰਟੀਆਂ ਨੇ ਪ੍ਰਦੇਸ਼ਾਂ ਦੀਆਂ, ਉਹ ਜਿਹੜੀਆਂ ਨੇ ਉੱਭਰ ਕੇ ਨਾ ਆਉਣ। ਔਰ ਮੈਂ ਇੰਨੀ ਗੱਲ ਕਹੂੰਗਾ ਕਿ ਅਸੀਂ ਜਿਸ ਤਰੀਕੇ ਨਾਲ ਦੁਬਾਰਾ ਰਿਵਾਈਵ ਕਰ ਰਹੇ ਹਾਂ ਜੀ, ਕੋਈ ਸਮਾਂ ਸੀਗਾ ਜਦੋਂ 1992 'ਚ ਅਸੀਂ ਇਲੈਕਸ਼ਨ ਨਹੀਂ ਲੜੀ, ਅਸੀਂ ਬਾਹਰ ਸੀਗੇ, ਔਰ ਉਸ ਤੋਂ ਬਾਅਦ 'ਚ ਦੁਬਾਰਾ ਅਸੀਂ 3 ਵਾਰੀ ਸਰਕਾਰਾਂ ਵੀ ਬਣਾ ਲਈਆਂ, ਤੇ ਕੋਈ ਵੱਡੀ ਗੱਲ ਨਹੀਂ, ਜਿਹੜੀਆਂ ਸਰਕਾਰਾਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਉੱਪਰ ਥੱਲੇ ਹੁੰਦਾ ਰਹਿੰਦਾ। ਔਰ ਅਸੀਂ ਬਹੁਤ ਜਲਦੀ ਜਿਹੜੀ 2027 ਦੀ ਔਰ 2024 ਦੀ ਜਿਹੜੀ ਇਲੈਕਸ਼ਨ ਹੈਗੀ ਹੈ ਉਹ 'ਚ ਬਹੁਤ ਤਗੜੇ ਹੋ ਕੇ ਜਿਹੜਾ ਹੈਗਾ ਬਾਹਰ ਆਵਾਂਗੇ, ਕਿਉਂਕਿ ਜਿਹੜੇ ਲੋਕ ਨੇ ਪੰਜਾਬ ਦੇ, ਉਹਨਾਂ ਨੇ ਵੇਖ ਲਿਆ, ਦਿੱਲੀ ਵਾਲਿਆਂ ਨੂੰ ਤਾਂ ਉਹਨਾਂ ਨੇ ਬਾਰਡਰ ਤੇ ਦੇਖ ਲਿਆ, ਔਰ ਪੰਜਾਬ ਵਾਲਿਆਂ ਨੂੰ ਹੁਣ ਦੇਖ ਲਿਆ ਇਹਨਾਂ ਨੇ, ਜਿਹੜੇ ਉਹਨਾਂ ਨੇ ਬੋਰੀਆਂ ਭਰ ਕੇ ਜਿਹਨਾਂ ਨੂੰ ਵੋਟਾਂ ਪਾਈਆਂ ਸੀਗੀਆਂ ਔਰ ਉਹਨਾਂ ਨੇ ਆਸਾਂ ਲਾਈਆਂ ਸੀਗੀਆਂ, ਉਹ ਆਸਾਂ 1 ਸਾਲ ਦੇ ਵਿੱਚ ਇਸ ਤਰੀਕੇ ਨਾਲ ਉਹਨੇ ਢਹਿ ਢੇਰੀ ਹੋਈਆਂ ਨੇ ਜਿਸ ਤਰ੍ਹਾਂ ਰੇਤਾ ਦਾ ਘਰ ਬਣਾਇਆ ਹਰ ਢਹਿ ਢੇਰੀ ਹੁੰਦਾ। ਬਿਲਕੁਲ। ਇਸ ਕਰਕੇ ਉਹਨਾਂ ਨੂੰ ਫਿਰ ਜਿਹੜੀ ਆਸ ਹੈ, ਅੱਜ ਫਿਰ ਜਿਹੜੀਆਂ ਸੱਥਾਂ ਦੇ ਵਿੱਚ ਜਿਹੜੀਆਂ ਗੱਲਾਂ ਚੱਲਣੀਆਂ ਸ਼ੁਰੂ ਹੋ ਗਈਆਂ, ਸਾਰਾ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਕੀਤੇ ਹੋਏ ਕੰਮਾਂ ਦੀਆਂ ਸ਼ੁਰੂ ਹੋ ਗਈਆਂ। ਠੀਕ। ਔਰ ਇਸ ਕਰਕੇ ਸਾਨੂੰ ਆਸ ਹੈ ਕਿ 2024 ਦੀ ਇਲੈਕਸ਼ਨ ਜਿਹੜੀ ਹੈ ਸਾਡੇ ਵਾਸਤੇ ਬਹੁਤ ਹੀ ਵਧੀਆ ਇੱਕ ਜਿਹੜਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਲੈ ਕੇ ਆਉਗੀ, ਲੋਕਾਂ ਵਾਸਤੇ ਵੀ ਔਰ ਪਾਰਟੀ ਵਾਸਤੇ ਵੀ। ਚਲੋ ਦੇਖਦੇ ਹਾਂ ਆਸਾਂ ਨੂੰ ਬੂਰ ਕਿੰਨਾ ਪੈਂਦਾ। ਮਿੱਤਲ ਸਾਹਿਬ, ਗੱਲ ਇਹ ਹੈ ਜਿੱਥੇ ਮਮਤਾ ਬਨਰਜੀ ਹੋਰਾਂ ਨਾਲ ਮੁਲਾਕਾਤ ਹੋਈ, ਨਤੀਸ਼ ਕੁਮਾਰ ਹੋਰਾਂ ਨਾਲ ਹੋਈ, ਰਾਹੁਲ ਗਾਂਧੀ ਹੋਰਾਂ ਨਾਲ ਆਮ ਆਦਮੀ ਪਾਰਟੀ ਕਰਨ ਜਾ ਰਹੀ ਹੈ, ਅਕਾਲੀ ਦਲ ਬਾਰੇ ਵੀ ਵਿਚਾਰ ਕੀਤਾ ਜਾਵੇਗਾ? ਹਾਂਜੀ ਮਿੱਤਲ ਸਾਹਿਬ। नहीं देखो गल जी पार्टी लगातार बीजेपी की बोली बोल रही है, जी पार्टी बीजेपी को डिफेंड कर रही है, जी पार्टी बलात्कारी के हक दे विच खड़े होने वाली पार्टी का साथ दे रही है, तो उस पार्टी नाल की गल करनी है? दोने मिले जुले ने आपस में सारी गेम रल के चल रही है, दिखावे के लिए लोगों को दिखा रहे हैं कि साडा कोई गठजोड़ नहीं है, पर इस तरह में हिंट भी इन्होंने कई बार दिते हैं कि हाँ जी इसी आने वाले दिनों में साडा गठजोड़ हो भी सकता है। अंदर खाते बीजेपी के हक में भुगतते हैं, तो इस करके अकाली दल तो कोई बहुती उम्मीद नहीं की जा सकती कि वह देश के पहलवानों के हक में करनगे या जमहूरियत को बचाने कोई बहुत बड़ा कदम चुकणगे, क्योंकि मोदी की कुर्सी पर जाना इन्होंने एक कुर्सी ऊपर आई RSS की इन्होंने चुप करके बह जाएगा, सो इन्होंने बहुत उम्मीद थी है जो पार्टियां सैकुलर ने ਜਿਹੜੀਆਂ ਦੇਸ਼ ਦੇ ਸੰਵਿਧਾਨ ਨੂੰ ਬਚਾਉਣਾ ਚਾਹੁੰਦੀਆਂ ਨੇ, ਜਿਹੜੀਆਂ ਜਮਹੂਰੀਅਤ ਨੂੰ ਬਚਾਉਣਾ ਚਾਹੁੰਦੀਆਂ ਨੇ, ਉਹਨਾਂ ਦੇ ਨਾਲ ਸਾਡਾ ਤਾਲਮੇਲ ਜਿਹੜਾ ਹੈਗਾ ਉਹ ਜਾਰੀ ਆ ਔਰ ਉਹਨਾਂ ਦੇ ਨਾਲ ਗੱਲਬਾਤ ਮਿਸ਼ਨ ਸਾਡੀ ਜਾਰੀ ਹੈ। ਇਹਦਾ ਮਤਲਬ ਕਾਂਗਰਸ ਸੈਕੂਲਰ ਪਾਰਟੀ ਹੈ ਨਾ? ਤੁਸੀਂ ਕਾਂਗਰਸ ਦਾ ਪਾਰਟੀ ਸੈਕੂਲਰ ਹੈਗੀ ਜਾਂ ਕਾਂਗਰਸ ਦਾ ਇੱਕ ਤਾਂ ਦੋਰਾ ਇਹ ਨਹੀਂ ਕਿ ਕਾਂਗਰਸ ਸੈਕੂਲਰ ਨਹੀਂ ਹੈ। ਨਹੀਂ ਮੈਂ ਤਾਂ ਤੁਹਾਡੇ ਤੋਂ ਪੁੱਛਿਆ ਨਾ, ਤੁਸੀਂ ਕਹਿ ਰਹੇ ਹੋ ਕਿ ਅਸੀਂ ਸੈਕੂਲਰ ਪਾਰਟੀਆਂ ਦੇ ਨਾਲ ਹੀ ਗੱਲਬਾਤ ਤੋਰੀ ਹੈ। ਨਹੀਂ ਦੇਖੋ ਜਿਹੜਾ ਕਾਂਗਰਸ ਦੀ ਆਈਡੀਓਲੋਜੀ ਹੈ, ਜੋ ਕਾਂਗਰਸ ਦਾ कल्चर है, जो कांग्रेस की मोडस ऑपरेंडी हुण तक रही है, जो कांग्रेस ने हिंदुस्तान से राज करना शुरू किया ते उन्होंने जेड़ा कैरेक्टर है वो सैकुलर। चलो ठीक है भुल्लर साहब को तो अच्छा ठीक है। हाँ जी, गल इस तरह है कि मैं मित्तल साहब ने ना एक दस देना चाहता कि सुपना सुपना इन्हों नूं आउंदा होना, असीं ना ते हमायत कीती है, असीं भलवाना जिहड़ा चल रहा उत्थे अपना जंतर मंतर दे उत्ते धरना, ਅਸੀਂ ਬਿਲਕੁਲ ਉਹਦੀ ਹਮਾਇਤ ਕਰਦੇ ਹਾਂ। ਇਹ ਨਹੀਂ ਹੈਗਾ ਵੀ ਅਸੀਂ ਕੋਈ ਸਰਕਾਰ ਦੀ ਹਮਾਇਤ ਕਰ ਰਹੇ ਹਾਂ, ਗਲਤ ਹੋ ਰਿਹਾ ਉਹਨਾਂ ਨਾਲ, ਧੱਕਾ ਹੋ ਰਿਹਾ। ਔਰ ਮੈਨੂੰ ਲੱਗਦਾ ਹੈ ਕਿ ਇਹਨਾਂ ਨੂੰ ਸਿਰਫ ਇੱਕ ਗੱਲ ਕਰਨ ਦੀ ਗੱਲ ਚਾਹੀਦੀ ਹੁੰਦੀ। ਇੱਕ ਮਿੰਟ ਜੀ, ਇੱਕ ਮਿੰਟ ਮੈਂ ਤੁਹਾਡੀ ਗੱਲ 'ਚ ਬੋਲਿਆ ਨਹੀਂ। ਮਿੱਤਲ ਸਾਹਿਬ ਤੁਸੀਂ ਆਮ ਆਦਮੀ ਪਾਰਟੀ ਵਾਲੇ ਆਹ ਗੰਦੀਆਂ ਗੱਲਾਂ ਛੱਡ ਦਿਓ। ਇੰਟਰਪਟ ਨਾ ਕਰੋ, ਤੁਸੀਂ ਇੰਟਰਪਟ ਨਾ ਕਰੋ, ਬਾਅਦ 'ਚ ਬੋਲ ਲਿਓ।
मैं एक सवाल का जवाब दे रहा हूं मैं इंनी गल ਇਹਨਾਂ ਨੂੰ ਬੁਲਾ ਲਓ ਜੀ ਤੁਸੀਂ, ਇਹ ਤੇ ਇਹਨਾਂ ਦੀ ਗੰਦੀ ਆਦਤ ਹੈ ਸਾਰਿਆਂ ਦੀ। ਨਹੀਂ ਮਿੱਤਲ ਸਾਹਿਬ ਤੁਸੀਂ ਆਪਣੀ ਗੱਲ ਕੌਣ ਵਿਚਾਰਿਆਂ ਦਾ ਨਾਮ ਲਓਗੇ ਕੀ ਜੰਤਰ ਮੰਤਰ ਤੇ ਤੁਹਾਡੇ ਲੀਡਰਸ਼ਿਪ ਜਾਏਗੀ ਕੀ ਤੁਸੀਂ ਨਰਿੰਦਰ ਮੋਦੀ ਦਾ ਨਾਮ ਲਓਗੇ ਕਿ ਨਰਿੰਦਰ ਮੋਦੀ ਤੁਸੀਂ ਸਾਡੇ ਡਿਕਟੇਟਰ ਲੱਗੇ ਹੋਏ ਹੋ। Who are you? ਤੇ ਹਿੰਮਤ ਰੱਖਦੇ ਹੋ ਤੁਸੀਂ ਮੋਨੀਟਰ ਲੱਗੇ ਹੋ ਸਾਡੇ ਹਿੰਮਤ ਰੱਖਦੇ ਹੋ Who are you? ਹਿੰਮਤ ਰੱਖਦੇ ਹੋ ਟੀਵੀ ਦੀ ਹਿੰਮਤ ਰੱਖਦੇ ਹੋ Who are you? ਤੁਹਾਡਾ ਚਿਹਰਾ ਨੰਗਾ ਹੋ ਗਿਆ Who are you to question? ਤੁਹਾਡਾ ਚਿਹਰਾ ਮੋਨੀਟਰ ਲੱਗੇ ਸਾਡੇ ਤੇ। ਮੋਦੀ ਦੇ ਹੱਕ ਵਿੱਚ ਇਹਨਾਂ ਨੂੰ ਚੁੱਪ ਕਰਾਓ ਜੀ। ਤਾਲਿਬਾਨਾਂ ਦੇ ਖਿਲਾਫ ਹੋ। ਤੁਹਾਡਾ ਚਿਹਰਾ ਨੰਗਾ ਹੋ ਗਿਆ ਤੁਹਾਡੀ ਹਿੰਮਤ ਨਹੀਂ ਹੈ ਉਹ ਤੁਸੀਂ ਤਾਂ ਆਪ ਹੀ ਨੰਗੇ ਹੋ ਸਾਰੇ। ਮਿੱਤਲ ਸਾਹਿਬ ਤੁਹਾਡੇ ਚਿਹਰਾ ਤੁਸੀਂ ਤਾਂ ਟੋਟਲ ਲੱਗੇ ਆ। ਸਮੇਤ ਭਗਵੰਤ ਮਾਨ ਕੇਜਰੀਵਾਲ ਨੰਗੇ ਤੁਸੀਂ। ਤੁਸੀਂ ਕੌਣ ਟੀਵੀ ਅੱਜ ਬਰੂਆ ਚੱਟਦੇ ਫਿਰਦੇ ਲੋਕਾਂ ਦੀਆਂ, ਤੁਸੀਂ ਕੌਣ ਜਿਨ੍ਹਾਂ ਦੇ ਖਿਲਾਫ ਬੋਲਦੇ ਸੀ ਅੱਜ ਉਹ ਕਰਦੇ ਫਿਰਦੇ। ਤੁਸੀਂ ਬਕਵਾਸ ਕਰਦੇ ਹੋ ਤੁਸੀਂ। ਤੁਸੀਂ ਸਪੋਕਸਮੈਨ ਟੀਵੀ ਤੇ ਗੱਲ ਕਹੋ ਵੀ ਮਿੱਤਲ ਉਹ ਤੁਸੀਂ ਤੁਹਾਡੇ ਕਿਆ ਕਹਿਣਾ ਮੈਂ ਕਹੋ ਜੀ ਹਿੰਮਤ ਮੈਂ ਤੁਹਾਡੇ ਕਿਆ ਕਹਿਣਾ ਖੜੇ ਹੋ ਅੱਜ ਕੇਜਰੀਵਾਲ ਲੋਕਾਂ ਚੱਪਲਾਂ ਚੱਟਦਾ ਫਿਰਦਾ ਦਿਲੋਂ ਖੜੇ ਹੋ ਤੱਕ ਕਹੋ ਅੱਜ ਕਿਉਂ ਜਾ ਕੇ ਸੱਚੇ ਦਿਲੋਂ ਖੜੇ ਹੋ ਤੱਕ ਕਹੋ ਨਹੀਂ ਡਰਾਮੇ ਨਾ ਚਲੋ ਉਹੀ ਨਹੀਂ ਡਰਾਮੇ ਨਾ ਚਲੋ ਡਰਾਮੇ ਨਾ ਚਲੋ ਡਰਾਮੇ ਨਾ ਚਲੋ ਅਕਾਲੀ ਦਲ ਡਰਾਮੇ ਕਰ ਲਿਆ ਅਕਾਲੀ ਦਲ ਡਰਾਮੇ ਕਰ ਲਿਆ ਚੁੱਪ ਕਰਾਓ ਜੀ ਤੁਸੀਂ। ਮਿੱਤਲ ਸਾਹਿਬ ਉਹਨਾਂ ਨੂੰ ਗੱਲ ਤਾਂ ਪੂਰੀ ਕਰ ਲਓ, ਤੁਸੀਂ ਆਪਣੀ ਗੱਲ ਪੂਰੀ ਕਰ ਲਿਓ, ਉਹਨਾਂ ਨੂੰ ਗੱਲ ਤਾਂ ਨਹੀਂ ਮੈਂ ਤਾਲੀਬਾਨ ਸਾਹਿਬ ਤੁਹਾਡਾ ਸਵਾਲ ਆ ਗਿਆ, ਤੁਸੀਂ ਪੁੱਛ ਮਿੱਤਲ ਸਾਹਿਬ ਅੱਜ ਕੇਜਰੀਵਾਲ ਲੋਕਾਂ ਦੀਆਂ ਬਰੂਹਾਂ ਚੱਟਦਾ ਠੋਕੇ ਚੱਲਦਾ ਫਿਰਦਾ। ਤਾਲੀਬਾਨ ਸਾਹਿਬ ਹਾਂਜੀ ਤਾਲੀਬਾਨ ਸਾਹਿਬ ਚਲੋ ਮੈਂ ਠੀਕ ਹੈ। ਤੁਹਾਡੇ ਜਰੀਏ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਤਾਲੀਬਾਨ ਸਾਹਿਬ ਜਿਹੜਾ ਸਵਾਲ ਤੁਸੀਂ ਪੁੱਛ ਲਓ ਕਹਿੰਦੇ ਨਰਿੰਦਰ ਮੋਦੀ ਦਾ ਨਾਮ ਲੈਣਗੇ ਟੀਵੀ ਤੇ ਕੀ ਬ੍ਰਿਜ ਭੂਸ਼ਣ ਨੂੰ ਨਰਿੰਦਰ ਮੋਦੀ ਵਿਚਾਰ ਰਹੇ Who the hell you are? ਕੌਣ ਹੈ ਤੁਸੀਂ ਕੁਐਸਚਨ ਕਰਨ ਵਾਲੇ ਮੈਨੂੰ? ਤਾਲੀਬਾਨ ਸਾਹਿਬ ਤੁਸੀਂ ਸਵਾਲ ਪੁੱਛ ਲਓ। ਚਲੋ ਧਾਰੀਵਾਲ ਸਾਹਿਬ ਇੱਕ ਤਰ੍ਹਾਂ ਨੂੰ ਤਮੀਜ਼ ਸਿਖਾਓ ਤੁਸੀਂ। ਇਹ ਆਮ ਆਦਮੀ ਪਾਰਟੀ ਵਾਲੇ ਜ਼ਿਆਦਾ ਪੂਤਰੇ ਹੋਏ ਨੇ, ਜਿੰਨੇ ਪ੍ਰਵਕਤਾ ਹੁੰਦੇ ਨੇ ਇਹ ਦੂਜੇ ਨੂੰ ਬੋਲਣ ਨਹੀਂ ਦੇਣਾ ਚਾਹੁੰਦੇ। ਇਹ ਦੋਨੋਂ ਉਹ ਤੂੰ ਹੀ ਚੁੱਪ ਕਰਕੇ ਬਹਿ ਜਾ। ਆਹ ਦੇ 2 ਮਿੰਟ ਚੁੱਪ ਕਰਕੇ ਬਹਿ ਜਾ। ਸਵਾਏ ਭੰਗਰ ਤੋਂ ਕਿ ਕੰਮ ਨਹੀਂ ਤੁਹਾਨੂੰ। ਕੁੱਤੇ ਵਾਂਗੂ ਭੌਂਕੀ ਜਾਂਦਾ ਬਕਵਾਸ ਬੰਦ ਕਰ ਲੈ ਆਪਣੀ। ਚਲੋ ਤੂੰ ਬਕਵਾਸ ਬੰਦ ਕਰ ਆਪਣੀ। ਚਲੋ ਇਹਦੇ ਬੰਦੇ ਨੂੰ ਬੁਲਾਉਂਦੇ ਕਿਉਂ ਨਹੀਂ ਤੂੰ? ਮੈਂ ਕਹਿੰਦਾ ਆਪਾਂ ਇਹ ਚਲੋ ਨਿੱਜੀ ਤੌਰ ਤੇ ਨਹੀਂ ਇਹਦੇ ਬੰਦੇ ਨੂੰ ਬੁਲਾਉਂਦੇ ਕਿਉਂ ਜਿਹੜਾ ਬਕਵਾਸ ਕਰਦੇ ਨੇ ਆ ਕੇ? ਚਲੋ ਕੋਈ ਗੱਲ ਨਹੀਂ ਭੁੱਲਰ ਸਾਹਿਬ ਛੱਡੋ। ਬਕਵਾਸ ਤੁਸੀਂ ਕਰਦੇ ਹੋ ਨਹੀਂ ਤੁਹਾਡਾ ਦੋਗਲਾ ਜਿਹੜਾ ਨਹੀਂ ਮਿੱਤਲ ਸਾਹਿਬ ਛੱਡੋ। ਇਹ ਬੰਦੇ ਬਣਾਉਂਦੇ ਤੁਸੀਂ ਇੰਨੀ ਜ਼ਿਆਦਾ ਇਹਨਾਂ ਦੀ ਸਰਕਾਰ ਦਾ ਚੜ ਗਿਆ ਸਿਰ ਦੇ ਉੱਤੇ। ਇਹਦੇ ਬੇਵਕੂਫ ਲੋਕ ਨਹੀਂ ਚਲੋ ਤੁਸੀਂ ਬੇਵਕੂਫ ਹੋ। ਉਹ ਮੈਂ ਕਹਿ ਰਿਹਾ ਮੈਂ ਤਾਂ ਦੋਵਾਂ ਨੂੰ ਬੜੇ ਆਰਾਮ ਦੇ ਨਾਲ ਗੱਲ ਕਰ ਰਹੇ ਹੈ, ਜਵਾਬ ਦੇ ਰਹੇ ਹੈ। ਆਰਾਮ ਦੇ ਨਾਲ ਗੱਲ ਤੁਸੀਂ ਇਹ ਪੁੱਤਰੇ ਹੋਏ ਲੋਕ ਆਰਾਮ ਦੇ ਨਾਲ ਗੱਲ ਕਰ ਰਹੇ ਹੈ। ਚਲੋ ਠੀਕ ਹੈ। ਮੈਂ ਇੱਥੇ ਕਪੂਰ ਸਾਹਿਬ ਨੂੰ ਜੋੜਨਾ ਚਾਹੁੰਦਾ। ਕਪੂਰ ਸਾਹਿਬ ਗੱਲ ਇਹ ਹੈ ਨਹੀਂ ਜੀ ਪਹਿਲਾਂ ਧਾਰੀਵਾਲ ਸਾਹਿਬ ਅਪੋਲੋਜਾਈਜ਼ ਕਰਨੇ ਕਿਉਂਕਿ ਨਾ ਇਹਨਾਂ ਨੂੰ ਬੁਲਾਇਆ ਸੀਗਾ। ਤੁਸੀਂ ਮੈਨੂੰ ਸਵਾਲ ਕੀਤਾ ਮੈਂ ਜਵਾਬ ਦੇ ਰਿਹਾ ਸੀਗਾ। ਇਹ ਵਿੱਚ ਆ ਕੇ ਫालतू ਬੋਲਣ ਲੱਗੇ ਆ ਔਰ ਉਸ ਤੋਂ ਬਾਅਦ ਵਿੱਚ ਜਿਸ ਤਰ੍ਹਾਂ ਦੀ ਲੈਂਗੁਏਜ ਨਾਲ ਯੂਜ਼ ਕਰਨੀ ਸ਼ੁਰੂ ਕਰਤੀ ਹੈ। ਹੀ ਸ਼ੁਡ ਅਪੋਲੋਜਾਈਜ਼। ਆਪਣੀ ਬਕਵਾਸ ਬੰਦ ਕਰ ਲੈ। ਸੁਣ ਜਾਣਾ ਆਪਣੀ ਬਕਵਾਸ ਆਪਣੇ ਕੋਲ ਰੱਖ ਲੈ। ਮੈਂ ਤਾਂ ਵੀ ਦੋ ਵੱਡਾ ਤੂੰ ਸਰਕਾਰ ਦਾ ਜੀ ਕਹਾਂਗਾ ਜੀ ਕਹਾਂਗਾ ਔਰ ਚੁੱਪ ਕਰ ਜਾ ਹੁਣ। ਜੀ ਕਹਾਉਣ ਵਾਲਾ ਤੂੰ ਵੱਡਾ। ਚਲੋ ਛੱਡੋ ਤੁਸੀਂ ਆਪਣੀ ਗੱਲ ਪੂਰੀ ਕਰ ਲਓ ਭੁੱਲਰ ਸਾਹਿਬ। ਗੱਲ ਪੂਰੀ ਕਰ ਲਓ। ਮਿੱਤਲ ਸਾਹਿਬ ਵਿੱਚ ਬੋਲਿਓ ਗੱਲ ਇਸ ਤਰ੍ਹਾਂ ਹੈ ਪੂਰੀ ਕਰ ਲੈਣ ਦਿਓ ਕਿ ਇਹ ਲੋਕ ਸਾਡੇ ਤੇ ਕੋਈ ਮੋਨੀਟਰ ਨਹੀਂ ਲੱਗੇ ਹੋਏ ਕਿ ਸਾਨੂੰ ਡਿਕਟੇਟ ਕਰਨਗੇ ਵੀ ਅਸੀਂ ਕਿਹਦੇ ਨਾਲ ਹਮਾਇਤ ਕਰਨੀ ਕਿਹਦੀ ਨਹੀਂ ਕਰਨੀ। ਅੱਜ ਕੇਜਰੀਵਾਲ ਸਮੇਤ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਛੱਡ ਕੇ ਪੰਜਾਬ ਦੇ ਵਿੱਚ ਜੋ ਹਾਲਾਤ ਨੇ ਉਹਨਾਂ ਨੂੰ ਛੱਡ ਕੇ ਜਿਨ੍ਹਾਂ ਲੋਕਾਂ ਦੇ ਖਿਲਾਫ ਜਿਨ੍ਹਾਂ ਨੂੰ ਕਹਿੰਦੇ ਪਰਿਵਾਰਵਾਦ, ਜਿਨ੍ਹਾਂ ਨੂੰ ਕਹਿੰਦੇ ਕਰਪਟ ਲੋਕ, ਜਿਨ੍ਹਾਂ ਨੂੰ ਕਹਿੰਦੇ ਸੀ ਦੇਸ਼ ਦੀ ਖਤਰਾ ਲੋਕ, ਉਹਨਾਂ ਦੀਆਂ ਬਰੂਹਾਂ ਚੱਟਦੇ ਫਿਰਦੇ ਆ। ਹਰ ਥਾਂ ਤੇ ਮੱਥੇ ਟੇਕਦੇ ਫਿਰਦੇ ਆ। ਕਾਹਦੇ ਲਈ? ਪੰਜਾਬ ਦੇ ਵਿੱਚ ਤੁਸੀਂ ਲੋਕਤੰਤਰ ਦਾ ਘਾਣ ਕੀਤਾ ਹੋਇਆ। ਇੱਥੇ ਤੁਸੀਂ ਕਹਿੰਦੇ ਪੱਤਰਕਾਰ ਨੂੰ ਬੋਲਣ ਨਹੀਂ ਦਿੰਦੇ। ਇੱਕ ਕੁੜੀ ਵਿਚਾਰੀ ਆ ਕੇ ਤੁਹਾਨੂੰ ਸਵਾਲ ਕਰ ਲੈਂਦੀ ਹੈ। ਉੱਥੇ SC ST ਦਾ ਆਪਣੇ ਵਰਕਰ ਤੋਂ ਝੂਠਾ ਪਰਚਾ ਦਰਜ ਕਰਾ ਦਿੰਦੇ ਹੋ ਔਰ ਅਗਰ ਕਿਸੇ ਡਿਬੇਟ ਦੇ ਵਿੱਚ ਕੋਈ ਬੋਲਣਾ ਚਾਹੁੰਦਾ ਹੈ ਉਹਨੂੰ ਦੀ ਬੋਲਣ ਨਹੀਂ ਦਿੰਦੇ। ਇਹ ਤਰੀਕਾ ਇਹਨਾਂ ਲੋਕਾਂ ਦਾ ਆ ਤੁਹਾਡੇ ਸਾਹਮਣੇ ਹੈ। ਔਰ ਲੈਂਗੁਏਜ ਕੀ ਹੈ ਇਹਨਾਂ ਲੋਕਾਂ ਦੀ? ਮਤਲਬ ਤੁਸੀਂ ਅੱਜ ਪੰਜਾਬ ਪੁਲਿਸ ਦਾ ਮਿਸਯੂਜ਼ ਕਰਕੇ ਔਰ ਮੈਂ ਇਹ ਕਹਿਣਾ ਚਾਹੂੰਗਾ ਇਹਨਾਂ ਦਾ ਆਪਣਾ ਪੰਜਾਬ ਪੁਲਿਸ ਦਾ ਅਫਸਰ ਜਿਨ੍ਹਾਂ ਦੀ ਇੱਕ ਹਮਾਇਤ ਕਰਦੇ ਫਿਰਦੇ ਆ ਕਿ ਉਹਦੇ ਖਿਲਾਫ ਇਹਨਾਂ ਨੇ ਕਾਰਵਾਈ ਕੀਤੀ। ਜਿਹਨੇ ਕਿਹਾ ਵੀ ਗੋਲੀ ਮਾਰ ਦੂਗਾ ਹੁਣ ਤੱਕ ਕੀ ਉਹਦੇ ਬਾਅਦ ਕਾਰਵਾਈ ਕੀਤੀ ਇਹਨਾਂ ਨੇ? ਇਹ ਸਿਰਫ ਆ ਕੇ ਟੀਵੀ ਤੇ ਜੀ ਚੋਪੜੀਆਂ ਗੱਲਾਂ ਕਰਕੇ ਅਸੀਂ ਕਰ ਰਹੇ ਹਾਂ ਕੀ ਕਰ ਕੀ ਰਹੇ ਨੇ? ਕਰਨ ਅਸਥਾਨਾਂ ਦੇ ਖਿਲਾਫ ਅੱਜ ਆਰਡਰ ਪੇਸ਼ ਕਰਨ ਭੇਜਣ ਉਹਨੂੰ ਘਰ ਨੂੰ। ਫਿਰ ਤਾਂ ਅਸੀਂ ਬੰਨੀ ਹੈ ਵੀ ਹਾਂ ਸਰਕਾਰ ਜਿਹੜੀ ਹੈ ਕੁਝ ਕਾਰਵਾਈ ਕਰ ਰਹੀ ਹੈ। ਉਹ ਕਹਿੰਦਾ ਮੈਂ ਗੋਲੀ ਮਾਰ ਦਾਂਗੇ, ਅਸੀਂ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਇਹ ਦੋ ਤਰਫਾ ਚਿਹਰਾ ਲੈ ਕੇ ਇੱਥੇ ਆ ਕੇ ਬਕਵਾਸ ਕਰਨ ਲੱਗ ਜਾਂਦੇ ਬਹਿ ਕੇ ਵੀ ਹਾਂ ਦੂਸਰੇ ਬੰਦੇ ਪਤਾ ਇਹਨਾਂ ਦੇ ਅਕੋਰਡਿੰਗ ਨਹੀਂ ਚੱਲਣਗੇ। ਇਹਨਾਂ ਨੂੰ ਅਗਰ ਹੈ ਹਿੰਮਤ
ਤੇ ਅਸਥਾਨਾ ਦੇ ਖਿਲਾਫ ਕਰਨ ਕਾਰਵਾਈ ਲੈਣ ਜੋ ਆਰਡਰ ਲੈਣਾ ਚਾਹੀਦਾ ਉਹਦੇ ਖਿਲਾਫ। ਉਹਨੇ ਕਿਸ ਤਰ੍ਹਾਂ ਕਹਿਤਾ ਵੀ ਉਹਨਾਂ ਨੂੰ ਅਸੀਂ ਗੋਲੀ ਮਾਰ ਦਾਂਗੇ। ਦੋਗਲੀਆਂ ਗੱਲਾਂ ਕਰਦੇ ਸਾਡੇ ਸਾਹਮਣੇ ਆ ਗਿਆ ਕਿਤੇ। ਠੀਕ ਹੈ, ਮੈਂ ਮਿੱਤਲ ਸਾਹਿਬ ਇੱਕ ਗੱਲ ਪੁੱਛਣੀ ਚਾਹੁੰਦਾ, ਤੁਸੀਂ ਮੈਂ ਧਾਲੀਵਾਲ ਸਾਹਿਬ, ਧਾਲੀਵਾਲ ਸਾਹਿਬ ਮੇਰੀ ਗੱਲ ਤਾਂ ਸਵਾਲ ਤਾਂ ਮੇਰਾ ਸਵਾਲ ਤਾਂ ਲੈ ਲਓ। ਗੱਲ ਇਹ ਧਾਲੀਵਾਲ ਸਾਹਿਬ, ਹਾਂਜੀ ਮੇਰਾ ਸਵਾਲ ਤਾਂ ਲੈ ਲਓ, ਮੇਰਾ ਸਵਾਲ ਤਾਂ ਲੈ ਲਓ। ਮੈਂ ਤਾਂ ਇਹ ਗੱਲ ਕਹਿ ਰਿਹਾ ਮਿੱਤਲ ਸਾਹਿਬ ਵੀ ਤੁਸੀਂ ਬਿਨਾਂ ਕਿਸੇ ਦੇਰੀ ਦੇ ਬਾਕੀ ਸਾਰੀ ਪਾਰਟੀਆਂ ਨੂੰ ਸੈਕੂਲਰ ਹੋਣ ਦਾ ਫਤਵਾ ਜਾਰੀ ਕਰ ਦਿੱਤਾ। ਉਸੇ ਕਾਂਗਰਸ ਦੇ ਨਾਲ ਸੈਕੂਲਰ ਹੋਣ ਦਾ ਫਤਵਾ ਜਾਰੀ ਕੀਤਾ। ਸ਼ਿਵ ਸੈਨਾ ਵੀ ਸੈਕੂਲਰ ਹੈ। ਤੇ ਜਿਨ੍ਹਾਂ ਨੂੰ ਤੁਸੀਂ ਇਹ ਗੱਲ ਕਹੀ ਸੀਗੀ, ਇਹ ਗੱਲ ਕਹਿ ਕੇ ਕਿ ਅਸੀਂ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਅੰਦਰ ਦੇ ਦੇਵਾਂਗੇ, ਕਰਪਟ ਹੈ, ਇੱਥੋਂ ਦੇ ਲੀਡਰਾਂ ਨੂੰ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਕਰਪਟ ਕਹਿ ਕੇ ਅੰਦਰ ਦਿੱਤਾ ਜਾ ਰਿਹਾ ਹੈ, ਤੇ ਉਹਨਾਂ ਨਾਲ ਕਿਸ ਮੋਰਲ ਐਸਪੈਕਟ ਤੇ ਜਿਹੜਾ ਹੈ, ਕਿਸ ਪ੍ਰਿੰਸੀਪਲ ਬਿਨਾਹ ਦੇ ਉੱਤੇ ਜਿਹੜਾ ਹੈ ਉਹ ਸਮਝੌਤੇ ਦੀਆਂ ਜਾਂ ਮੁਲਾਕਾਤ ਦੀਆਂ ਗੱਲਾਂ ਤੁਰ ਰਹੀਆਂ ਨੇ, ਜਿਹੜੇ ਜਿਨ੍ਹਾਂ ਦੇ ਤੁਸੀਂ ਕੱਟੜ ਵਿਰੋਧੀ ਰਹੇ ਹੋਵੋ। ਧਾਲੀਵਾਲ ਸਾਹਿਬ ਦੇਖੋ ਗੱਲ ਇਹ ਆ, ਮੇਰੇ ਖਿਆਲ ਦੇ ਵਿੱਚ ਇਹ ਆਪਾਂ ਇਸ਼ੂ ਨੂੰ ਕੁਝ ਡਾਇਵਰਟ ਕਰ ਰਹੇ ਆ। ਜਿਹੜਾ ਦੇਖੋ ਜਿਹੜਾ ਕਿਸੇ ਕੋਈ ਵੀ ਲੀਡਰ ਕਿਸੇ ਪਾਰਟੀ ਦਾ ਕਰਪਸ਼ਨ ਦੇ ਵਿੱਚ ਇਨਵੋਲਵ ਆ ਜਾਂ ਕਰਪਸ਼ਨ ਕਰਦਾ ਫੜਿਆ ਗਿਆ ਜਾਂ ਕਿਸੇ ਕੋਈ ਵੀ ਚਾਹੇ ਸੀਨੀਅਰ ਲੀਡਰ ਚਾਹੇ ਜੂਨੀਅਰ ਲੀਡਰ, ਅਗਰ ਉਹਦੇ ਖਿਲਾਫ ਕਾਰਵਾਈ ਤੇ ਉਹ ਕਾਰਵਾਈ ਚੱਲਦੀ ਰਹੇਗੀ। ਅਸੀਂ ਅਗਰ ਕਾਂਗਰਸ ਨਾਲ ਕੋਈ ਸਮਝੌਤੇ ਦੀ ਗੱਲ ਕਰ ਰਹੇ ਹਾਂ ਜਾਂ ਅਸੀਂ ਕਾਂਗਰਸ ਨੂੰ ਇਸ ਲਾਮਬੰਦੀ ਦੇ ਵਿੱਚ ਜੋੜ ਰਹੇ ਹਾਂ ਤੇ ਅਸੀਂ ਉਹਨਾਂ ਦੇ ਨੇਤਾਵਾਂ ਨੂੰ ਕੋਈ ਬਰੀ ਨਹੀਂ ਕੀਤਾ, ਕੋਈ ਉਹਨਾਂ ਦੇ ਨੇਤਾਵਾਂ ਨੂੰ ਕੋਈ ਕਲੀਨ ਚਿੱਟ ਨਹੀਂ ਦਿੱਤੀ, ਕੋਈ ਉਹਨਾਂ ਦੇ ਖਿਲਾਫ ਜਿਹੜਾ ਪੰਜਾਬ ਦੀ ਲੀਡਰਸ਼ਿਪ ਦੇ ਖਿਲਾਫ ਕੋਈ ਵਿਜੀਲੈਂਸ ਦੀ ਜਾਂਚ ਚੱਲ ਰਹੀ ਹੈ ਬੰਦ ਨਹੀਂ ਕੀਤੀ। ਇਹ ਤਾਂ ਤੁਸੀਂ ਸਾਨੂੰ ਤਾਂ ਕਹਿ ਸਕਦੇ ਹੋ ਕਿ ਉਹਨਾਂ ਦੇ ਖਿਲਾਫ ਕੋਈ ਜਾਂਚ ਜਿਹੜੀ ਸ਼ੁਰੂ ਤੁਸੀਂ ਉਹ ਬੰਦ ਕਰਤੀ ਜੀ ਤੇ ਤੁਸੀਂ ਉਹਨਾਂ ਨੂੰ ਪਤਾ ਕਰ ਲਿਆ। ਇਹ ਇਸ਼ੂ ਜਿਹੜਾ ਹੈਗਾ ਅੱਜ ਸ਼ਾਇਦ ਕਿਸੇ ਵੀ ਸਮਝ ਨਹੀਂ ਪਾ ਰਹੇ। ਇਹ ਇਸ਼ੂ ਇਹ ਹੈ ਕਿ ਅੱਜ ਸੰਵਿਧਾਨ ਨੂੰ ਬਚਾਉਣ ਦੀ ਜਿਹੜੀ ਹੈ ਮੈਂ ਸਮਝ ਰਿਹਾ ਮਿੱਤਲ ਸਾਹਿਬ, ਪਰ ਮੈਨੂੰ ਉਹ ਡਾਇਲੌਗ ਵੀ ਯਾਦ ਆਉਂਦਾ ਹੈ ਕਿ ਕਾਂਗਰਸ ਐਂਡ ਕਰਪਸ਼ਨ ਜਿਹੜੀ ਬਰਾਬਰ ਹੈ। ਮੈਨੂੰ ਉਹ ਗੱਲ ਯਾਦ ਆਉਂਦੀ ਹੈ ਜਦੋਂ ਕਾਂਗਰਸ ਦੇ ਮੁੱਖ ਮੰਤਰੀ ਭ੍ਰਿਸ਼ਟਾਚਾਰੀ ਹੋ ਜਾਂਦੇ ਹੈ, ਜਦੋਂ ਸਾਰੀ ਕਾਂਗਰਸ ਭ੍ਰਿਸ਼ਟਾਚਾਰੀ ਹੋ ਜਾਂਦੀ ਹੈ, ਔਰ ਜਦੋਂ ਕਾਂਗਰਸ ਨਾਲ ਨਾਤਾ ਤੋੜ ਲਿਆ ਜਾਂਦਾ ਹੈ ਜਦੋਂ ਪਹਿਲੀ ਦਫਾ ਸਰਕਾਰ। ਮੈਨੂੰ ਇਹ ਸਾਰੀਆਂ ਗੱਲਾਂ ਸਮਝ ਆ ਰਹੀਆਂ ਨੇ, ਪਰ ਮੈਂ ਗੱਲਾਂ ਕਹਿ ਰਿਹਾ ਕਿ ਕਈਆਂ ਹੋਈਆਂ ਗੱਲਾਂ, ਕਹੇ ਹੋਏ ਸਿਧਾਂਤ ਕਿਵੇਂ ਵਿਸਾਰੇ ਜਾ ਸਕਦੇ। ਮੈਂ ਜਸਟ ਉਹਦੇ ਉੱਤੇ ਗੱਲ ਕਰ ਰਿਹਾ, ਹੋਰ ਨਹੀਂ ਮੈਂ ਕੁਝ ਗੱਲ ਕਰ ਨਹੀਂ। ਮੈਂ ਇਸ ਜਿਹੜਾ ਇਹ ਦੇਖੋ ਇਸ਼ੂ ਬੇਸਡ ਗੱਲ ਹੋ ਰਹੀ ਹੈ ਅੱਜ ਹਿੰਦੁਸਤਾਨ ਦੇ ਵਿੱਚ। ਪਹਿਲਾਂ ਵੀ ਮੁੱਦਿਆਂ ਦੇ ਆਧਾਰ ਤੇ ਜਿਹੜੇ ਲੋਕਾਂ ਦੇ ਕਮਿਸ਼ਨ ਪਾਰਟੀਆਂ ਦੇ ਹੁੰਦੇ ਰਹੇ ਨੇ, ਇਸ ਤੋਂ ਪਹਿਲਾਂ ਵੀ ਤੁਸੀਂ ਐਨਡੀਏ ਦੀ ਗੱਲ ਕਰ ਲਓ, ਤੁਸੀਂ ਯੂਪੀ ਦੀ ਗੱਲ ਕਰ ਲਓ, ਤੁਸੀਂ ਚੰਦਰਸ਼ੇਖਰ ਦੀ ਗਵਰਨਮੈਂਟ ਦੀ ਗੱਲ ਕਰ ਲਓ, ਤੁਸੀਂ ਦੇਵਗੌੜਾ ਜੀ ਦੀ ਗਵਰਨਮੈਂਟ ਦੀ ਗੱਲ ਕਰ ਲਓ, ਗੁਜਰਾਤ ਦੀ ਗਵਰਨਮੈਂਟ ਦੀ ਗੱਲ ਕਰ ਲਓ। ਮੁੱਦਿਆਂ ਦੇ ਆਧਾਰ ਤੇ ਰਾਜਨੀਤੀ ਹਮੇਸ਼ਾ ਹੁੰਦੀ ਰਹੀ ਆ। ਆਪਸ ਵਿੱਚ ਦੋ ਵਿਰੋਧੀ ਪਾਰਟੀਆਂ ਦੇ ਇੱਕ ਗਠਬੰਧਨ ਦੇ ਵਿੱਚ ਇੱਥੇ ਸ਼ਾਮਲ ਹੁੰਦੀਆਂ ਰਹੀਆਂ ਨੇਗੀਆਂ। ਇਹ ਕੋਈ ਪਹਿਲੀ ਦਫਾ ਨਹੀਂ ਹੋ ਰਿਹਾ। ਅੱਜ ਅਗਰ ਆਮ ਆਦਮੀ ਪਾਰਟੀ ਨਹੀਂ, ਫਿਰ ਜਦੋਂ ਮੈਂ ਸਵਾਲ ਪੁੱਛਿਆ ਮਿੱਤਲ ਸਾਹਿਬ ਵੀ ਅਕਾਲੀ ਦਲ ਨਾਲ ਵੀ ਗੱਲਬਾਤ ਕੀਤੀ ਜਾਵੇਗੀ ਤੇ ਫਿਰ ਤੁਸੀਂ ਕਿਹਾ ਕਿ ਨਹੀਂ ਅਸੀਂ ਸੈਕੂਲਰ ਪਾਰਟੀ ਦਾ ਕਰਾਂ, ਕਿ ਅਕਾਲੀ ਦਲ ਸੈਕੂਲਰ ਪਾਰਟੀ ਨਹੀਂ ਹੈ। ਨਹੀਂ, ਤੁਹਾਡਾ ਬਹੁਤ ਵਧੀਆ ਸਵਾਲ ਹੈ। ਮੈਂ ਦੇਖੋ ਉਹ ਪਾਰਟੀ ਜਿਹੜੇ ਜਿਨ੍ਹਾਂ ਦੇ ਸਪੋਕਸਪਰਸਨ ਟੈਲੀਵਿਜ਼ਨ ਦੇ ਉੱਪਰ ਬ੍ਰਿਜ ਭੂਸ਼ਣ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲ ਸਕਦੇ, ਨਰਿੰਦਰ ਮੋਦੀ ਦੇ ਖਿਲਾਫ ਇੱਕ ਸ਼ਬਦ ਨਹੀਂ ਬੋਲ ਸਕਦੇ। ਨਰਿੰਦਰ ਮੋਦੀ ਦੀ ਇਹਨਾਂ ਨੂੰ ਕੋਈ ਵੀ ਅਸਥਾਨਾਂ ਦੇ ਖਿਲਾਫ ਕਾਰਵਾਈ ਕਰਨਗੇ। ਇਹਨਾਂ ਨੂੰ ਪੁੱਛੋ ਅਸਥਾਨਾਂ ਦੇ ਖਿਲਾਫ ਕਾਰਵਾਈ ਕਰਨਗੇ। ਅਸਥਾਨਾਂ ਸਾਡੇ ਅੰਦਰ ਹੀ ਨਹੀਂ ਕਰੋ ਪਰਚਾ ਦਰਜ ਦੇ ਖਿਲਾਫ, ਕਰੋ ਪਰਚਾ ਦਰਜ ਦੇ ਖਿਲਾਫ, ਕਰੋ ਪਰਚਾ ਦਰਜ ਦੇ ਖਿਲਾਫ, ਜਿਹਦੇ ਮਰਜ਼ੀ ਅੰਡਰ ਹੋਵੇ ਕਰੋ ਪਰਚਾ ਦਰਜ ਦੇ ਖਿਲਾਫ। ਇੰਨੇ ਜ਼ਿਆਦਾ ਦਰਦ ਹੈ, ਕਰੋ ਪਰਚਾ ਦਰਜ। ਅਸਥਾਨਾਂ ਦਿੱਲੀ ਪੁਲਿਸ ਦਾ ਭਾਈ ਸਾਹਿਬ ਤੁਸੀਂ ਦਿੱਲੀ ਪੁਲਿਸ ਦਾ ਪਹਿਲਾਂ ਹੀ ਡੈਪੂਟੇਸ਼ਨ ਤੇ ਹੈ, ਡੈਪੂਟੇਸ਼ਨ ਤੇ ਹੈ, ਡੈਪੂਟੇਸ਼ਨ ਤੇ ਹੈ, ਜਾਣਕਾਰੀ ਰੱਖੋ। ਡੈਪੂਟੇਸ਼ਨ ਤੇ ਹੈ ਉੱਥੇ ਪੰਜਾਬ ਕੈਡਰ ਦਾ ਹੈ। ਅਸਥਾਨਾ ਗੁਜਰਾਤ ਚ ਹੈ। ਪਹਿਲਾਂ ਜਾਣਕਾਰੀ ਪੂਰੀ ਇਕੱਠੀ ਕਰਕੇ ਬੈਠਿਆ ਕਰੋ। ਜਿਹੜੇ ਮੈਂ ਤੁਹਾਨੂੰ ਗੱਲ ਕਰ ਰਿਹਾ ਕਿ ਜਿਹੜੀ ਪਾਰਟੀ ਨਰਿੰਦਰ ਮੋਦੀ ਦੀ ਭਗਤੀ ਦੇ ਵਿੱਚ, ਪ੍ਰਭੂ ਭਗਤੀ ਦੇ ਵਿੱਚ ਲੀਨ ਆ, ਉਸ ਪਾਰਟੀ ਦੇ ਨਾਲ ਸਾਡਾ ਗਠਬੰਧਨ ਕਦੇ ਨਹੀਂ ਹੁੰਦਾ। ਠੀਕ ਜਾਂ ਤਾਂ ਸਪੋਕਸਪਰਸਨ ਜਿਹੜੇ ਹੈਗੇ ਨੇ ਕਹਿੰਦੇ ਕਿ ਨਰਿੰਦਰ ਮੋਦੀ ਪ੍ਰਤੀਭੂਸ਼ਣ ਨੂੰ ਬਚਾ ਰਹੇ ਨੇ, ਜਾਂ ਤਾਂ ਹਿੰਮਤ ਹੈ ਕਿ ਕਹਿ ਕੇ ਦਿਖਾਓ, ਜਾਂ ਕਹਿਣ ਵੀ ਸਾਡੀ ਲੀਡਰਸ਼ਿਪ ਜੰਤਰ ਮੰਤਰ ਤੇ ਜਾਊਗੀ, ਧਰਨੇ ਦੇ ਵਿੱਚ ਸਪੋਰਟ ਕਰੂਗੀ, ਨਰਿੰਦਰ ਮੋਦੀ ਦੇ ਖਿਲਾਫ ਬੋਲੂਗੀ, ਫਿਰ ਤਾਂ ਅਸੀਂ ਮੰਨ ਵੀ ਲਈਏ ਕਿ ਅਸੀਂ ਮੋਦੀ ਦੇ ਨਾਲ ਨਹੀਂ ਚੱਲ ਸਕਦੇ। ਇਹ ਤਾਂ ਸ਼ਰਮ ਬਾਤ ਕਰਕੇ ਇਹਨਾਂ ਵਿੱਚ ਹਿੰਮਤ ਹੀ ਹੈ ਨਹੀਂ। ਠੀਕ ਹੈ ਚੈਲ ਸਾਹਿਬ, ਗੱਲ ਇਹ ਹੈ ਵੀ ਅੱਜ ਕਾਂਗਰਸ ਇੰਨੀ ਕਮਜ਼ੋਰ ਹੋ ਗਈ ਹੈ ਜਾਂ ਹੋਰ ਤਰ੍ਹਾਂ ਇੰਨੀਆਂ ਕਮਜ਼ੋਰ ਹੋ ਗਈਆਂ ਨੇ, ਜਾਂ ਫਿਰ ਮੈਂ ਇਹ ਸਵਾਲ ਪਾਵਾਂ ਕਿ ਬੀਜੇਪੀ ਬਹੁਤ ਜ਼ਿਆਦਾ ਮਜ਼ਬੂਤ ਹੋ ਗਈ ਹੈ ਕਿ ਸਾਰਿਆਂ ਨੂੰ ਲਾਮਬੰਦੀ ਕਰਨੀ ਪੈ ਰਹੀ ਹੈ। ਦੇਖੋ ਧਾਲੀਵਾਲ ਸਾਹਿਬ, ਕਾਂਗਰਸ ਪਾਰਟੀ ਪਹਿਲਾਂ ਵੀ ਆਪੋਜੀਸ਼ਨ ਦੇ ਵਿੱਚ ਰਹੀ ਆ ਤੇ ਬਕਾਇਦਾ ਲੜਦੀ ਰਹੀ ਆ। ਸਾਨੂੰ ਤਾਂ ਇੱਕ ਨਿਯੋਤਾ ਦਿੱਤਾ ਗਿਆ ਇਹਨਾਂ ਵੱਲੋਂ। ਅਸੀਂ ਤਾਂ ਕੋਈ ਕੇਜਰੀਵਾਲ ਕੋਲ ਗਏ ਨਹੀਂ ਜਾਂ ਕੇਜਰੀਵਾਲ ਨੂੰ ਅਸੀਂ ਆਖਿਆ ਵੀ ਜੀ ਭਾਈ ਕਰਨਾ। ਕਾਂਗਰਸ ਪਾਰਟੀ ਆਪਦੀ ਲੜਾਈ ਖੁਦ ਲੜ ਸਕਦੀ ਆ। ਅਜੇ ਵੀ ਸਾਨੂੰ ਇਹਨਾਂ ਤੇ ਯਕੀਨ ਨਹੀਂ ਹੈ ਆਮ ਆਦਮੀ ਵਾਲਿਆਂ ਦੇ। ਕਦੇ ਸ਼ਰਦ ਪਵਾਰ ਨੂੰ ਮਾੜਾ ਕਹਿੰਦੇ ਸੀ, ਅੱਜ ਸ਼ਰਦ ਪਵਾਰ ਦੇ ਨਾਲ ਬੈਠੇ ਮੀਟਿੰਗਾਂ ਕਰਦੇ ਆ। ਬੜੇ ਸਾਰੇ ਇਦਾਂ ਦੇ ਟਵੀਟਸ ਆ। ਸੋ ਜਿਹੜੀ ਇਹਨਾਂ ਦੀ ਮਨਸ਼ਾ, ਇਹਨਾਂ ਦੀ ਨੀਤ ਆ, ਉਹਦੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਬਾਕੀ ਤਾਂ ਹਾਈ ਕਮਾਂਡ ਦਾ ਫੈਸਲਾ ਜੋ ਕਰਨਾ
ਪਰ ਜਿੱਥੋਂ ਤੱਕ ਮੈਂ ਤੁਹਾਡੀ ਗੱਲ ਦਾ ਫੇਰ ਇਸ ਗੱਲ ਦਾ ਜਵਾਬ ਦੇਣਾ, ਤੁਸੀਂ ਇਹ ਗੱਲ ਕਹਿ ਰਹੇ ਹੋ ਕਿ ਕਾਂਗਰਸ ਪਾਰਟੀ ਕਮਜ਼ੋਰ ਹੋ ਗਈ। ਕਾਂਗਰਸ ਪਾਰਟੀ ਬਿਲਕੁਲ ਕਮਜ਼ੋਰ ਨਹੀਂ। ਕਾਂਗਰਸ ਪਾਰਟੀ ਦਾ ਇੰਡੀਪੈਂਡੈਂਟਲੀ ਆਪਦਾ ਜਿਹੜਾ 2024 ਦਾ ਇਲੈਕਸ਼ਨ ਲੜਨਾ ਚਾਹੁੰਦੀ ਸੀ। ਠੀਕ ਹੈ ਕਪੂਰ ਸਾਹਿਬ, ਇੱਕ ਗੱਲ ਜਿਹੜੀ ਤੁਹਾਡੀ ਤਾਨਾਸ਼ਾਹੀ ਦੀ ਮੁੜ ਕੇ ਉਜਾਗਰ ਹੋ ਰਹੀ ਹੈ ਇਸ ਚਰਚਾ ਦੇ ਵਿੱਚ ਵੀ ਤੇ ਪਹਿਲਾਂ ਵੀ, ਤੇ ਜਿਹੜੀ ਗੱਲ ਜਿਹੜੀ ਬ੍ਰਿਜ ਭੂਸ਼ਣ ਹੋਰਾਂ ਦੇ ਬਚਾਓ ਨੂੰ ਲੈ ਕੇ ਤੁਰੀ ਹੈ, ਜਿਹੜੇ ਉਹ ਪਹਿਲਵਾਨ ਜਦੋਂ ਮੋਦੀ ਸਾਹਿਬ ਉਹਨਾਂ ਨੂੰ ਮਿਲਦੇ ਆ, ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਦੁਪਹਿਰ ਭੋਜ ਸਾਂਝਾ ਕਰਦੇ ਆ ਤੇ ਉਹਨਾਂ ਦੇ ਬਾਰੇ ਬਹੁਤ ਲੰਮੀ ਚੌੜੀ ਗੱਲਬਾਤ ਕਰਦੇ ਆ, ਉਹਨਾਂ ਦੀ ਸ਼ਾਨ 'ਚ ਕਸੀਦੇ ਵੀ ਪੜ੍ਹਦੇ ਆ। ਅੱਜ ਜਦੋਂ ਉਹ ਇਨਸਾਫ ਦੀ ਗੁਹਾਰ ਲਾਉਂਦੇ ਆ, ਮਹਿਜ਼ ਕੁਝ ਮੀਟਰ ਦੀ ਦੂਰੀ ਦੇ ਉੱਤੇ ਉਹਨਾਂ ਨਾਲ ਮੁਲਾਕਾਤ ਕਰਨੀ ਵੀ ਜ਼ਰੂਰੀ ਨਹੀਂ ਸਮਝਦੇ? ਧਾਲੀਵਾਲ ਜੀ, ਇਸ ਗੱਲ ਦਾ ਜਵਾਬ ਦੇਣਾ ਥੋੜਾ ਜਿਹਾ ਡਿਫਿਕਲਟ ਹੈਗਾ ਵਾ, ਪਰ ਇੱਕ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵਾ ਕਿ ਅਲਟੀਮੇਟਲੀ ਸੁਪਰੀਮ ਕੋਰਟ ਦੇ ਆਰਡਰਸ ਦੇ ਮੁਤਾਬਕ ਇੱਕ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ FIR ਲੌਂਚ ਕਰ ਦਿੱਤੀ ਗਈ ਹੈ ਔਰ ਪੁਲਿਸ ਆਪਣੀ ਇਨਕੁਆਇਰੀ ਕਰਦੀ ਪਈ ਹੈ। ਮੈਨੂੰ ਲੱਗਦਾ ਹੈਗਾ ਵਾ ਕਿ ਸਾਨੂੰ ਇਨਕੁਆਇਰੀ ਦੀ ਰਿਪੋਰਟ ਆਉਣ ਤੱਕ ਵੇਟ ਕਰਨਾ ਚਾਹੀਦਾ ਹੈਗਾ ਵਾ। ਹੁਣ ਜਿਹੜੇ ਪਹਿਲਵਾਨਾਂ ਦੇ ਉਹਨਾਂ ਨੇ ਬਿਆਨ ਵੀ ਲੈ ਲਿੱਤੇ ਹੈਗੇ ਹੈ ਤੇ ਥੋੜਾ ਜਿਹਾ ਪੇਸ਼ੈਂਸ ਰੱਖਣਾ ਵੀ ਜ਼ਰੂਰੀ ਹੈਗਾ ਵਾ ਕਿ ਪੁਲਿਸ ਆਪਣੀ ਰਿਪੋਰਟ ਦੇ ਵਿੱਚ ਕੀ ਕਹਿ ਕੇ ਸਾਹਮਣੇ ਆਂਦੀ ਹੈ। ਔਰ ਦੂਸਰੀ ਗੱਲ, ਜਿੱਥੋਂ ਤੱਕ ਅੱਜ ਅਸਥਾਨਾ ਸਾਹਿਬ ਨੇ ਇੱਕ ਸਟੇਟਮੈਂਟ ਦਿੱਤੀ ਹੈ, ਭਾਰਤੀ ਜਨਤਾ ਪਾਰਟੀ ਦੇ ਪ੍ਰਵਕਤਾ ਹੋਣ ਦੇ ਨਾਤੇ ਮੈਂ ਟੋਟਲੀ ਉਸ ਸਟੇਟਮੈਂਟ ਦਾ ਵਿਰੋਧ ਕਰਨਾ ਵਾ। ਸਾਡੀ ਉਸ ਸਟੇਟਮੈਂਟ ਨੂੰ ਕੋਈ ਸਪੋਰਟ ਨਹੀਂ ਗਈ। ਇਹ ਉਹਨਾਂ ਦੇ ਆਪਣੇ ਨਿੱਜੀ ਵਿਚਾਰ ਜਾਂ ਨਿੱਜੀ ਬਿਆਨ ਇਸ ਤਰ੍ਹਾਂ ਤੇ ਕਿ ਕਿਸੇ ਵੀ ਤਰੀਕੇ ਦੀ ਲੈਂਗੁਏਜ ਦਾ ਭਾਰਤੀ ਜਨਤਾ ਪਾਰਟੀ ਸਪੋਰਟ ਨਹੀਂ ਕਰਦੀ। ਸੋ ਆਪਾਂ ਇਸ ਸਟੇਟਮੈਂਟ ਦੇ ਬਿਲਕੁਲ ਫੇਵਰ ਦੇ ਵਿੱਚ ਨਹੀਂ ਹੈ। ਬਾਕੀ ਮੈਂ ਸਮਝਦਾ ਵਾ ਕਿ ਜਿਹੜਾ ਪਹਿਲਵਾਨਾਂ ਦਾ ਮੁੱਦਾ ਹੈਗਾ ਵਾ, ਠੀਕ ਹੈ, ਉਹ ਆਪਣੇ ਜੰਤਰ ਮੰਤਰ ਬੈਠੇ ਹੋਏ ਆ, ਥੋੜੀ ਜਿਹੀ ਪੇਸ਼ੈਂਸ ਰੱਖਣ। ਮੈਨੂੰ ਪੂਰੀ ਉਮੀਦ ਹੈਗੀ ਹੈ ਕਿ ਉਹਨਾਂ ਨਾਲ ਪਰ ਕਪੂਰ ਸਾਹਿਬ ਘਬਰਾਹਟ ਹੈ ਥੋੜੀ ਬਹੁਤ ਬੀਜੇਪੀ ਨੂੰ, ਕਿਉਂਕਿ ਹਿਮਾਚਲ ਤੋਂ ਬਾਅਦ ਕਰਨਾਟਕ ਵੀ ਤੁਸੀਂ ਹਾਰ ਗਏ ਹੋ, ਪੰਜਾਬ ਦੇ ਵਿੱਚ ਵੀ 2 ਬਾਈ ਇਲੈਕਸ਼ਨ ਤੇ ਦੂਜੀ ਇਲੈਕਸ਼ਨ ਜਿਹੜੀ ਤੁਸੀਂ ਹਾਰੇ ਹੋ। ਕੋਈ ਘਬਰਾਹਟ ਤਾਂ ਇਸ ਮੌਕੇ ਹੋਊਗੀ ਨਾ, ਕਿਉਂਕਿ ਜਿਹੜੀ ਲਾਮਬੰਦੀ ਵਿਰੋਧੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਦੇਖੋ, ਇਸ ਚੀਜ਼ ਤੋਂ ਨਾ ਕੋਈ ਘਬਰਾਹਟ ਨਹੀਂ ਗਈ। ਸਟੇਟ ਦੇ ਜਿਹੜੇ ਇਲੈਕਸ਼ਨ ਹੁੰਦੇ ਆ ਨਾ ਅਸੈਂਬਲੀ ਦੇ ਔਰ ਸੈਂਟਰ ਦੇ ਜਿਹੜੇ ਪਾਰਲੀਮੈਂਟ ਦੇ ਇਲੈਕਸ਼ਨ ਨੇ, ਦੋਨਾਂ ਦੇ ਮੁੱਦੇ ਹੀ ਡਿਫਰੈਂਟ ਹੁੰਦੇ ਹੈਗੇ ਆ। ਸਟੇਟ ਦੇ ਵਿੱਚ ਸਟੇਟ ਗਵਰਨਮੈਂਟ ਦੇ ਜਿਹੜੇ ਕੰਮ ਹੈ ਉਹ ਬੋਲਦੇ ਆ। ਜੇ ਸਟੇਟ ਗਵਰਨਮੈਂਟ ਨੇ ਕੰਮ ਠੀਕ ਕੀਤੇ ਹੁੰਦੇ ਆ ਤੇ ਡੈਫੀਨੇਟਲੀ ਉਹ ਗਵਰਨਮੈਂਟ ਦੁਬਾਰਾ ਰਿਪੀਟ ਹੋ ਜਾਂਦੀ ਹੈ। ਜੇ ਕਿਤੇ ਉਹ ਕਮੀਆਂ ਰਹੀਆਂ ਹੁੰਦੀਆਂ ਵਾ ਤੇ ਡੈਫੀਨੇਟਲੀ ਉਹਨਾਂ ਦੇ ਖਿਲਾਫ ਵੋਟ ਵੀ ਪੈਂਦੇ ਹੈਗੇ ਆ। ਤੁਸੀਂ ਗੁਜਰਾਤ ਦੀ ਉਦਾਹਰਨ ਦੇਖ ਲਓ। ਅੱਜ 6 ਟਰਮ ਤੋਂ ਉੱਥੇ ਭਾਰਤੀ ਜਨਤਾ ਪਾਰਟੀ ਕਾਬਿਜ਼ ਹੈ। ਭਾਰਤੀ ਜਨਤਾ ਪਾਰਟੀ ਅੱਛੇ ਕੰਮ ਕਰਦੀ ਪਈ ਹੈ, ਗੁਜਰਾਤ ਦੇ ਕਾਬਿਜ਼ ਰਹੀ। 3 ਵਾਰੀ ਆਪਾਂ ਬੇਸਿਕਲੀ ਛੱਤੀਸਗੜ੍ਹ ਲਗਾਤਾਰ ਸਰਕਾਰ ਬਣਾਈ ਹੈ, ਮੱਧ ਪ੍ਰਦੇਸ਼ 4 ਵਾਰੀ ਲਗਾਤਾਰ ਸਰਕਾਰ ਬਣਾਈ ਹੈ। ਸੋ ਇਹ ਗੱਲਾਂ ਜਿਹੜੀ ਸਟੇਟ ਦੇ ਇਲੈਕਸ਼ਨਸ ਤੇ ਪਾਰਲੀਮੈਂਟ ਦੇ ਇਲੈਕਸ਼ਨ ਨੂੰ ਇੱਕ ਨਜ਼ਰੀਏ ਨਾਲ ਨਹੀਂ ਦੇਖਿਆ ਜਾ ਸਕਦਾ। ਜਦੋਂ ਲੋਕੀ ਅਸੈਂਬਲੀ ਲਈ ਵੋਟ ਪਾਉਣ ਜਾਂਦੇ ਆ, ਇਹ ਵੀ ਮੈਸੇਜ ਆ ਰਿਹਾ ਮੁਲਕ ਦੇ ਵਿੱਚ ਵੀ ਕਿ ਚੋਣਾਂ ਜਿੱਤ ਦਾ ਕੋਈ ਹੋਰ ਹੈ, ਰਾਜ ਬੀਜੇਪੀ ਕਰਦੀ ਹੈ, ਚਾਹੇ ਉਹ ਮੱਧ ਪ੍ਰਦੇਸ਼ ਦੀ ਗੱਲ ਹੈ, ਚਾਹੇ ਉਹ ਮਹਾਰਾਸ਼ਟਰ ਦੀ ਗੱਲ ਹੈ। ਦੇਖੋ ਧਾਲੀਵਾਲ ਸਾਹਿਬ, ਜਿਹੜੀ ਅੱਜ ਦੀ ਡੇਟ 'ਚ ਜਨਤਾ ਹੈ ਨਾ, ਉਹ ਬਹੁਤ ਸਮਝਦਾਰ ਹੈ, ਬਹੁਤ ਸਿਆਣੀ ਹੈ। ਉਹ ਦੇਖਦੀ ਹੈ ਕਿ ਜੇ ਅਸੈਂਬਲੀ ਦੇ ਵਿੱਚ, ਸਟੇਟ ਦੇ ਵਿੱਚ, ਪ੍ਰਦੇਸ਼ ਦੇ ਵਿੱਚ ਜੇ ਕਿਸੇ ਸਟੇਟ ਗਵਰਨਮੈਂਟ ਭਾਵੇਂ ਉਹ ਬੀਜੇਪੀ ਦੀ ਵੀ ਸਰਕਾਰ ਕਿਉਂ ਨਾ ਹੋਵੇ। ਨਹੀਂ ਕਪੂਰ ਸਾਹਿਬ, ਇੱਕ ਮੈਸੇਜ ਹੋਰ ਵੀ ਹੈ, ਕਹਿੰਦੇ ਜਨਤਾ ਨਾਲੋਂ ਵੀ ਸਿਆਣੇ ਬੀਜੇਪੀ ਦੇ ਲੀਡਰ ਹੈ। ਚਲੋ ਹੁਣ ਤੁਸੀਂ ਕਿਸ ਅੰਦਾਜ਼ 'ਚ ਕਹਿ ਰਹੇ ਹੋ, ਮੈਂ ਉੱਤੇ ਕਮੈਂਟ ਨਹੀਂ ਕਰਨਾ ਚਾਹੁੰਦਾ, ਪਰ ਮੈਂ ਇੱਕ ਗੱਲ ਤੁਹਾਨੂੰ ਬੜੀ ਕਲੀਅਰਲੀ ਦੱਸਣਾ ਚਾਹੁੰਦਾ ਵਾਂ ਕਿ ਅੱਜ ਜਨਤਾ ਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ। ਜਨਤਾ ਸਭ ਦੇਖਦੀ ਪਈ ਹੈ। ਜੇ ਭਾਰਤੀ ਜਨਤਾ ਪਾਰਟੀ ਦੀ ਕੋਈ ਸਰਕਾਰ ਸਟੇਟ ਦੇ ਵਿੱਚ ਅੱਛਾ ਪਰਫਾਰਮ ਨਹੀਂ ਨਾ ਕਰ ਪਾਈ ਤੇ ਲੋਕਾਂ ਨੇ ਉਹਨੂੰ ਉਤਾਰ ਦਿੱਤਾ ਹੈ। ਲੋਕਾਂ ਨੇ ਬੇਸਿਕਲੀ ਜਾ ਕੇ ਦੂਜੀ ਗਵਰਨਮੈਂਟ ਨੂੰ ਚੁਣ ਲਿੱਤਾ ਹੈਗਾ। ਜੇ ਕਰਨਾਟਕਾ ਸਾਡੀ ਪਰਫਾਰਮੈਂਸ ਉਹਨਾਂ ਦੀ ਐਕਸਪੈਕਟੇਸ਼ਨ ਤੇ ਪੂਰੀ ਨਹੀਂ ਉਤਰੀ ਤੇ ਲੋਕਾਂ ਨੇ ਸਾਨੂੰ ਉਤਾਰ ਦਿੱਤਾ। ਉਹਦੇ ਚ ਕੋਈ ਦੋ ਰਾਏ ਨਹੀਂ ਗਈ। ਪਰ ਅੱਜ ਸੈਂਟਰ ਦੀ ਗੱਲ ਕਰਦੇ ਹੈਗੇ ਤੇ ਅੱਜ ਸੈਂਟਰ ਦੇ ਵਿੱਚ ਵੀ ਓਪੋਜੀਸ਼ਨ ਨੂੰ, ਕਾਂਗਰਸ ਜਾਂ ਦੂਜੀ ਪਾਰਟੀਆਂ ਨੂੰ ਇੱਕ ਚਿਹਰਾ ਅੱਗੇ ਲੈ ਕੇ ਆਣਾ ਪਏਗਾ ਕਿ ਕਿਹਦੇ ਚਿਹਰੇ ਤੇ ਵੋਟ ਕਰਨ ਲੋਕ। ਅੱਜ ਕਿਹੜਾ ਚਿਹਰਾ ਓਪੋਜੀਸ਼ਨ ਕੋਲ ਲਗਾ ਵਾ, ਸਾਫ ਸੁਥਰਾ ਚਿਹਰਾ ਜਿਹੜਾ ਦੇਸ਼ ਦੇ ਨਾਲ ਜੁੜ ਕੇ ਦੇਸ਼ ਲਈ ਕੰਮ ਕਰ ਸਕੇ। ਅੱਜ ਤੱਕ ਇੱਕ ਸਿੰਗਲ ਚਿਹਰਾ ਤੇ ਸਾਹਮਣੇ ਲੈ ਕੇ ਨਹੀਂ ਆ ਪਾ ਰਹੇਗੇ ਔਰ ਇਹ ਗੱਲ ਕਰਦੇ ਪਏ ਸੈਂਟਰ 'ਚ ਬੀਜੇਪੀ ਨੂੰ ਉਖਾੜਨ ਦੀ। ਸੋ ਮੈਂ ਸਮਝਦਾ ਕਿ ਜਿਹੜੇ ਅਸੈਂਬਲੀ ਦੇ ਇਲੈਕਸ਼ਨ ਨੇ ਔਰ ਪਾਰਲੀਮੈਂਟ ਦੇ ਇਲੈਕਸ਼ਨ ਹੈ, ਇਹਨਾਂ ਦੇ ਮੁੱਦੇ ਵੀ ਡਿਫਰੈਂਟ ਹੈ, ਇੱਥੇ ਲੋਕਾਂ ਦੀ ਸੋਚ ਵੀ ਡਿਫਰੈਂਟ ਹੋ ਜਾਂਦੀ ਹੈ। ਖੈਰ ਕਪੂਰ ਸਾਹਿਬ, ਮੈਂ ਇੱਕ ਐਗਜ਼ਾਮਪਲ ਦੇ ਦੇਣਾ ਵਾ। ਤੁਸੀਂ ਇਹ ਦੇਖੋ, ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੀ ਤੇ ਪਰ ਜਦੋਂ ਪਾਰਲੀਮੈਂਟ ਇਲੈਕਸ਼ਨ ਹੈਗੇ ਸੀ ਉਦੋਂ ਸਾਰੀਆਂ ਸੀਟਾਂ ਜਾ ਕੇ ਬੀਜੇਪੀ ਨੂੰ ਆ ਗਈਆਂ। ਇਹ ਚੀਜ਼ ਇੰਡੀਕੇਟ ਕਰਦੀ ਹੈ ਕਿ ਲੋਕੀ ਬੜੇ ਸਿਆਣੇ ਹੈ। ਅਸੈਂਬਲੀ ਦੇ ਵਿੱਚ ਜਦੋਂ ਉਹ ਵੋਟ ਪਾਉਣ ਜਾਂਦੇ ਹੈ
ਉਹਨਾਂ ਦੀ ਸੋਚ ਕੁਝ ਹੋਰ ਹੁੰਦੀ ਹੈ, ਔਰ ਜਦੋਂ ਸੈਂਟਰ ਦੇ ਵੋਟ ਪਾਣ ਜਾਂਦੇ ਹੈਗੇ ਪਾਰਲੀਮੈਂਟ ਲਈ ਉਹਨਾਂ ਦੀ ਸੋਚ ਹੋਰ ਹੁੰਦੀ ਹੈ। ਇਹ ਇੱਕ ਆਪਣੇ ਆਪ 'ਚ ਨਾ ਬੜੀ ਵੱਡੀ ਉਦਾਹਰਨ ਹੈਗੀ ਹੈ। ਠੀਕ ਹੈ, ਮੈਂ ਖੈਰ ਹੁਣ ਬਹੁਤੀ ਕੋਈ ਗੱਲ ਛੇੜਨੀ ਨਹੀਂ ਚਾਹੁੰਦਾ। ਜੇ ਕੋਈ ਬੁਲਾਰਾ ਕੋਈ ਆਪਣੀ ਗੱਲ ਰੱਖਣੀ ਚਾਹੁੰਦਾ ਅਖੀਰ 'ਚ, ਭੁੱਲਰ ਸਾਹਿਬ ਕੁਝ ਕਹਿਣਾ? ਹਾਂਜੀ ਭੁੱਲਰ ਸਾਹਿਬ। ਦੇਖੋ, ਗੱਲ ਇਸ ਤਰ੍ਹਾਂ ਕਿ ਮੈਂ ਪਹਿਲਾਂ ਵੀ ਕਿਹਾ ਹੈ ਕਿ ਪੰਜਾਬ ਦੇ ਵਿੱਚ ਅਗਰ ਟਾਰਗੇਟ ਹੈ ਤਾਂ ਅਕਾਲੀ ਦਲ ਟਾਰਗੇਟ ਹੈ ਸਾਰਿਆਂ ਦਾ। ਅੱਜ ਸਾਰੇ ਆਪਣੇ ਜਿਹੜੇ ਛਿੱਕੇ ਟੰਗ ਕੇ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਸਾਰਿਆਂ ਦੀ ਬਰੂਹਾਂ ਤੇ ਜਾ ਰਹੀ ਹੈ, ਲੇਕਿਨ ਅਕਾਲੀ ਦਲ ਦਾ ਬੜਾ ਦਰਦ ਹੈ ਵੀ ਅਕਾਲੀ ਦਲ ਕਿਸੇ ਨਾ ਕਿਸੇ ਨਾਲ ਸਮਝੌਤਾ ਕਰ ਲੇ। ਅੱਜ ਤੁਸੀਂ ਉਹਨਾਂ ਲੋਕਾਂ ਨਾਲ ਸਮਝੌਤਾ ਕਰਨ ਨੂੰ ਫਿਰਦੇ ਹੋ ਜਿਹੜੇ ਜਿਨ੍ਹਾਂ ਦੇ ਖਿਲਾਫ ਤੁਸੀਂ ਖੜੇ ਹੁੰਦੇ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਪਰਿਵਾਰਵਾਦ ਦੀ ਗੱਲ ਕਰਦੇ ਰਹੇ ਹੋ, ਜਿਨ੍ਹਾਂ ਨੂੰ ਤੁਸੀਂ ਕਰਪਟ ਜਾਂ ਇਸ ਤੋਂ ਵੱਧ ਬਹੁਤ ਕੁਝ ਬੋਲਦੇ ਰਹੇ ਹੋ, ਤੇ ਉਹਨਾਂ ਦੇ ਹੀ ਅੱਜ ਬਰੂਹਾਂ ਦੇ ਉੱਤੇ ਜਾ ਕੇ ਤੁਸੀਂ ਮੱਥੇ ਟੇਕ ਰਹੇ ਹੋ। ਤੇ ਲੇਕਿਨ ਅਗਰ ਅਕਾਲੀ ਦਲ ਕਿਸੇ ਨਾਲ ਮਾੜੀ ਮੋਟੀ ਕੋਈ ਗੱਲ ਚੱਲ ਰਹੀ ਹੈ ਜਾਂ ਪਾਰਲੀਮੈਂਟ ਦੇ ਵਿੱਚ ਉਦਘਾਟਨ ਦੇ ਤੋਂ ਚਲਾ ਗਿਆ, ਤੇ ਉਹ 'ਚ ਢਿੱਡ 'ਚ ਬਹੁਤ ਪੀੜ ਹੈ ਕਿ ਇਹ ਕਿਸ ਤਰ੍ਹਾਂ ਚਲੇ ਗਏ। ਮੈਂ ਇਹੀ ਕਹੂੰਗਾ ਕਿ ਤੁਸੀਂ ਦੋ ਮਾਪਦੰਡ ਲੈ ਕੇ ਨਾ ਚੱਲੋ। ਅਗਰ ਤੁਸੀਂ ਜਾ ਕੇ ਉਹਨਾਂ ਲੋਕਾਂ ਨੂੰ ਜਿਹਨਾਂ ਨੂੰ ਤੁਸੀਂ ਸੈਕੂਲਰ ਕਹਿੰਦੇ ਹੋ, ਉਹਨਾਂ ਦੀ ਸ਼ਿਵ ਸੈਨਾ ਵੀ ਆ ਜਿੱਥੇ ਮੱਥਾ ਟੇਕ ਕੇ ਆਏ ਹੋ ਤੁਸੀਂ। ਜਿਹਨਾਂ ਲੋਕਾਂ ਨੂੰ ਤੁਸੀਂ ਕਹਿੰਦੇ ਹੋ ਕਿ ਕਰਪਟ ਸੀਗੇ, ਉਹਦੇ 'ਚ ਸ਼ਰਦ ਪਵਾਰ ਵਰਗੇ ਵੀ ਨੇ, ਔਰ ਹੋਰ ਬਹੁਤ ਲੰਬੀ ਚੌੜੀ ਲਿਸਟ ਹੈ। ਜਿਹੜੇ ਪਰਿਵਾਰਵਾਦ ਵਾਲੀ ਗੱਲ ਕਰਦੇ ਹੋ, ਪਰਿਵਾਰਵਾਦ ਵਾਲੀ ਸਾਰੇ ਜਿਨ੍ਹਾਂ ਕੋਲ ਗਏ ਨੇ ਸਾਰੇ ਪਰਿਵਾਰਵਾਦ ਵਾਲੀ ਹੀ ਹੈ। ਤੇ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਜਾਂ ਦੂਸਰੀਆਂ ਜਿਹੜੀਆਂ ਪਾਰਟੀਆਂ ਨੇ ਜਿਨ੍ਹਾਂ ਦਾ ਟਾਰਗੇਟ ਜਿਹੜਾ ਸਿਰਫ ਅਕਾਲੀ ਦਲ ਹੈ, ਕਿਉਂਕਿ ਅਕਾਲੀ ਦਲ ਨੇ ਹਮੇਸ਼ਾ ਆਡਾ ਲਿਆ ਇਹਨਾਂ ਨਾਲ, ਔਰ ਇੱਕ ਆ ਨਵੀਂ ਧੀਰ ਜਿਹੜੀ ਦਿੱਲੀ ਤੋਂ ਉੱਠ ਕੇ ਆਈ ਹੈ, ਜਿਹੜੀ ਪੰਜਾਬ ਨੂੰ ਠੱਗ ਕੇ ਪੰਜਾਬ ਦਾ ਲੁੱਟ ਕੇ ਪੈਸਾ ਲੈ ਕੇ ਜਾ ਰਹੀ ਹੈ, ਇਹਦੇ ਖਿਲਾਫ ਇਹਨਾਂ ਨੂੰ ਵੀ ਪਤਾ ਵੀ ਅਕਾਲੀ ਦਲ ਖੜਾ ਹੋਊਗਾ, ਕੋਈ ਹੋਰ ਨਹੀਂ ਖੜਾ ਹੋ ਸਕਦਾ। ਇਸ ਕਰਕੇ ਟਾਰਗੇਟ ਅਸੀਂ ਹੈ। ਠੀਕ ਹੈ, ਕਪੂਰ ਸਾਹਿਬ ਹਾਂਜੀ ਕੀ ਕਹਿ ਰਹੇ ਹੋ? ਮੈਂ ਇੱਕ ਗੱਲ ਕਹਿਣਾ ਚਾਹੁੰਦਾ ਹਾਂ ਕਿ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਉਹਨਾਂ ਨੇ ਅੱਜ ਕਾਂਗਰਸ ਦੀ ਯਾਦ ਆਈ ਹੈ ਉਹਨਾਂ ਨੂੰ। ਮੈਨੂੰ ਅੱਜ ਵੀ ਉਹ ਦਿਨ ਬੜੇ ਅੱਛੇ ਤਰੀਕੇ ਯਾਦ ਹੈ ਕਿ ਜਿਸ ਤਰੀਕੇ ਕਾਂਗਰਸ ਦੇ ਉੱਪਰ ਇਹ ਹੱਥ ਚੁੱਕ ਕੇ ਐਲੀਗੇਸ਼ਨ ਲਗਾਉਂਦੇ ਸੀ, ਔਰ ਜਿਸ ਤਰੀਕੇ ਕਾਂਗਰਸ ਦੇ ਲੀਡਰਾਂ ਨੂੰ ਇਹ ਪੰਜਾਬ ਦੇ ਵਿੱਚ ਟਰੀਟ ਕਰਦੇ ਪਏ ਹੈਗੇ ਹੈ, ਤੇ ਅੱਜ ਇਹਨਾਂ ਨੂੰ ਆਪਣੇ ਤੇ ਪਈ ਹੈ ਤੇ ਉਹਨਾਂ ਨੂੰ ਕਾਂਗਰਸ ਦੀ ਯਾਦ ਆ ਗਈ ਕਿ ਕਾਂਗਰਸ ਉਹਨਾਂ ਦੀ ਸਪੋਰਟ ਦੇ ਵਿੱਚ ਆ ਜਾਏ। ਇਹ ਤੇ ਹੁਣ ਕਾਂਗਰਸ ਨੇ ਦੇਖਣਾ ਹੈਗਾ ਵਾ ਕਿ ਕਾਂਗਰਸ ਨੇ ਕੀ ਕਰਨਾ ਹੈ। ਪੰਜਾਬ ਦੇ ਲੀਡਰਾਂ ਨੂੰ ਇਹਨਾਂ ਨੇ ਹਰ ਲੀਡਰ ਨੂੰ ਕਰਪਟ ਕਿਹਾ ਉਹਨਾਂ ਤੇ, ਇਹ ਕਾਂਗਰਸ ਦੇ ਲੀਡਰਾਂ ਦੇ ਪੂਰੇ ਐਲੀਗੇਸ਼ਨ ਲਗਾਏ ਗਏ ਹੈ। ਇਹ ਤੇ ਹੁਣ ਇਹਨਾਂ ਨੇ ਦੇਖਣਾ ਕਿ ਅੱਜ ਕਾਂਗਰਸ ਸਪੋਰਟ ਕਿਹੜੇ ਮੂੰਹ ਨਾਲ ਮੰਗਦੇ ਪਏ। ਦੂਜੀ ਗੱਲ, ਅੱਜ ਮੈਂ ਕਾਂਗਰਸ ਦੀ ਮੀਟਿੰਗ ਹੋਈ ਹੈ, ਕਾਂਗਰਸ ਦੇ ਲੀਡਰਾਂ ਨੂੰ ਉੱਥੇ ਬੁਲਾਇਆ, ਔਰ ਦੇਖੋ ਮਜ਼ੇ ਦੀ ਗੱਲ, ਅੱਜ ਕਾਂਗਰਸ ਦੇ ਚੀਫ ਮਿਨਿਸਟਰ ਜਿਹੜੇ ਰਹੇ ਹੈ ਚੰਨੀ ਜੀ, ਉਹਨਾਂ ਨੂੰ ਉਸ ਮੀਟਿੰਗ 'ਚ ਕਾਲ ਨਹੀਂ ਕੀਤਾ ਗਿਆ। ਇਹ ਤੇ ਕਾਂਗਰਸ ਦੇ ਵੀ ਡਬਲ ਸਟੈਂਡਰਡ ਮੇਰੇ ਸਮਝ ਤੋਂ ਬਾਹਰ ਹੈ ਕਿ ਜਿਸ ਬੰਦੇ ਨੂੰ ਤੁਸੀਂ ਚੀਫ ਮਿਨਿਸਟਰ ਬਣਾਇਆ, ਜਿਸ ਬੰਦੇ ਦੇ ਹੱਥ 'ਚ ਪੰਜਾਬ ਦੀ ਲੀਡਰਸ਼ਿਪ ਹੈਗੀ ਸੀ ਤੁਹਾਡੇ ਪਿਛਲੇ 6 ਮਹੀਨੇ ਦੇ ਵਿੱਚ, ਉਸ ਬੰਦੇ ਉਸਦੀ ਅਗਵਾਈ 'ਚ ਤੁਸੀਂ ਪੰਜਾਬ ਦੇ ਇਲੈਕਸ਼ਨ ਲੜੇ। ਸ਼ਾਇਦ ਉਹਨਾਂ ਨੂੰ ਲੱਗੇ, ਕਪੂਰ ਸਾਹਿਬ ਉਹਨਾਂ ਨੂੰ ਲੱਗਿਆ ਹੋਵੇ ਨਾ ਵੀ ਉਹ 4 ਮਹੀਨੇ ਵਾਲੇ ਮੁੱਖ ਮੰਤਰੀ ਹੈ, 4.5 ਸਾਲ ਵਾਲੇ ਤਾਂ ਤੁਸੀਂ ਲੈ ਗਏ। ਐਡੇ ਮਹੱਤਵਪੂਰਨ ਮੀਟਿੰਗ ਦੇ ਵਿੱਚ ਆਪਣੇ ਚੀਫ ਮਿਨਿਸਟਰ, ਚਲੋ ਅੰਡਰਮਾਈਨ ਉਹ ਖੁਦ ਹੀ ਕਰਦੇ ਪਏ ਆ ਨਾ ਆਪਣੇ ਬੰਦਿਆਂ ਨੂੰ, ਆਪਾਂ ਤੇ ਕਰਦੇ ਨਹੀਂ ਪਏ। ਅੱਜ ਉਹਨਾਂ ਨੂੰ ਚੰਨੀ ਜੀ ਨੂੰ ਅੰਡਰਮਾਈਨ ਕਿਹਨੇ ਕੀਤਾ? ਕਾਂਗਰਸ ਖੁਦ ਕਰਦੀ ਪਈ ਹੈ। ਚਹਿਲ ਸਾਹਿਬ ਤੁਸੀਂ ਵੀ ਜਵਾਬ ਦੇ ਦਿਓ ਚਹਿਲ ਸਾਹਿਬ ਇਸ ਗੱਲ ਦਾ ਵੀ ਕਿਉਂ ਨਹੀਂ ਬੁਲਾਇਆ ਜੀ, ਕਿਉਂ ਇਗਨੋਰ ਕੀਤਾ ਗਿਆ? ਹਾਂ, ਪਹਿਲੀ ਗੱਲ ਤਾਂ ਇਹ ਹੈ ਵੀ ਚੰਨੀ ਸਾਹਿਬ ਪਿਆਰ ਦੇ ਰੁਝੇਵੇ ਕਰਕੇ ਬਾਹਰ ਗਏ। ਮੇਰੀ ਪਰਸੋਂ ਹੀ ਉਹਨਾਂ ਦੇ ਨਾਲ ਗੱਲ ਹੋਈ, ਉਹ ਕਹਿੰਦੇ 2-3 ਦਿਨਾਂ ਵਾਸਤੇ ਮੈਂ ਬਾਹਰ ਗਿਆ। ਜਿਹੜੀ ਅੱਜ ਵਾਲੀ ਮੀਟਿੰਗ ਹੈ ਅਰਜੈਂਸੀ ਦੇ ਵਿੱਚ ਮੀਟਿੰਗ ਸੱਦੀ ਗਈ ਹੈ, ਜਿੰਨੀ ਕਿ ਮੈਨੂੰ ਗਿਆਨ ਹੈ ਜਾਂ ਮੈਨੂੰ ਪਤਾ। ਬਾਕੀ ਬੀਜੇਪੀ ਦੇ ਪ੍ਰਵਕਤਾ ਨੂੰ ਜੇ ਜ਼ਿਆਦਾ ਪਤਾ ਤਾਂ ਉਹ ਦੱਸ ਸਕਦੇ। ਇਸ ਤੋਂ ਬਾਅਦ ਇਹ ਕਿਆਸੇ ਲਾਉਣ ਨਾਲ ਨਹੀਂ ਹੁੰਦਾ ਕਿ ਫਲਾਣ ਨਹੀਂ ਗਿਆ ਤਾਂ ਧਮਕਾਣ ਨਹੀਂ ਗਿਆ, ਉਹਦੇ ਪੁੱਛ ਗਿੱਛ ਨਹੀਂ ਹੈ। ਤੁਸੀਂ ਵੀ ਅੱਜ ਤੱਕ ਸੁਨੀਲ ਜਾਖੜ ਨੂੰ ਮਾੜਾ ਹੀ ਕਹਿੰਦੇ ਆਏ ਹੋ, ਤੁਸੀਂ ਵੀ ਅੱਜ ਤੱਕ ਕੈਪਟਨ ਅਮਰਿੰਦਰ ਸਿੰਘ ਨੂੰ ਭੰਡਦੀ ਆਏ ਹੋ, ਗੁਟਕਾ ਸਾਹਿਬ ਦੀ ਸਮਝ ਆ ਕੇ ਖਾ ਗਏ, ਤੇ ਅੱਜ ਤੁਸੀਂ ਵੀ ਉਹਨਾਂ ਨੂੰ ਮੂਹਰਲੀ ਕਤਾਰ ਦੇ ਲੀਡਰ ਬਣਾ ਰੱਖਿਆ। ਸੋ ਜਿਹੜੀ ਰਾਜਨੀਤੀ ਹੈ ਧਾਲੀਵਾਲ ਸਾਹਿਬ, ਇਹਦੇ ਵਿੱਚ ਕੁਝ ਪੱਕਾ ਨਹੀਂ ਹੈ, ਨਾ ਦੋਸਤੀ ਨਾ ਦੁਸ਼ਮਣੀ। ਸੋ ਆਉਣ ਵਾਲਾ ਸਮਾਂ ਦੱਸੂਗਾ ਹਾਈ ਕਮਾਂਡ ਕੀ ਤੈਅ ਕਰਦੀ ਹੈ। ਠੀਕ ਹੈ, ਮੈਂ ਇੱਥੇ ਤੁਹਾਡਾ ਸਭ ਦਾ ਧੰਨਵਾਦ ਕਰੂੰਗਾ, ਤੁਸੀਂ ਸਮਾਂ ਕੱਢ ਕੇ ਜਿਹੜਾ ਹੈ ਇਸ ਚਰਚਾ ਦੇ ਵਿੱਚ ਜਿਹੜੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਗੱਲ ਸਾਫ਼ ਹੈ ਕਿ ਜਿਵੇਂ ਕਾਂਗਰਸ ਦੇ ਬੁਲਾਰੇ ਰਾਣਾ ਚਹਿਲ ਸਾਹਿਬ ਕਹੇ ਗਏ ਹੈ ਵੀ ਸਿਆਸਤ ਦੇ ਵਿੱਚ ਕੁਝ ਵੀ ਪੱਕਾ ਨਹੀਂ, ਨਾ ਦੋਸਤੀ ਨਾ ਦੁਸ਼ਮਣੀ। ਸੋ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਤੁਹਾਡੇ ਲਈ ਕੀ ਪੱਕਾ ਹੋਣਾ ਚਾਹੀਦਾ ਹੈ ਤੇ ਕਿਹੜੇ ਲੀਡਰ ਨੂੰ ਤੁਸੀਂ ਚੁਣਨਾ ਹੈ ਤੇ ਕਿਹੜੀ ਪਾਰਟੀ ਨੂੰ ਤੁਸੀਂ ਅਪਣਾਉਣਾ ਹੈ ਜਿਹੜੀ ਪੱਕੇ ਕੱਚੇ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੀ ਜਾਂ ਜਿਹੜੀ ਕਿਸੇ ਸਿਧਾਂਤ ਦੇ ਉੱਤੇ ਖੜੇ ਲੋਕਾਂ ਦੀ ਗੱਲ ਕਰਦੀ ਹੈ। ਮੁੜ ਮਿਲਾਂਗੇ ਕਿਸੇ ਹੋਰ ਪਹਿਲੂ ਤੇ ਕਿਸੇ ਹੋਰ ਵਿਸ਼ੇ ਤੇ ਗੱਲਬਾਤ ਕਰਨ ਦੇ ਲਈ। ਅੱਜ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।